तुम चंदन हम इरंड बापरे, संग तुम्हारे बासा। नीच रूखते ऊंच भये हैं, गंध सुगंध निवासा। माधो सत संगत शरण तुम्हारी, हम अवगण तुम उपकारी। हम अवगण तुम उपकारी। हम अवगण भरे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। इक उत्तम पंथ सुनियो गुर संगत, तिह मिलंत जम त्रास मिटाई। इक अरदास भाट कीरत की, गुर रामदास रखो सरनाई। ठीकर फोर दलीस सिर, प्रभ पुर किया बयान। तेग बहादुर शीघ्रिया, करी ना किन्हु आन। तेग बहादुर के चलत, भयो जगत को शोक। है सब जग भयो, जय 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 सुर लोक। जुगो जुग अटल, चवर छतर तख्त दे मालक, धन धन साहिब श्री गुरु ग्रंथ साहिब महाराज जी दी पावन हजूरी दे अंदर सुभाएमान गुरु रूप गुरु खालसा साध संगत जीओ। सतगुरु जी दी रहमत वरती, सतगुरु जी ने त्रुठ के किरपा करके इस नगर दे विच ये समागम जो आप रहमत करके सजवाए हैं। आप संगतां सतगुरां दे चरनां दा ओट आसरा लै रहे हो। मेरे तो पहला आप जी ने सत्कारयोग भाई साहब जी दे पासों बड़े प्यार दे नाल रस भिन्ना अमृत कीर्तन सरवण कीता है। और आपां इह गल भली भांत जाणदे हां कि आ महीना जिहड़ा है सत संगत ये शहादतां भरिया महीना है। अज जिन्हां नूं आपां याद कर रहे हां, धन धन साहिब श्री गुरु तेग बहादुर सच्चे पातशाह महाराज आप जी दी शहादत नूं याद कर रहे हैं। और उन्हां दे नाल सत्कारयोग भाई साहब भाई मती दास जी, भाई सती दास जी, भाई दयाल दास जी, उन्हां दी शहीदी नूं भी आपां याद कर रहे हैं। और आउण वाले दिनां दे विच आपां साहिबजादियां दीयां शहादतां नूं भी याद करना। इस करके सत संगत अज दी कथा विचार आरंभण तो पहला आप जियां दे चरनां ते मैं बेनती करांगा संगत, तुसीं मावां बैठियां हो, साडे बच्चियां दे थोड़ी जी भी चोट लगदी है, साडा कलेजा बाहर नूं आ जांदा है। ते याद करो इस कौम दे विच जिन्नियां शहीदियां होईयां ने और जिन्हां दियां होईयां ने वो भी किसी मां दे लाल सन, वो भी किसी पिता दे जिगर दे टुकड़े सन। शहादतां उन्होंने क्यों दित्तियां? साडे वास्ते दित्तियां।
ਔਰ ਸਾਡਾ ਘੱਟੋ ਘੱਟ ਇਸ ਤੋਂ ਅਗਲੇਰੇ ਫਰਜ਼ਾਂ ਤੋਂ ਪਹਿਲਾਂ ਇਹ ਫਰਜ਼ ਤਾਂ ਬਣਦਾ ਹੈ ਨਾ ਵੀ ਉਹਨਾਂ ਦੀ ਮਹਿਮਾ ਅਸੀਂ ਸੁਣ ਸਕੀਏ ਔਰ ਚਾਅ ਦੇ ਨਾਲ ਸੁਣ ਸਕੀਏ। ਜਿਵੇਂ ਜਦੋਂ ਦਰਬਾਰ ਸਾਹਿਬ ਜਾਈਦਾ ਹੁੰਦਾ ਹੈ ਤੇ ਅਕਸਰ ਸਾਡੇ ਵਿਦਵਾਨਾਂ ਨੇ ਬੜਾ ਸੋਹਣਾ ਕਿਤਾਬਾਂ ਦੇ ਵਿੱਚ ਲਿਖਿਆ ਵੀ ਜਦੋਂ ਦਰਬਾਰ ਸਾਹਿਬ ਜਾਓ ਗੱਲਾਂ ਨਾ ਕਰਿਆ ਕਰੋ ਪਰਿਕਰਮਾ ਦੇ ਵਿੱਚ, ਕਿਉਂਕਿ ਜਦੋਂ ਤੁਰਦੇ ਹੋ ਇੰਨੇ ਅਦਬ ਨਾਲ ਤੁਰਿਓ, ਕਿਉਂਕਿ ਸਾਨੂੰ ਇਹ ਸਮਝ ਹੋਣੀ ਚਾਹੀਦੀ ਆ ਵੀ ਜਿੱਥੇ ਅਸੀਂ ਪੈਰ ਰੱਖ ਕੇ ਤੁਰ ਰਹੇ ਆ ਪਤਾ ਨਹੀਂ ਕਿੰਨੇ ਹੀ ਅਣਗਿਣਤ ਸ਼ਹੀਦਾਂ ਦੀਆਂ ਲਾਸ਼ਾਂ ਉੱਥੇ ਦੱਬੀਆਂ ਹੋਈਆਂ, ਅਣਗਿਣਤ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਔਰ ਇਹੀ ਗੱਲ ਅਸੀਂ ਇਹ ਸ਼ਹਾਦਤਾਂ ਭਰੇ ਸਮਾਗਮ ਆਰੰਭ ਕਰਨ ਤੋਂ ਪਹਿਲਾਂ ਅਕਸਰ ਬੇਨਤੀ ਕਰਦੇ ਹੁੰਦੇ ਆ ਸਤ ਸੰਗਤ ਕਿ ਇੰਨਾ ਜੁੜ ਕੇ ਔਰ ਇੰਨਾ ਟਿਕ ਕੇ ਸੁਣੀਏ ਸਤ ਸੰਗਤ, ਕਿਉਂਕਿ ਜਦੋਂ ਸਾਡੇ ਤੇ ਦੁੱਖ ਬਣਦਾ ਹੈ ਅਸੀਂ ਆਪਣੇ ਘਰ ਦੇ ਵਿੱਚ ਹੋਈ ਥੋੜੀ ਜੀ ਮੁਸ਼ਕਲ ਨੂੰ ਕਿਸੇ ਨੂੰ ਦੱਸਦੇ ਆ, ਅਗਲਾ ਧਿਆਨ ਨਹੀਂ ਦਿੰਦਾ, ਅਗਲਾ ਅੱਗੋਂ ਆਪਦੀਆਂ ਗੱਲਾਂ ਮਾਰਦਾ ਹੈ, ਸਾਡੇ ਹਿਰਦੇ ਤੇ ਚੋਟ ਪਹੁੰਚਦੀ ਵੀ ਮੈਂ ਇੰਨੀ ਸੀਰੀਅਸ ਗੱਲ ਦੱਸ ਰਿਹਾ ਤੈਨੂੰ ਕਦਰ ਨਹੀਂ। ਉਹ ਬੇਪਰਵਾਹ ਗੁਰਸਿੱਖ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਅਸੀਂ ਉਹਨਾਂ ਦੇ ਬੱਚੇ ਆ, ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਮਹਿਮਾ ਦੱਸੀਏ, ਪੂਰੀ ਦੁਨੀਆ ਦੇ ਸਾਹਮਣੇ ਉਹਨਾਂ ਦੀ ਮਹਿਮਾ ਲੈ ਕੇ ਆਈਏ। ਤੇ ਸਤ ਸੰਗਤ ਇੱਕ ਸਿੱਖ ਦੇ ਹਿਰਦੇ ਤੇ ਜ਼ਰੂਰ ਚੋਟ ਪਹੁੰਚੇਗੀ ਜਦੋਂ ਉਹਨਾਂ ਮਹਾਨ ਗੁਰਸਿੱਖਾਂ ਦੀ ਗੱਲ ਚੱਲ ਰਹੀ ਹੋਵੇ ਤੇ ਆਪਾਂ ਉਨੀ ਸੀਰੀਅਸਨੈਸ ਨਾ ਦਿਖਾਈਏ। ਇਸ ਕਰਕੇ ਸਤਿਗੁਰੂ ਰਹਿਮਤ ਕਰਨ, ਜਿੰਨੇ ਵੀ ਆਪਾਂ ਬੈਠੇ ਆ ਇਹ ਸਾਰੀ ਵਿਚਾਰ ਦੇ ਦੌਰਾਨ ਇੰਨਾ ਜੁੜਨਾ ਹੈ, ਇੰਨਾ ਜੁੜੀਏ ਸਤ ਸੰਗਤ ਕਿ ਸਾਡਾ ਹਿਰਦਾ ਸਤਿਗੁਰਾਂ ਦੇ ਚਰਨਾਂ ਤੱਕ ਪਹੁੰਚ ਜਾਵੇ। ਤੋ ਅੱਜ ਦੀ ਵਿਚਾਰ ਆਪਾਂ ਕਿਸ ਤਰ੍ਹਾਂ ਚਲਾਉਣੀ ਹੈ, ਮੇਰਾ ਅਕਸਰ ਇਹ ਸੁਭਾਅ ਹੈ ਵੀ ਮੈਂ ਪਹਿਲਾਂ ਭੂਮਿਕਾ ਦੱਸ ਦਿੰਦਾ ਹੁੰਦਾ, ਸਾਡੇ ਜ਼ਿਹਨ 'ਚ ਰਵੇ ਵੀ ਇਹ ਵਿਚਾਰ ਚੱਲੇਗੀ ਕਿਸ ਤਰ੍ਹਾਂ। ਤੋ ਅੱਜ ਕਿਉਂਕਿ ਭਾਈ ਸਾਹਿਬ ਜੀ ਨੇ ਦੇਖੋ ਕਿੰਨਾ ਵਧੀਆ ਉਪਰਾਲਾ ਕੀਤਾ, ਕਹਿੰਦੇ ਅਸੀਂ ਖਾਸ ਕਰਕੇ 2 ਦਿਨ ਦਾ ਸਮਾਗਮ ਕਰ ਰਹੇ ਹਾਂ ਵੀ ਜਿੰਨੀ ਖੁੱਲ੍ਹ ਕੇ ਵਿਚਾਰ ਹੋ ਸਕੇ ਉਨਾ ਹੀ ਚੰਗਾ, ਵੀ ਇਤਿਹਾਸ ਦਾ ਕੋਈ ਪੱਖ ਰਹਿ ਨਾ ਜਾਵੇ। ਤੇ ਆਪਾਂ ਅਕਸਰ ਵੇਖਦੇ ਆ ਵੀ ਜਦੋਂ ਵੀ ਸ਼ਹੀਦੀਆਂ ਦੀ ਗੱਲ ਹੁੰਦੀ ਆ ਅਕਸਰ ਸਿੱਧੀ ਸ਼ਹੀਦੀ ਤੋਂ ਗੱਲ ਸ਼ੁਰੂ ਕਰ ਲਈ ਜਾਂਦੀ ਆ, ਪਰ ਉਸ ਸ਼ਹੀਦੀ ਦੇ ਪਿੱਛੇ ਕਿੰਨਾ ਕੁਝ ਲੁਕਿਆ ਹੋਇਆ ਸਾਨੂੰ ਉਹ ਸਮਝਣਾ ਵੀ ਅਤਿਅੰਤ ਜ਼ਰੂਰੀ ਹੈ। ਆ ਸੋਹਣੇ ਮਕਾਨਾਂ ਦੀ ਸੋਭਾ ਉਹਦੀ ਨੀਂਹ ਕਰਕੇ ਹੁੰਦੀ ਆ, ਨੀਂਹ ਨਹੀਂ ਤੇ ਵੱਡੇ ਵੱਡੇ ਮਕਾਨ ਵੀ ਖੜ ਨਹੀਂ ਸਕਦੇ ਸਾਧ ਸੰਗਤ। ਜੜ੍ਹਾਂ ਭਾਵੇਂ ਧਰਤੀ ਵਿੱਚ ਲੁਕੀਆਂ ਪਰ ਉਹ ਰੁੱਖ ਦੀ ਸੁੰਦਰਤਾ ਉਹਨਾਂ ਜੜ੍ਹਾਂ ਕਰਕੇ ਹੀ ਹੈ ਸਾਧ ਸੰਗਤ। ਉਹ ਸ਼ਹਾਦਤਾਂ ਤੱਕ ਪਹੁੰਚੀ ਕਿਵੇਂ, ਉਹ ਸ਼ਹਾਦਤਾਂ ਦੇ ਕਾਰਨ ਕੀ ਬਣੇ, ਉਹ ਸਾਰਾ ਆਪਾਂ ਫਿਰ ਪਿੱਛੋਂ ਇੱਕ ਪਿਛੋਕੜ ਲਿਆ ਕੇ ਉਹ ਵਿਚਾਰ ਜਿਹੜੀ ਆਪਾਂ ਸ਼ਹੀਦੀਆਂ ਤੱਕ ਲੈ ਕੇ ਜਾਣੀ ਹੈ ਔਰ ਗੁਰਬਾਣੀ ਦੇ ਵਿੱਚੋਂ ਆਪਾਂ ਇਹ ਸਿਧਾਂਤ ਸਮਝਣੇ ਆ। ਤੋ ਆਓ ਜਿੰਨੇ ਵੀ ਆਪਾਂ ਜੁੜ ਬੈਠੇ ਆ ਬੜਾ ਟਿਕਾ ਬਖਸ਼ ਕੇ ਸੁਰਤ ਸਤਿਗੁਰਾਂ ਦੇ ਚਰਨਾਂ ਵਿੱਚ ਜੋੜ ਕੇ ਆਓ ਸਾਰੇ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਹਾਂ ਸਤ ਸੰਗਤ, ਤੁਸੀਂ ਵੇਖੋ ਆਮ ਤੌਰ ਤੇ ਮੋਟੇ ਰੂਪ ਦੇ ਵਿੱਚ ਇਹ ਦੁਨੀਆ ਨੂੰ ਸਤਿਗੁਰੂ ਜੀ ਦੀ ਬਾਣੀ ਨੇ 2 ਭਾਗਾਂ 'ਚ ਵੰਡਿਆ। ਸ਼ਬਦ ਪੜ੍ਹਦੇ ਆ, ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਥੋੜੀ ਜੀ ਭੂਮਿਕਾ ਆਪਾਂ ਗੁਰਬਾਣੀ 'ਚੋਂ ਲੈਣੀ ਹੈ ਕਿਉਂਕਿ ਗੁਰਬਾਣੀ ਹੀ ਸਾਡਾ ਆਸਰਾ ਹੈ, ਗੁਰਬਾਣੀ ਸਾਡਾ ਸਭ ਕੁਝ ਹੈ ਔਰ ਜੋ ਵੀ ਕੁਝ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਾਨੂੰ ਫਿੱਟ ਬੈਠਦਾ ਹੈ ਅਸੀਂ ਉਹੀ ਪ੍ਰਚਾਰ ਸਕਦੇ ਹਾਂ ਔਰ ਜੋ ਕੁਝ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਨਹੀਂ ਆਉਂਦਾ ਸਾਨੂੰ ਉਹ ਛੱਡਣਾ ਪੈਣਾ ਹੈ, ਕਿਉਂਕਿ ਗੁਰਬਾਣੀ ਸਾਡੀ ਕਸਵੱਟੀ ਹੈ, ਗੁਰਬਾਣੀ ਹੀ ਭੂਮਿਕਾ ਹੋ ਸਕਦੀ ਹੈ। ਸਤਿਗੁਰੂ ਜੀ ਕਹਿੰਦੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਵਾਹਿਗੁਰੂ ਜੀ ਨੇ ਇਸ ਕੁਦਰਤ ਨੂੰ ਸਿਰਜਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ। ਇਸ ਕੁਦਰਤ ਨੂੰ ਸਿਰਜਿਆ ਤੇ ਵੇਖੋ ਪਰਮਾਤਮਾ ਦਾ ਬਿਰਧ, ਉਸ ਪਰਮਾਤਮਾ ਨੇ ਇਸ ਸੰਸਾਰ ਰੂਪੀ ਪੌਦੇ ਨੂੰ ਮਹਾਰਾਜ ਕਹਿੰਦੇ ਦੋਨੋਂ ਫਲ ਲਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਸ ਸੰਸਾਰ ਰੂਪੀ ਪੌਦੇ ਨੂੰ ਸਤਿਗੁਰੂ ਜੀ ਨੇ ਪਰਮਾਤਮਾ ਨੇ ਅੰਮ੍ਰਿਤ ਵੀ ਲਾਇਆ ਔਰ ਜ਼ਹਿਰ ਵੀ ਲਾਇਆ। ਇਹ ਵੱਖਰੀ ਗੱਲ ਹੈ ਸਾਧ ਸੰਗਤ ਵੀ ਇਸ ਸੰਸਾਰ ਦੇ ਵਿੱਚ ਜ਼ਹਿਰ ਭਰੇ ਸੁਭਾਵਾਂ ਵਾਲੇ ਬਹੁਤਾਤ 'ਚ ਮਿਲਦੇ ਨੇ ਔਰ ਜਿਹੜੇ ਰੰਗ ਰਤੜੇ ਹੁੰਦੇ ਨੇ ਉਹਨਾਂ ਬਾਰੇ ਸਤਿਗੁਰੂ ਜੀ ਕਹਿੰਦੇ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ। ਸੰਸਾਰ ਉਹ ਵਿਰਲੇ ਹੀ ਹੁੰਦੇ ਨੇ ਔਰ ਸੰਸਾਰ ਜ਼ਿਆਦਾਤਰ ਇਹ ਮਨਮੁਖਾਂ ਨਾਲ ਭਰਿਆ ਹੋਇਆ। ਪਰ ਯਾਦ ਰੱਖੀਏ ਸਾਧ ਸੰਗਤ ਸਭ ਇਕੱਠੇ ਹੋਏ ਆਇਆ
ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਮਨਮੁਖ ਬਿਰਤੀ ਵਾਲੇ ਜਨਮ ਹਾਰ ਕੇ ਜਾਂਦੇ ਨੇ, ਔਰ ਗੁਰਸਿੱਖ ਉਹਨਾਂ ਦੀ ਉਮਰਾਂ ਭਾਵੇਂ ਥੋੜੀਆਂ ਵੀ ਕਿਉਂ ਨਾ ਹੋਣ, ਉਹ ਜ਼ਿੰਦਗੀ ਨੂੰ ਜਿੱਤ ਕੇ ਜਾਂਦੇ। ਅੱਜ ਦੀ ਭੂਮਿਕਾ ਮੈਂ ਇੱਥੋਂ ਆਰੰਭਣੀ ਚਾਹੁੰਦਾ ਹੈ ਸਾਧ ਸੰਗਤ। ਆਮ ਤੌਰ ਤੇ ਮਨੁੱਖ ਜਿਹੜਾ ਹੈ ਨਾ ਸਾਧ ਸੰਗਤ, ਇਹ ਦੁਨਿਆਵੀ ਪਦਾਰਥਾਂ ਨੂੰ ਬਹੁਤ ਕੁਝ ਸਮਝਦਾ ਹੈ, ਪਰ ਮੈਂ ਹੈਰਾਨ ਹੁੰਦਾ ਅੱਜ ਕੱਲ ਸਾਡੇ ਪੰਥ ਵਿੱਚ, ਕੌਮ ਵਿੱਚ ਵੀ ਇਹ ਗੱਲਾਂ ਚੱਲ ਪਈਆਂ, ਮਾਫ ਕਰਿਓ, ਉਹ ਵਿਰਲੇ ਜਨ ਹੁੰਦੇ ਨੇ, ਵਿਰਲੇ ਗੁਰਮੁਖ ਹੁੰਦੇ ਨੇ ਜਿਹੜੇ ਗੁਰਮੁਖਾਂ ਦੀ ਕਦਰ ਉਹਨਾਂ ਦੀ ਸਿੱਖੀ ਕਰਕੇ ਕਰਦੇ ਨੇ। ਪਰ ਬਹੁਤਾਤ ਦੇ ਵਿੱਚ ਅੱਜ ਜਿਹੜਾ ਸਤਿਕਾਰ ਨਾ ਪੈਸੇ ਕਰਕੇ ਹੋਣਾ ਸ਼ੁਰੂ ਹੋ ਗਿਆ। ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ, ਹੁਣ ਤੁਸੀਂ ਦੇਖੋ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਨੂੰ ਯਾਦ ਕਰ ਰਹੇ ਆ। ਕਿਉਂ ਕਰ ਰਹੇ ਆ? ਕੀ ਉਹਨਾਂ ਨੇ ਕੋਈ ਵੱਡੀਆਂ ਕੋਠੀਆਂ ਪਾ ਲਈਆਂ ਸੀ ਤਾਂ ਯਾਦ ਕਰ ਰਹੇ ਆ? ਕੀ ਉਹਨਾਂ ਦੇ ਦੁਨਿਆਵੀ ਤੌਰ ਤੇ ਕੋਈ ਬੜੀਆਂ ਵੱਡੀਆਂ ਨੌਕਰੀਆਂ ਸੀ ਤਾਂ ਯਾਦ ਕਰ ਰਹੇ ਆ? ਉਹ ਸਾਰਾ ਕੁਝ ਵਾਹਿਗੁਰੂ ਜੀ ਬਖਸ਼ ਦੇਵੇ, ਮੁਬਾਰਕ ਹੈ, ਪਰ ਉਹਨਾਂ ਮਹਾਨ ਗੁਰਸਿੱਖਾਂ ਨੂੰ ਇਸ ਕਰਕੇ ਯਾਦ ਕਰਦੇ ਆ, ਭਾਵੇਂ ਉਹਨਾਂ ਕੋਲ ਰਹਿਣ ਖਾਣ ਪੀਣ ਦੀ ਜਿੰਨੀ ਮਰਜ਼ੀ ਤੰਗੀ ਹੋਵੇ, ਪਰ ਆਰੇ ਝੱਲ ਕੇ ਵੀ ਉਹਨਾਂ ਨੇ ਗੁਰੂ ਦੀ ਸਿੱਖੀ ਨੂੰ ਕਮਾਉਣ ਦੇ ਵਿੱਚ ਪਹਿਲ ਦਿੱਤੀ। ਸਿੱਖੀ ਛੱਡ ਕੇ ਉਹਨਾਂ ਨੇ ਪਦਾਰਥ ਇਕੱਠੇ ਕਰਨ ਨੂੰ ਪਹਿਲ ਨਹੀਂ ਦਿੱਤੀ ਸਾਧ ਸੰਗਤ। ਇਸ ਕਰਕੇ ਉਹਨਾਂ ਨੂੰ ਆਪਾਂ ਯਾਦ ਕਰਦੇ ਪਏ। ਮਨੁੱਖ ਦੀ ਮਹਾਨਤਾ ਉਹਦੇ ਗੁਣਾ ਕਰਕੇ ਹੁੰਦੀ ਹੈ। ਨਹੀਂ ਤੇ ਮਹਾਰਾਜ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ। ਆਮ ਤੌਰ ਤੇ ਜਿੰਨਾ ਸਤਿਕਾਰ ਦਿੱਤਾ ਜਾ ਰਿਹਾ ਪਦਾਰਥਾਂ ਨੂੰ ਦਿੱਤਾ ਜਾ ਰਿਹਾ। ਜਦੋਂ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ ਆ, ਮਹਾਰਾਜ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਹੁਣ ਆਮ ਤੌਰ ਤੇ ਤੁਸੀਂ ਦੇਖੋ ਅਸੀਂ ਕਿਹਨੂੰ ਸਭ ਕੁਝ ਸਮਝਦੇ ਆ। ਜੇ ਕੋਈ ਮਨੁੱਖ ਬੜੀ ਵੱਡੀ ਉਮਰ ਵਾਲਾ ਹੋਵੇ ਨਾ, ਅਸੀਂ ਸੋਚਦੇ ਵੀ ਇਹ ਬੜੀਆਂ ਮੱਲਾਂ ਮਾਰ ਕੇ ਗਿਆ। ਆ ਤੁਸੀਂ ਆਪਣੇ ਪਿੰਡਾਂ ਵਿੱਚ ਹੀ ਦੇਖ ਲਿਆ ਕਰੋ, ਜਦੋਂ ਕੋਈ ਬਜ਼ੁਰਗ ਬੜੀ ਵੱਡੀ ਉਮਰ ਲੈ ਕੇ ਪੁੱਤ ਪੋਤਰਿਆਂ ਵਾਲਾ ਹੋ ਕੇ ਚਲਾਣਾ ਕਰਦਾ ਹੈ ਨਾ, ਆਪਾਂ ਅਕਸਰ ਦੇਖਦੇ ਲੋਕੀ ਜਲੇਬੀਆਂ ਬਣਾਉਂਦੇ, ਗੁਲਾਬ ਜਾਮਨ ਬਣਾਉਂਦੇ ਆ। ਤੇ ਇੱਕ ਵਾਰੀ ਪੁੱਛ ਲਿਆ ਵੀ ਭਾਈ ਕੀਤਾ ਬਜ਼ੁਰਗ ਚਲਾਣਾ ਹੈ ਤੇ ਅਸੀਂ ਜਲੇਬੀਆਂ ਬਣਾ ਰਹੇ ਹਾਂ, ਤੇ ਅੱਗੋਂ ਜਵਾਬ ਦਿੰਦਾ ਵੀ ਇਸ ਕਰਕੇ ਮਠਿਆਈਆਂ ਵੰਡ ਰਹੇ ਆ ਕਿਉਂਕਿ ਪੁੱਤ ਪੋਤਰਿਆਂ ਵਾਲਾ ਹੋ ਕੇ ਗਿਆ ਹੈ। ਹੁਣ ਇਹਦਾ ਮਤਲਬ ਵੀ ਵੱਡੀ ਉਮਰ ਲੈਣ ਨੂੰ ਅਸੀਂ ਬੜਾ ਕੁਝ ਸਮਝਦੇ ਆ, ਪਰ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਭਾਈ ਮੰਨ ਲਓ ਤੂੰ ਤਾਂ 90-100 ਸਾਲ ਦੀ ਉਮਰ ਹੋ ਜਾਵੇ, ਮਾਣ ਕਰੀ ਜਾਂਦਾ ਹੈ। ਮੰਨ ਲਓ ਕਿਸੇ ਦੀ ਉਮਰ 4 ਜੁੱਗਾ ਜਿੰਨੀ ਹੋ ਜਾਵੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ ਤੇ ਉਹਦੇ ਤੋਂ ਵੀ 10 ਗੁਣਾ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ। ਤੇ ਆਮ ਤੌਰ ਤੇ ਸਾਡੇ ਪਿੱਛੇ ਇੱਕ ਪਿੰਡ ਚੱਲਦਾ ਹੋਵੇ, ਸ਼ਹਿਰ ਦੇ ਵਿੱਚ ਸਾਡਾ ਨਾਮ ਹੋਵੇ, ਅਸੀਂ ਉਹਨੂੰ ਬੜੀ ਤਰੱਕੀ ਸਮਝ ਲੈਂਦੇ ਆ। ਮਹਾਰਾਜ ਕਹਿੰਦੇ ਇੱਕ ਸ਼ਹਿਰ ਛੱਡੋ, ਇੱਕ ਜ਼ਿਲ੍ਹਾ ਛੱਡੋ, ਇੱਕ ਦੇਸ਼ ਛੱਡੋ। ਮਹਾਰਾਜ ਕਹਿੰਦੇ ਧਰਤੀ ਦੇ 9 ਹਿੱਸੇ ਹੁੰਦੇ ਨੇ, 9 ਕੰਟੀਨੈਂਟਸ। ਇਹਨਾਂ 9 ਹਿੱਸਿਆਂ ਤੇ ਵੀ ਤੇਰਾ ਨਾਮ ਚੱਲਦਾ ਹੋਵੇ ਤੇ ਇਹ ਨਾ ਸੋਚ ਬੈਠੀ ਮੈਂ ਬੜੀਆਂ ਵੱਡੀਆਂ ਮੱਲਾਂ ਮਾਰਨੀਆਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਕੀ ਹੋਇਆ ਤੇਰੀ ਉਮਰ ਇੰਨੀ ਲੰਬੀ ਹੋ ਗਈ, ਕੀ ਹੋਇਆ ਪੂਰੀ ਦੁਨੀਆ ਦੇ ਵਿੱਚ ਤੇਰਾ ਨਾਮ ਚੱਲਦਾ ਹੈ, ਕੀ ਹੋਇਆ ਇੰਨੇ ਲੋਕ ਤੇਰੇ ਪਿੱਛੇ ਚੱਲਦੇ ਨੇ। ਪਰ ਮਹਾਰਾਜ ਕਹਿੰਦੇ ਜੇ ਤੂੰ ਉਸ ਵਾਹਿਗੁਰੂ ਜੀ ਦੀ ਮਿਹਰ ਭਰੀ ਨਜ਼ਰ ਵਿੱਚ ਨਹੀਂ ਆਇਆ ਤਾਂ ਤੂੰ ਗੰਦਗੀ ਦਾ ਕੀੜਾ ਹੈ। ਇਸ ਤੋਂ ਵੱਧ ਕੇ ਕੁਝ ਵੀ ਨਹੀਂ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਜਾਂ ਆਪਾਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹਾਂ, ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ। ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ। ਸੋ ਪ੍ਰਭ ਚੇਤ ਨ ਆਵਈ ਬਿਸਟਾ ਕੇ ਕੀਰੇ। ਗੁਰੂ ਸਾਹਿਬ ਦਾ ਬਚਨ ਪੜ੍ਹਦੇ ਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵਾਂ ਦੱਦਾ ਹੁਆ ਸੁਆਹ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਅਸੀਂ ਦੇਖੋ ਇਹ ਸਮਾਗਮ ਆਏ ਸਾਲ ਮਨਾਉਂਦੇ ਆ ਸਾਧ ਸੰਗਤ, ਔਰ ਅਕਸਰ ਆਪਾਂ ਇੱਕ ਬੇਨਤੀ ਕਰਦੇ ਹੁੰਨੇ ਆ, ਐਨਾਲਿਸਿਸ ਕਰਿਆ ਕਰੋ, ਘੋਖਿਆ ਕਰੋ ਮੈਂ ਕਿੱਥੇ ਸੀ ਔਰ ਅੱਜ ਕਿੱਥੇ ਆ।
ਇੱਕ ਮਨਮੁਖ ਬੰਦੇ ਦਾ ਜੀਵਨ ਕਿਸ ਤਰ੍ਹਾਂ ਗੁਜ਼ਰਦਾ ਹੈ, ਜੰਮਦਾ ਹੈ। ਮਹਾਰਾਜ ਕਹਿੰਦੇ ਜੰਮਦਿਆਂ ਉਹਨੂੰ ਮਾਂ ਦੇ ਦੁੱਧ ਨਾਲ ਪ੍ਰੇਮ ਪੈ ਜਾਂਦਾ ਹੈ, ਵੱਡਾ ਹੋਇਆ ਮਾਤਾ ਪਿਤਾ ਨਾਲ ਪ੍ਰੇਮ ਪੈ ਜਾਂਦਾ ਹੈ, ਉਸ ਤੋਂ ਵੱਡਾ ਹੋਇਆ ਆਪਣੇ ਭੈਣ ਭਰਾਵਾਂ ਦੇ ਨਾਲ ਮੋਹ ਪਿਆ, ਫਿਰ ਦੋਸਤਾਂ ਮਿੱਤਰਾਂ ਨਾਲ ਮੋਹ ਪਿਆ, ਫਿਰ ਇਸਤਰੀ ਨਾਲ ਮੋਹ ਪੈਂਦਾ ਹੈ, ਬੱਚਿਆਂ ਦੇ ਨਾਲ ਪਿਆਰ ਪਾਉਂਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਕੇ ਬੁੱਢਾ ਹੁੰਦਾ ਹੈ। ਹੁਣ ਇਹਨੂੰ ਖਿਝ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਜ਼ਿੰਦਗੀ ਕਦੀ ਪਰਿਵਾਰ ਨਾਲ ਮੋਹ ਪਾਇਆ, ਪਦਾਰਥਾਂ ਨਾਲ ਮੋਹ ਪਾਇਆ, ਇਸਤਰੀ ਨਾਲ ਮੋਹ ਪਾਇਆ, ਬੱਚੇ ਨਾਲ ਮੋਹ ਪਾਇਆ। ਮਹਾਰਾਜ ਕਹਿੰਦੇ ਹਰ ਕਿਸੇ ਨਾਲ ਮੋਹ ਪਾ ਲਿਆ। ਜੇ ਕੁਝ ਚੇਤੇ ਨਹੀਂ ਕੀਤਾ ਤੇ ਇੱਕ ਵਾਹਿਗੁਰੂ ਚੇਤੇ ਨਹੀਂ ਕੀਤਾ ਤੇ ਇਹੋ ਜਿਹਾ ਮਨੁੱਖ ਮਹਾਰਾਜ ਕਹਿੰਦੇ ਜਦੋਂ ਚਲਾਣਾ ਕਰਦਾ ਹੈ ਨਾ, ਚਾਰ ਜਾਣੇ ਇਹਨੂੰ ਚੱਕ ਕੇ ਸਿਵਿਆਂ 'ਚ ਸਾੜ ਕੇ ਸਵਾਹ ਕਰਕੇ ਆ ਜਾਂਦੇ ਨੇ। ਜ਼ਿੰਦਗੀ 'ਚ ਕੁਝ ਖੱਟ ਕੇ ਨਹੀਂ ਜਾਂਦਾ। ਐਡੀਆਂ ਉਮਰਾਂ ਲੈ ਕੇ ਵੀ ਲੋਕ ਡੁੱਬਦੇ ਜਾ ਰਹੇ ਨੇ, ਪਰ ਮਹਾਨ ਨੇ ਉਹ ਗੁਰਸਿੱਖ। ਉਮਰਾਂ ਭਾਵੇਂ ਜਵਾਨੀ ਤੱਕ ਦੀਆਂ ਹੰਢਾ ਕੇ ਗਏ, ਉਮਰਾਂ ਓਨੀਆਂ ਲੰਬੀਆਂ ਨਹੀਂ ਹੋਈਆਂ, ਪਰ ਉਹਨਾਂ ਦੇ ਆਰੇ ਵੀ ਪ੍ਰਵਾਨ ਹੋ ਗਏ, ਉਹਨਾਂ ਦੀਆਂ ਰੰਬੀਆਂ ਵੀ ਪ੍ਰਵਾਨ ਹੋ ਗਏ। ਜਦੋਂ ਹੁਣ ਅਸੀਂ ਉਹਨਾਂ ਮਹਾਨ ਗੁਰਸਿੱਖਾਂ ਨੂੰ ਯਾਦ ਕਰਦੇ ਹਾਂ ਸਾਧ ਸੰਗਤ, ਹੁਣ ਤੁਸੀਂ ਦੇਖੋ ਸਾਧ ਸੰਗਤ, ਇਹ ਸ਼ਹੀਦੀ ਐਵੇਂ ਹੀ ਨਹੀਂ ਹੋ ਗਈ, ਇਹਦੇ ਪਿੱਛੇ ਇੱਕ ਬੜਾ ਵੱਡਾ ਪਿਛੋਕੜ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਹੁੰਦਾ ਹੈ। ਔਰ ਥੋੜੀਆਂ ਜਿਹੀ ਇੱਥੋਂ ਸਿੱਖਿਆਵਾਂ ਲੈਣੀਆਂ ਅਤਿਅੰਤ ਜ਼ਰੂਰੀ ਹੈ, ਕਿਉਂਕਿ ਜਦੋਂ ਕੋਈ ਸੀਸ ਕਲਮ ਕਰਾ ਰਿਹਾ ਹੈ ਨਾ, ਉਹ ਸੰਸਕਾਰ ਉਸੇ ਵੇਲੇ ਨਹੀਂ ਆਏ ਹੁੰਦੇ, ਉਹਦੇ ਪਿੱਛੇ ਇੱਕ ਬੜਾ ਵੱਡਾ ਪਿਛੋਕੜ ਹੁੰਦਾ ਹੈ। ਹੁਣ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਬਚਪਨ ਵੇਖਦੇ ਆ ਨਾ ਸਾਧ ਸੰਗਤ, ਤੇ ਮਨ ਵਿਸਮਾਦ ਕਹਿ ਉੱਠਦਾ ਹੈ। ਆਪ ਜੀ ਦਾ ਪ੍ਰਕਾਸ਼ ਹੋਇਆ ਤੇ ਪਰਿਵਾਰ ਦੇ ਵੱਲੋਂ ਸੰਸਕਾਰ ਵੇਖੋ ਕਿਵੇਂ ਦੇ ਮਿਲੇ ਆ। ਆਪ ਜੀ ਜਦ ਜਿਸ ਵਕਤ ਪ੍ਰਕਾਸ਼ ਹੁੰਦਾ ਹੈ, ਉਸ ਵਕਤ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਧ ਸੰਗਤ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ। ਕੁਝ ਮੇਵੜੇ ਸੇਵਾਦਾਰ ਆਪ ਜੀ ਦੇ ਪ੍ਰਕਾਸ਼ ਦੀ ਖਬਰ ਲੈ ਕੇ ਸਤਿਗੁਰਾਂ ਜੀ ਤੱਕ ਪਹੁੰਚਦੇ ਨੇ ਤੇ ਬੇਨਤੀ ਕਰਦੇ ਵੀ ਪਾਤਸ਼ਾਹ ਜੀ, ਆਪ ਜੀ ਦੇ ਗ੍ਰਹਿ ਵਿਖੇ 5ਵੇਂ ਸੁੱਤ ਨੇ ਪ੍ਰਕਾਸ਼ ਧਾਰਿਆ ਹੈ, ਕਿਰਪਾ ਕਰਕੇ ਚੱਲੋ। ਤੇ ਸਤਿਗੁਰੂ ਜਵਾਬ ਦਿੰਦੇ, ਨਹੀਂ, ਹਜੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ, ਹਜੇ ਨਹੀਂ ਜਾਣਾ, ਭੋਗ ਪੈਣ ਤੋਂ ਬਾਅਦ ਜਾਵਾਂਗੇ। ਤੇ ਮੇਰੇ ਮਨ ਨੂੰ ਇੱਥੋਂ ਸਮਝ ਪਈ ਕਿ ਆਮ ਤੌਰ ਤੇ ਅਸੀਂ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਹੋਈਏ ਨਾ, ਤੇ ਸਾਧ ਸੰਗਤ ਛੋਟੀ ਕੋਈ ਚੰਗੀ ਮਾੜੀ ਖਬਰ ਮਿਲ ਜਾਵੇ, ਮਾਫ ਕਰਿਓ, ਗੁਟਕਾ ਸਾਹਿਬ ਛੱਡ ਕੇ ਉੱਥੇ ਹੀ ਭੱਜਦੇ ਆ। ਪਰ ਮਹਾਨ ਨੇ ਮੇਰੇ ਸਤਿਗੁਰੂ ਆਪਣੀ ਇਸ ਕਰਨੀ ਤੋਂ ਸਿਖਾ ਦਿੱਤਾ, ਪੁੱਤਰ ਦੇ ਆਉਣ ਦੀ ਖਬਰ ਤੋਂ ਵੱਡੀ ਖਬਰ ਕੀ ਹੋ ਸਕਦੀ ਹੈ। ਮੇਵੜੇ ਆ ਕੇ ਖਬਰ ਦਿੰਦੇ ਆ, ਪਰ ਪਾਤਸ਼ਾਹ ਕਹਿੰਦੇ ਨਹੀਂ, ਹਜੇ ਨਹੀਂ ਉੱਠਣਾ। ਭੋਗ ਪਿਆ ਤੇ ਸਤਿਗੁਰੂ ਜੀ ਉੱਠ ਕੇ ਫਿਰ ਗੁਰੂ ਕੇ ਮਹਿਲ ਆਏ, ਔਰ ਆ ਕਰਕੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਆਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੱਥ ਜੋੜ ਕੇ ਸਿਰ ਝੁਕਾ ਕੇ ਨਮਸਕਾਰ ਕਰਦੇ ਨੇ। ਭਾਈ ਬਿਧੀ ਚੰਦ ਜੀ ਮੌਜੂਦ ਸੀ ਇੱਥੇ। ਆਪ ਜੀ ਨੇ ਸਤਿਗੁਰਾਂ ਨੂੰ ਪੁੱਛ ਲਿਆ, ਕਹਿਣ ਲੱਗੇ, ਪਾਤਸ਼ਾਹ ਪਹਿਲਾਂ ਵੀ ਆਪ ਜੀ ਦੇ ਗ੍ਰਹਿ ਵਿਖੇ 4 ਪੁੱਤਰ ਜਨਮ ਲੈ ਚੁੱਕੇ ਆ, ਪਰ ਆਪ ਜੀ ਨੇ ਉਹਨਾਂ ਨੂੰ ਸਿਰ ਨਹੀਂ ਝੁਕਾਇਆ, ਇਸ ਪੁੱਤਰ ਅੱਗੇ ਸਿਰ ਕਿਉਂ ਝੁਕਾਇਆ? ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਵੀ ਭਾਈ, ਇਹਨਾਂ ਨੂੰ ਮੈਂ ਸਿਰ ਇਸ ਕਰਕੇ ਝੁਕਾਇਆ ਹੈ ਕਿਉਂਕਿ ਇਹ ਕੋਈ ਆਮ ਮਨੁੱਖ ਨਹੀਂ। ਉੱਥੇ ਇਤਿਹਾਸ ਦੇ ਵਿੱਚ ਸ਼ਬਦ ਮਿਲਦਾ ਹੈ, ਦੀਨ ਰਛ ਸੰਕਟ ਹਰੈ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ, ਇਹ ਕੋਈ ਆਮ ਨਹੀਂ, ਇਹ ਤਾਂ ਦੀਨ ਦੁਨੀਆ ਦੀ ਰੱਖਿਆ ਕਰਨ ਵਾਸਤੇ ਆਇਆ ਹੈ। ਜਿਨ੍ਹਾਂ ਤੇ ਵੱਡੀ ਤੋਂ ਵੱਡੀ ਵਿਪਤਾ ਪੈ ਜਾਵੇਗੀ, ਉਹਨਾਂ ਨੂੰ ਹੌਸਲਾ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਿਲਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ, ਔਰ ਆਪ ਜੀ ਦਾ ਵੀ ਜਦੋਂ ਜੀਵਨ ਦੇਖਦੇ ਆ ਨਾ, ਅੱਗੇ ਜਾ ਕੇ ਸਿਰ ਕੁਰਬਾਨ ਕੀਤਾ ਹੈ। ਪਰ ਇਹ ਨਹੀਂ ਵੀ ਜੇ ਬਚਪਨ ਦੇ ਵਿੱਚ ਜਿਵੇਂ ਦਾ ਮੌਕਾ ਮਿਲਦਾ ਉਵੇਂ ਦੀ ਕੁਰਬਾਨੀ ਦਿੰਦੇ ਰਹੇ ਆ ਸਾਧ ਸੰਗਤ। ਛੋਟੀ ਜੀ ਉਮਰ ਹੈ, ਔਰ ਇਤਿਹਾਸ ਦੇ ਵਿੱਚ ਸਾਖੀ ਮਿਲਦੀ ਹੈ ਕਿ ਆਪ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋ ਰਿਹਾ। ਆਨੰਦ ਕਾਰਜ ਹੋਇਆ ਤੇ ਜੰਝ ਚੜ੍ਹਦੀ ਹੈ। ਮਾਤਾ ਨਾਨਕੀ ਜੀ ਆਪ ਜੀ ਨੂੰ ਸੁੰਦਰ ਪਹਿਚਾਨ, ਸੋਹਣੇ ਕੱਪੜੇ ਪਹਿਨਾਉਂਦੇ ਨੇ, ਤਿਆਰ ਕਰਦੇ ਨੇ, ਔਰ ਆਪ ਜੀ ਤਿਆਰ ਕਰਕੇ ਜਦੋਂ ਜੰਝ ਦੇ ਨਾਲ ਜਾਣ ਲੱਗਦੇ ਆ ਨਾ, ਤੇ ਆਪ ਜੀ ਦੀ ਨਜ਼ਰ ਇੱਕ ਉਸ ਬਾਲਕ ਤੇ ਜਾਂਦੀ ਆ ਜਿਹੜਾ ਠੰਡ ਕਰਕੇ ਕੰਬ ਰਿਹਾ। ਤਨ ਤੇ ਸੋਹਣੇ ਕੱਪੜੇ ਨਹੀਂ, ਠੰਡ ਕਰਕੇ ਕੰਬ ਰਿਹਾ,
ਔਰ ਆਪ ਜੀ ਉਸੇ ਵਕਤ ਦੌੜ ਕੇ ਉਸ ਬਾਲਕ ਦੇ ਕੋਲ ਗਏ, ਆਪਣੇ ਕੱਪੜੇ ਉਤਾਰ ਕੇ ਉਸ ਬਾਲਕ ਨੂੰ ਪਹਿਨਾ ਦਿੱਤੇ। ਵਾਪਸ ਆਏ, ਮਾਤਾ ਜੀ ਨੇ ਪੁੱਛ ਲਿਆ, ਪੁੱਤਰ ਜੀ ਕੀ ਹੋਇਆ, ਤੁਹਾਡੇ ਕੱਪੜੇ ਕਿੱਥੇ ਗਏ? ਮੈਂ ਤਾਂ ਇੰਨਾ ਸੋਹਣਾ ਤਿਆਰ ਕੀਤਾ ਸੀ, ਵਿਆਹ ਤੇ ਜਾਣਾ ਸੀ। ਤੇ ਸਤਿਗੁਰੂ ਜੀ ਕਹਿਣ ਲੱਗੇ, ਮਾਈ ਉਹ ਪਿੱਛੇ ਇੱਕ ਬੱਚਾ ਕੰਬ ਰਿਹਾ ਸੀ ਔਰ ਉਹਨੂੰ ਕੰਬਦਿਆਂ ਮੈਂ ਦੇਖ ਨਹੀਂ ਸੀ ਸਕਦਾ, ਇਸ ਕਰਕੇ ਆਪਣੇ ਕੱਪੜੇ ਉਹਨੂੰ ਪਹਿਨਾ ਕੇ ਆ ਗਿਆ ਹਾਂ। ਤੇ ਅੱਗੋਂ ਮਾਈ ਕਹਿਣ ਲੱਗੀ, ਪੁੱਤ ਫਿਰ ਤੂੰ ਕੀ ਪਾਉਣਾ ਸੀ? ਤੇ ਸਤਿਗੁਰੂ ਜੀ ਕਹਿਣ ਲੱਗੇ, ਮਾਈ ਮੇਰੇ ਕੋਲ ਕੱਪੜੇ ਨਹੀਂ ਹੋਣਗੇ, ਤੁਸੀਂ ਮੈਨੂੰ ਹੋਰ ਦੇ ਦਿਓਗੇ, ਉਸ ਬੱਚੇ ਨੂੰ ਹੋਰ ਕਿੰਨੇ ਲੈ ਕੇ ਦੇਣੇ ਸੀ? ਤੇ ਇਹ ਪੜ੍ਹ ਕੇ ਮੇਰੇ ਮਨ ਵਿੱਚ ਆਈ, ਸਤ ਸੰਗਤ ਅੱਜ ਲੋੜ ਪਈ, ਕਿਸੇ ਨੂੰ ਕੱਪੜਿਆਂ ਦੀ ਲੋੜ ਪਈ ਤੇ ਆਪਣੀ ਪੋਸ਼ਾਕ ਲਾ ਕੇ ਦੇ ਦਿੱਤੀ। ਤੇ ਸਤ ਸੰਗਤ ਕਦੀ ਸਮਾਂ ਬਣਿਆ, ਲੋੜ ਪਈ ਤੇ ਆਪਣਾ ਸਿਰ ਵੀ ਦੂਜਿਆਂ ਵਾਸਤੇ ਕੁਰਬਾਨ ਕਰ ਦਿੱਤਾ। ਇਸੇ ਕਰਕੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਜਦੋਂ ਪੜ੍ਹਦੇ ਹਾਂ ਨਾ, ਆ ਥੋੜੇ ਜਿਹੇ ਦੋ ਗੱਲਾਂ ਬੜੀਆਂ ਧਿਆਨ ਦੇ ਕੇ ਸੁਣਿਓ। ਗੁਰੂ ਸਾਹਿਬ ਜੀ ਦੇ ਬਾਰੇ ਅਕਸਰ ਇੱਕ ਸ਼ਬਦ ਮਿਲਦਾ ਹੈ, ਲਾਸਾਨੀ ਸ਼ਹਾਦਤ। ਲਾਸਾਨੀ ਦਾ ਅਰਥ ਪਤਾ ਕੀ ਹੁੰਦਾ? ਲਾਸਾਨੀ ਦਾ ਅਰਥ ਹੁੰਦਾ ਵੀ ਜਿਹਦੇ ਵਰਗੀ ਮਿਸਾਲ ਦੁਨੀਆ ਤੇ ਨਹੀਂ ਮਿਲਦੀ। ਹੁਣ ਤੁਸੀਂ ਕਹੋਗੇ ਵੀ ਸ਼ਹਾਦਤਾਂ ਦੇ ਨਾਲ ਇਤਿਹਾਸ ਭਰਿਆ ਪਿਆ ਹੈ, ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਲਾਸਾਨੀ ਸ਼ਹਾਦਤ ਕਿਉਂ ਆਖਿਆ? ਇਹਦਾ ਬੜਾ ਵੱਡਾ ਕਾਰਨ ਹੈ ਸਾਧ ਸੰਗਤ। ਤੁਸੀਂ ਵੇਖੋ ਗੁਰੂ ਅਰਜਨ ਸਾਹਿਬ ਜੀ ਨੂੰ ਅੱਜ ਕੱਲ ਤਾਂ ਜਿਹਨੂੰ ਮਰਜੀ ਸ਼ਹੀਦੇ ਆਜ਼ਮ ਕਹਿ ਦਿੰਦੇ ਆ, ਮਾਫ ਕਰਿਓ, ਪਰ ਸ਼ਹੀਦਾਂ ਦੇ ਸਿਰਤਾਜ ਅਸਲੀ ਸ਼ਬਦ ਇਹ ਗੁਰੂ ਅਰਜਨ ਸਾਹਿਬ ਤੇ ਹੀ ਢੁੱਕ ਸਕਦਾ ਹੈ। ਔਰ ਉਹਨਾਂ ਤੇ ਇਹ ਸ਼ਬਦ ਇਸ ਕਰਕੇ ਨਹੀਂ ਢੁੱਕਦਾ ਕਿਉਂਕਿ ਸਿੱਖੀ ਦੇ ਵਿੱਚ ਉਹਨਾਂ ਦੀ ਪਹਿਲੀ ਸ਼ਹੀਦੀ ਹੋਈ ਹੈ। ਨਹੀਂ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ 2 ਸਿੱਖ ਸ਼ਹੀਦ ਹੋ ਚੁੱਕੇ ਨੇ। ਇੱਕ ਭਾਈ ਤਾਰੂ ਪੋਪਟ ਜੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ਹੀਦ ਹੋਏ, ਔਰ ਇੱਕ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਕਾਬੇ ਗਏ ਸੀ, ਉੱਥੋਂ ਦਾ ਕਾਜੀ ਗੁਰੂ ਸਾਹਿਬ ਜੀ ਦਾ ਸਿੱਖ ਬਣਦਾ ਹੈ। ਔਰ ਉਹ ਜਿਹੜੇ ਕਾਬੇ ਵਾਲੇ ਉੱਥੋਂ ਇੰਨਾ ਡਰਦੇ ਆ, ਏਡਾ ਵੱਡਾ ਜੇ ਕਾਜੀ ਸਿੱਖ ਹੋ ਗਿਆ ਸਾਡਾ ਬੜਾ ਨੁਕਸਾਨ ਹੋਏਗਾ, ਇਸ ਕਰਕੇ ਉਸ ਕਾਜੀ ਦਾ ਕਤਲ ਕੀਤਾ ਜਾਂਦਾ ਹੈ। ਉਹ ਦੂਸਰੀ ਸ਼ਹਾਦਤ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ। ਇਹਦਾ ਮਤਲਬ ਗੁਰੂ ਸਾਹਿਬ ਨਾਨਕ ਸਾਹਿਬ ਦੇ ਸਮੇਂ 2 ਸ਼ਹੀਦੀਆਂ ਹੋ ਚੁੱਕੀ ਹੈ, ਪਰ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਆਖਿਆ ਜਾਂਦਾ ਹੈ ਕਿਉਂਕਿ ਆਪ ਜੀ ਨੇ ਸ਼ਹੀਦੀ ਦੀ ਇੱਕ ਡੈਫੀਨੇਸ਼ਨ ਦਿੱਤੀ ਹੈ ਵੀ ਅਸਲ ਸ਼ਹੀਦੀ ਦੀ ਪਰਿਭਾਸ਼ਾ ਕੀ ਹੁੰਦੀ ਹੈ। ਇੱਥੇ ਆਮ ਤੌਰ ਤੇ ਕਈਆਂ ਨੂੰ ਖਤਮ ਕੀਤਾ ਜਾਂਦਾ ਹੋਵੇਗਾ, ਪਰ ਜੇ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਦੇ ਦਿੱਤਾ ਜਾਵੇ ਕਿ ਫਿਰ ਵੀ ਉਹ ਸ਼ਹੀਦੀ ਚੁਣੇਗਾ, ਸਵਾਲ ਤਾਂ ਇਹ ਉੱਠਦਾ। ਆ ਸਾਹਿਬ ਸਿੰਘ ਜੀ ਨੇ, ਪ੍ਰਿੰਸੀਪਲ ਸਾਹਿਬ ਸਿੰਘ ਨੇ ਕੁਝ ਉਦਾਹਰਨਾਂ ਦੇ ਕੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ। ਠੀਕ ਹੈ, ਭਾਵੇਂ ਅਸੀਂ ਉਹਨਾਂ ਭਗਤਾਂ ਨੂੰ ਨਮਸਕਾਰ ਕਰਦੇ ਆ, ਪ੍ਰਹਿਲਾਦ ਜੀ ਵਰਗੇ ਭਗਤਾਂ ਨੂੰ, ਪਰ ਸਾਹਿਬ ਸਿੰਘ ਨੇ ਬੜੀ ਸੋਹਣੀ ਮਿਸਾਲ ਦਿੱਤੀ। ਕਹਿੰਦੇ ਵੀ ਜਦੋਂ ਖੰਭੇ ਨੂੰ ਗਰਮ ਕੀਤਾ ਗਿਆ ਔਰ ਉਹਦੇ ਤੇ ਜੱਫਾ ਪਵਾਉਣ ਲੱਗੇ ਪ੍ਰਹਿਲਾਦ ਜੀ ਨੂੰ, ਉਹਨਾਂ ਨੇ ਕੀੜੀ ਚੱਲਦੀ ਵੇਖ ਲਈ ਵੀ ਜੇ ਇੱਕ ਰੱਬ ਤਪਦੇ ਹੋਏ ਖੰਭੇ ਤੇ ਕੀੜੀ ਨੂੰ ਰੱਖ ਸਕਦਾ ਹੈ, ਮੈਨੂੰ ਵੀ ਰੱਖ ਲਵੇਗਾ। ਤੇ ਸਾਹਿਬ ਸਿੰਘ ਲਿਖਦੇ ਆ ਵੀ ਜੇ ਉਹ ਕੀੜੀ ਦਾ ਦ੍ਰਿਸ਼ ਨਾ ਦਿਖਦਾ ਕਿ ਪ੍ਰਹਿਲਾਦ ਜੀ ਫਿਰ ਵੀ ਖੰਭੇ ਨੂੰ ਜੱਫੇ ਪਾਉਂਦੇ, ਸਵਾਲ ਤਾਂ ਰਹਿ ਗਿਆ ਨਾ। ਪਰ ਗੁਰੂ ਅਰਜਨ ਸਾਹਿਬ ਜੀ ਨੂੰ ਜਿਉਣ ਦੇ ਇੰਨੇ ਮੌਕੇ ਦਿੱਤੇ ਗਏ, ਇੰਨੀਆਂ ਆਪਸ਼ਨਸ ਦਿੱਤੀਆਂ ਗਈਆਂ, ਪਰ ਫਿਰ ਵੀ ਆਪ ਜੀ ਨੇ ਸ਼ਹੀਦੀ ਨੂੰ ਚੁਣਿਆ। ਇਸ ਕਰਕੇ ਆਪ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਔਰ ਇਸੇ ਪ੍ਰਕਾਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਕਰਦੇ ਹਾਂ, ਆਪ ਜੀ ਲਈ ਸ਼ਬਦ ਵਰਤਿਆ ਜਾਂਦਾ ਹੈ ਲਾਸਾਨੀ ਸ਼ਹਾਦਤ। ਲਾਸਾਨੀ ਦਾ ਅਰਥ ਹੈ ਵੀ ਜਿਹਦੇ ਵਰਗੀ ਮਿਸਾਲ ਕੋਈ ਨਹੀਂ। ਉਹ ਇਸ ਕਰਕੇ ਸਾਧ ਸੰਗਤ ਕਿਉਂਕਿ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਵੋ, ਅੱਜ ਤੱਕ ਜੇ ਕਿਸੇ ਨੇ ਕੁਰਬਾਨੀ ਦਿੱਤੀ ਹੈ, ਹੋ ਸਕਦਾ ਆਪਣੇ ਤੇ ਮੁਸ਼ਕਲ ਬਣੀ ਕੁਰਬਾਨੀ ਦੇਤੀ, ਆਪਣੀ ਇਸਤਰੀ ਤੇ ਮੁਸ਼ਕਲ ਬਣੀ ਯੁੱਧ ਲੜਿਆ ਕੁਰਬਾਨੀ ਦੇਤੀ, ਕਿਸੇ ਦੇ ਪਰਿਵਾਰ ਤੇ ਮੁਸ਼ਕਲ ਬਣੀ ਕੁਰਬਾਨੀ ਦਿੰਦੇ ਦੇਖੇ ਨੇ, ਕਿਸੇ ਦੇ ਕੌਮ ਦੇਸ਼ ਤੇ ਮੁਸ਼ਕਲ ਬਣੀ ਕੁਰਬਾਨੀ ਦਿੰਦੇ ਦੇਖੇ ਨੇ। ਪਰ ਦੁਨੀਆ ਦਾ ਪਹਿਲਾ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ, ਅੱਜ ਮੁਸ਼ਕਲ ਉਹਨਾਂ ਦੀ ਆਪਣੇ ਕੌਮ ਤੇ ਨਹੀਂ ਸੀ ਬਣੀ, ਮੁਸ਼ਕਲ ਆਪਣੇ ਪਰਿਵਾਰ ਤੇ ਵੀ ਨਹੀਂ ਸੀ ਬਣੀ, ਮੁਸ਼ਕਲ ਆਪਣੇ ਧੀਆਂ ਪੁੱਤਰਾਂ ਤੇ ਵੀ ਨਹੀਂ ਸੀ ਬਣੀ, ਮੁਸ਼ਕਲ ਅੱਜ ਦੂਸਰੀ ਕੌਮ ਤੇ ਬਣੀ ਸੀ। ਔਰ ਉਹ ਕੌਮ ਜਿਨ੍ਹਾਂ ਦੇ ਵਿਚਾਰਾਂ ਨਾਲ ਸਤਿਗੁਰੂ ਜੀ ਦੀ ਸਹਿਮਤੀ ਵੀ ਨਹੀਂ ਸੀ ਔਰ ਜਿਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਵੀ ਨਹੀਂ, ਉਹਨਾਂ ਵਾਸਤੇ ਸਿਰ ਦੇ ਦੇਣਾ, ਐਸੀ ਮਿਸਾਲ ਅੱਜ ਤੱਕ ਕਦੀ ਦੁਨੀਆ ਤੇ ਨਾ ਮਿਲੀ ਔਰ ਨਾ ਹੀ ਸ਼ਾਇਦ ਅੱਗੇ ਮਿਲੇ। ਇਸ ਕਰਕੇ ਆਪ ਜੀ ਦੀ ਸ਼ਹੀਦੀ ਨੂੰ ਲਾਸਾਨੀ ਸ਼ਹਾਦਤ ਕਿਹਾ ਜਾਂਦਾ ਹੈ ਸਾਧ ਸੰਗਤ। ਕਿਉਂਕਿ ਕਿਹੜਾ ਅੱਜ ਤੱਕ ਆਪਾਂ ਇਸ ਇਤਿਹਾਸ ਤੋਂ ਪਹਿਲਾਂ ਕਿਹੜਾ ਇਤਿਹਾਸ ਵੇਖਦੇ ਆ ਜਿਹੜੇ ਕਿਸੇ ਲਈ ਸਿਰ ਦਿੱਤਾ ਹੋਵੇ ਸਾਧ ਸੰਗਤ।
इस करके साध संगत साडे विद्वान लिखते हैं कि सानू किन्नी कदर मैं तो माफी मांग के बेनती करांगा गुरु तेग बहादुर साहब जी का शहीदी दिहाड़ा जिथे असीं गुरद्वारियां च मनाउने आ ना माफ करियो मंदिरां च भी मनाया जाना चाहिए क्योंकि विद्वान लिखते वड्डे वड्डे विद्वान और ये सिख विद्वान नहीं हिंदू विद्वान लिखते आ सेवा हरी उन्हां दी कथन पढ़ो उन्हां दा कबित मिलदा है हिंद बिखै अंध घोर मचियो जब साधु संत ना देखन पावत कहंदे जदों हिंदुस्तान दे विच इस तरह अंधकार पसर गया कोई साधु महात्मा देखण नूं नहीं सी मिलदा पिया कोई हौसला ही नहीं सी मिलदा पिया कोई आसरा ही नहीं सी मिलदा पिया हिंद बिखै अंध घोर मचियो जब साधु संत ना देखन पावत धर्म की थां अधर्म होवे नह रक्षक गऊ गरीब दिखावत तेग बहादुर हिंद की चादर थे चक नानकी बीच बतावत सेवा हरी इस घोर कल्लू में गुरु जंजू की लाज रखावत एक हिंदू वीर लिखदा पिया है कि इस पूरी दुनिया दे विच इक्को गुरु तेग बहादुर साहब पातशाह मिले जिन्हां ने इस जंजू की लाज रखी साध संगत इस करके सगों हिंदू वीरां नूं भी अगे आउणा चाहीदा है ये दिहाड़े अपने मंदिरां च मनाउण क्योंकि विद्वान लिखदे आ अज जे हिंदू वीरां दे मंदिरां विच दीवे चलदे पए आ जगदे पए आ ते गुरु साहब जी दे खून नाल जगदे पए आ साध संगत इस करके और इत्थे भी हुण देखो ये हिंदू वीर सी इन्हां ने आप जी वास्ते शब्द वरतिया है हिंद की चादर पर आम तौर ते मैं बेनती करां जदों असीं गुरु गोबिंद सिंह सच्चे पातशाह जी दे 52 कवियां दे विचों एक कवि सैनापत उन्हां नूं पढ़दे आ ते उन्हां ने आप जी नूं सृष्टि दी चादर करके लिखिया तेग बहादुर सच्चे पातशाह धन गुरु तेग बहादुर साहब जी नूं प्रगट भये गुर तेग बहादुर सकल सृष्ट पे ढापी चादर उत्थे सृष्टि दी चादर लिखिया हुण सवाल उठेगा भी सही शब्द फिर किहड़ा टिकदा है कि हिंद की चादर है कि सृष्टि की चादर है ते मैं अक्सर बेनती करता हुंदा एक आपो अपना दृष्टिकोण हुंदा है साध संगत मान लो एक नगर दा मनुख खूह च डुब रिहा सी ते किसी ने आके उहनूं खूह तो बचा लिया हुण जिस मनुख नूं बचाया गया वो मनुख की शब्द वरतेगा भी ये तां मेरा रब है जी इहने मैनूं उन्हें तां आपदा रब ही समझना ना ते जदों कोई नगर वाला वेखेगा भी मेरे नगर वाले किसी मनुख नूं बचाया गया वो शब्द की वरतूगा भी मेरे नगर दा रब है क्योंकि उहदे वास्ते नगर दा भला होया जदों हुण कोई दूसरे नगर वाला वेखेगा ते उन्हें सांझे तौर ते कहूगा भी ये तां मनुखता दा रब है इसी प्रकार जदों असीं किसी हिंदू वीर दे दृष्टिकोण तो देखांगे हिंदू वीरां ने शब्द हिंद की चादर वरतिया क्योंकि उन्हां वास्ते उन्हां दे रब सी क्योंकि उन्हां दे धर्म की रक्षा हुई पर जदों असीं समुच्चे तौर ते मनुखी अधिकारां नूं सामने रख के अज वेखो मनुखी अधिकारां दी गल हुंदी है पर मनुखी अधिकारां दी राखी कीती धन गुरु तेग बहादुर साहब सच्चे पातशाह जी ने दृष्टिकोण तो वेखांगे ते आप जी दी शब्द सृष्टि दी चादर कवि सैनापत जी ने वरतिया तो आप हुण जिथों आपां गल छड्डी सी बचपन दे विच ही साध संगत आप जी अपनी पोशाक तक कुर्बान कर दित्ती और कुर्बानी दा जज्बा आप जी दे विच बचपन तो ही देखण नूं मिलदा आप जी जदों धन गुरु हरगोबिंद साहब महाराज जी दी चौथी जंग होई है करतारपुर साहब दी जंग उस जंग दे विच साध संगत आप जी ने युद्ध दे विच हिस्सा लिया कहंदे जदों आप जी युद्ध विच उतरे ना क्योंकि पैंदे खां काले खां नूं लैके हमला करदा है करतारपुर साहब ते और 13 साल दी उम्र सी आप जी दी उस वक्त आप जी युद्ध दे मैदान विच उतरदे है और ऐसी बहादुरी दे नाल युद्ध लड़े कि दुश्मनां नूं भाजड़ा पा दित्तियां और आप जी दे तेग दे जौहर देख के उसे वक्त धन गुरु हरगोबिंद साहब जी ने वचन कीता सी कि तुसीं त्यागमल नहीं क्योंकि पहला आप जी दा नाम त्यागमल करके प्रचलित हो गया सी भी तुसीं त्यागमल नहीं तुसीं तां तेग बहादुर हो अज तो बाद दुनिया तुहानूं तेग बहादुर दे नाम नाल जाणिया करे इस जंग दे विच एक बड़ी प्यारी घटना वरती साध संगत जदों लंबा समा आप जी नूं युद्ध करदिआं हो गया ना ते उस वक्त महिमा प्रकाश दे विच लिखिया भी उस वक्त आप जी दी माता नानकी जी ने सुनेहा भिजवाया किसी सिख दे हाथ कि पुत्र जी बड़ा लंबा समा हो गया युद्ध करदिआं नूं थक गए होवोगे मुड़ आओ ते उस वक्त आप जी ने जवाब दिता कि माता जी सूरमे जदों युद्ध दे मैदान विच पैर धरदे ने वो जां तां जित के आउंदे ने जां सिर कटा के आउंदे ने सूरमे ना हार के मुड़दे ना डर के मुड़दे
उस वक्त सतगुरु जी ने अपनी इस करनी तो दुनिया नूं दिखा दिता कि मैं अगे जाके सिर वारांगा। वो तो मौका बन गया, पर मौत असीं अज तो ही कबूल के तुरे। उस जंग दे विच साबित हो गया। और अज असीं बैठे आ ना सत संगत, आपां जदों फलियां वाले समागम होया सी ना, उस वक्त भी ये गल कीती सी सत संगत। तुसीं वेखो असीं किन्नियां थावां ते भटकदे आ। ऐसा विरसा सानू कित्थों लभना है? भाई गुरदास जी नूं पढ़ो। आम तौर ते इन्ना अमीर विरसा जिन्हां दे कोल होवे ना, उन्हां नूं किते भज्जण दी लोड़ नहीं। असीं जिन्हां डेरियां ते अज भजदे पए आ ना, जिथे जांदे पए आ, असीं अक्सर गुरमुखां नाल विचार करदे हुंदे आ भी उन्हां दे कोल दस्सण लई उन्हां दा इतिहास ही की है। माफी मंग के बेनती करते वध तो वध की वो आपदी कन्ना मन्ना कुर्र दस देणगे भी असीं आह नाम दिन्ने। इस तो इलावा कदी इस समाज दे विच बिपता बनी अज तक किसी डेरेदार ने, किसी देहधारी दंभी पखंडी ने हां दा भी नारा मारिया होवे तां दस दिओ सत संगत। पर देखो भाई गुरदास जी कहते रतन मणि गल बंद रह किहो कीम ना जाने, कड़छी सौ ना संभलै भोजन रस खाना। डड्डू चिक्कड़ वास है कमलै ना सियाना। नाब कथूरी मिरगदा फिरदा हैराना। गुज्जर गोरस बेच के खल सूड़ी आना। मनमुख मूलो कुत्थिया जम सह डराना। एक बांदर दे हाथ विच हीरा पकड़िया होवे ना, वो पत्थर समझ के खेड़दा रहेगा, पर उस हीरे दी कदर नहीं जानदा। कड़छी सारा दिन भोजन दे विच पई रहिंदी, पर उहनूं स्वाद दा कोई अता पता नहीं हुंदा सत संगत। एक हिरण दी जड़ी कस्तूरी है ओदी अपनी नाभी दे विच हुंदी है, पर वो बाहर लभदी रहिंदी, बाहर भड़कदी रहिंदी, पर अपनी नाभी विच पई कस्तूरी दी कदर नहीं जानदी सत संगत। इसे तरह एक गुज्जर जिहड़ा है, गुज्जर है सत संगत, दुध इकट्ठा करदा है, पर इन्ना अमृत तत दुध वेच के आ जांदा, बदले विच खल ते सूड़ी लैके आ जांदा है। डड्डू सारा दिन कमल दीआं जड़ां च रहिंदा है, पर गंद खांदा रहेगा, कमल दी सार नहीं जानदा। माफ करियो जेड़े भड़कदे होरां डेरियां ते उन्हां दे हालत भी उन्हां डड्डू वर्गी है जेड़े कमल दीआं जड़ां च रहिंदे पर कमल दी सार नहीं जानदे। माफ करियो उन्हां दी हालत उस बांदर दी नहीं आई है जिन्हां दे हाथ च हीरा पकड़िया होया है, पर वो बाहर भड़कदे रहणगे, पत्थर जान के खेड़दे रहणगे, हीरे दी कदर नहीं जानदे। वो जिन्हां नूं इन्ना अमीर विरसा मिलिया होवे, वो अमीर विरसा छड्ड के सानूं होर थां भड़कण दी की लोड़ है सत संगत। और ये याद रखियो, ये गल्लां असीं आप भी अमल करनी है सत संगत। गुरु तेग बहादुर साहब जी दी छोटी जी उम्र है। अब बच्चे बैठे वेखो, असी अक्सर बच्चों दी भी क्लासां लाउने आ ना, और सानू ये समझना बहुत जरूरी है सत संगत। असी प्रबंधक हाँ, असी ग्रंथी सिंह हाँ, भावें कथावाचक हाँ, भावें कीर्तनी है, भावें असी सिर ते दस्तारा बन्नियां है, सिर ते चुन्नियां लईआं है, गुरसिख हाँ, भावें असी इस पहले आधार ते साडा फर्ज बनता है भी असी गुरु दी सिੱਖੀ नूं कमा के दुनिया दे सामने मिसाल दे सकीए भी सिੱਖੀ किवें कमाई जाती है। भावें असी भावें कथा नहीं करते सत संगत, भावें असी घरां च रहिंदे आ, माफ करियो हर एक गुरसिख दा जीवन दूजियां वास्ते मिसाल होना चाहिए। असी अपनी करनी तो दिखाउणा है कि असी किवें भाई मती दास जी दे राह ते तुरना। सतगुरु जी दी छोटी जी उम्र बच्चों नाल खेडदे है, आप जी दे मित्र दी एक माता जी आ जांदे आ सत संगत ते आके कहन लगे भी तेग बहादुर पुत्र जी, तुहानूं पता तुहाडा जिहड़ा दोस्त है ये मिठा बहुत खांदा है, ते तुसी किरपा करो इनू समझाओ, तुसी किन्ने सियाणे हो, इनू समझाओ भी बहुता मिठा खाना चंगी गल नहीं। ते सतगुरु जी जवाब दिंदे कहन लगे भी माई कोई गल नहीं, मैं समझा देवांगा, पर एक हफ्ते का टाइम दिओ, 10 दिन दे दिओ, 10 दिनों बाद समझा देंगा। ठीक है बई, 10 दिन लंघदे आ ते जदों 10 दिन लंघे सत संगत दोबारा वो माई आउंदी है, वो बच्चा कोल खड़ा है ते माई दे सामने खलो के धन गुरु तेग बहादुर साहब अपने दोस्त नूं समझाउंदे भी मित्रा बहुता मिठा खाना चंगी गल नहीं। ते माई हस के कह लगी पुत्र जी इन्नी गल ही कहनी सी, उदण भी कह सकदे सी, इन्नी गल 10 दिन दा समा लिया। ते पातशाह जी कह लगे माई कहन नूं मैं उदण भी कह सकदा सी, पर उस दिन ये गल मैं इस करके नहीं कही क्योंकि उदण मिठा मैं आप भी खा लैंदा सी ते मैं सोचा पहला मैं आप दा तां सुधार कर लवां फिर ही मैं दूजिआं नूं दस्सां। हुण देखो बचपन है, हजे गुरु नहीं बने, पर सतगुरु जी ने अपनी करनी तो सिखा दिता भी भलिओ अपने जीवन नूं असीं आप कमा के देखिए। गल पता मैं क्यों कही सत संगत, असीं साडा जन्म असीं बड़े वडभागे हां कि साडा जन्म गुरु नानक दे परिवारां च होया है।
ਤੇ ਜੇ ਅਸੀਂ ਸਿੱਖੀ ਕਮਾ ਕੇ ਦੂਜਿਆਂ ਨੂੰ ਮਿਸਾਲ ਨਹੀਂ ਦੇਣੀ ਤੇ ਹੋਰਾਂ ਨੂੰ ਅਸੀਂ ਸਿੱਖੀ ਨਾਲ ਕਿਵੇਂ ਜੋੜਾਂਗੇ ਸਾਧ ਸੰਗਤ। ਸਾਡਾ ਤਾਂ ਫਰਜ਼ ਬਣਦਾ ਸੀ ਇਹ ਸਿੱਖੀ ਦਾ ਸਿਧਾਂਤ ਪੂਰੀ ਮਨੁੱਖਤਾ ਤੱਕ ਪਹੁੰਚਾਉਣਾ, ਵੀ ਹਿਊਮਨ ਰਾਈਟਸ ਦੀਆਂ ਗੱਲਾਂ ਪੂਰੀ ਦੁਨੀਆ 'ਚ ਕਰਦੀ ਪਈ ਆ। ਉਹ ਭਾਈ ਇਹਦੇ ਤੋਂ ਵੱਡੀ ਮਿਸਾਲ ਕਿੱਥੋਂ ਮਿਲ ਜੂਗੀ? ਤੇ ਅਸੀਂ ਆਪਣੇ ਕਿਰਦਾਰ ਤੋਂ, ਆਪਣੇ ਜੀਵਨ ਤੋਂ ਦੁਨੀਆ ਦੇ ਅੱਗੇ ਇਸ ਇਤਿਹਾਸ ਨੂੰ ਲੈ ਕੇ ਜਾਣਾ ਸੀ। ਪਰ ਜੇ ਆਪ ਹੀ ਅਸੀਂ ਇਸ ਵਿਰਸੇ ਦੀ ਕਦਰ ਨਹੀਂ ਕਰਾਂਗੇ ਤੇ ਦੂਜਿਆਂ ਨੂੰ ਕਿਵੇਂ ਪ੍ਰਚਾਰਾਂਗੇ ਸਾਧ ਸੰਗਤ। ਇਸ ਕਰਕੇ ਆਓ ਮੁੜੀਏ ਸਾਧ ਸੰਗਤ, ਜੇ ਭੜਕ ਚੁੱਕੇ ਆ ਮੁੜੀਏ, ਵਾਪਸ ਮੁੜੀਏ, ਆਪਣੇ ਗੁਰੂ ਦੀ ਕਦਰ ਕਰੀਏ। ਅਸੀਂ ਬੱਚਿਆਂ ਵਾਲੇ ਬੈਠੇ ਆ ਸਾਧ ਸੰਗਤ। ਸਾਡਾ ਬੱਚਾ, ਅਕਸਰ ਅਸੀਂ ਇੱਕ ਉਦਾਹਰਨ ਲੈਂਦੇ ਹੁੰਦੇ ਆ, ਅਸੀਂ ਆਪਣੇ ਬੱਚੇ ਨੂੰ ਕੋਈ ਸ਼ੈ ਲੈ ਕੇ ਦਈਏ ਨਾ, ਕੋਈ ਚੀਜ਼ ਲੈ ਕੇ ਦਈਏ, ਫਰਜ਼ ਕਰ ਲਓ ਆਪਣੇ ਬੱਚੇ ਨੂੰ ਖਿਡੌਣਾ ਲੈ ਕੇ ਦੇ ਦਿੱਤਾ। ਜਾਂ ਮੈਂ ਇੱਕ ਮਿਸਾਲ ਵੇਖੀ, ਇੱਕ ਪਿਤਾ ਨੇ ਆਪਣੇ ਬੱਚੇ ਨੂੰ 10,000 ਰੁਪਏ ਦਾ ਮੋਬਾਈਲ ਲੈ ਕੇ ਦਿੱਤਾ ਤੇ ਸਮਾਂ ਲੰਘਿਆ, ਬੱਚੇ ਨੂੰ ਗੁੱਸਾ ਚੜਿਆ, ਉਹਨੇ ਮੋਬਾਈਲ ਚਲਾ ਕੇ ਮਾਰਿਆ, ਮੋਬਾਈਲ ਟੁੱਟ ਗਿਆ। ਤੇ ਪਿਤਾ ਨੇ ਇੱਕ ਗੱਲ ਆਖੀ ਵੀ ਪੁੱਤਰ ਇੰਨਾ ਪੈਸਾ ਲਾਇਆ ਮੈਂ, ਇੰਨੀ ਕੀਮਤ ਲਾਈ ਤੇ ਇੰਨੀ ਕੀਮਤ ਲਾ ਕੇ ਤੈਨੂੰ ਇਹ ਵਸਤੂ ਲੈ ਕੇ ਦਿੱਤੀ, ਤੂੰ ਕਦਰ ਨਹੀਂ ਜਾਣਦਾ? ਇਹ ਹਿਰਦੇ ਤੇ ਸੱਟ ਵੱਜੀ ਹੈ। ਤੇ ਮਨ ਵਿੱਚ ਆਇਆ ਵੀ ਹੇ ਪਿਤਾ ਜੀ, ਹੇ ਮਾਤਾ ਜੀ, ਤੁਸੀਂ ਆਪਣੇ ਬੱਚਿਆਂ ਲਈ ਇੱਕ ਦਿਨ ਭੁੱਖਾ ਵੀ ਰਹਿ ਲਵੋ, ਆਪਣੇ ਬੱਚਿਆਂ ਲਈ ਕੋਈ ਵਸਤੂ ਲੈ ਕੇ ਦਵੋ ਕੁਰਬਾਨੀ ਕਰਕੇ, ਔਰ ਬੱਚਾ ਉਹਦੀ ਕਦਰ ਨਹੀਂ ਪਾਉਂਦਾ, ਤੁਹਾਡੇ ਹਿਰਦੇ ਤੇ ਸੱਟ ਵੱਜਦੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ, ਉਹਨਾਂ ਮਹਾਨ ਗੁਰਸਿੱਖਾਂ ਨੇ ਸਾਡੇ ਵਾਸਤੇ ਕੋਈ ਚੰਦ ਪੈਸੇ ਨਹੀਂ ਖਰਚੇ, ਆਪਣਾ ਜੀਵਨ ਹੀ ਖਰਚ ਦਿੱਤਾ, ਆਪਣੇ ਸਿਰ ਕੁਰਬਾਨ ਕਰ ਦਿੱਤੇ। ਉਹਨਾਂ ਦੀ ਕਦਰ ਫਿਰ ਸਾਨੂੰ ਕਿੰਨੀ ਕਰਨੀ ਚਾਹੀਦੀ। ਔਰ ਜੇ ਅਸੀਂ ਨਹੀਂ ਕਰਦੇ ਕਿ ਉਦੋਂ ਫਿਰ ਗੁਰਸਿੱਖਾਂ ਦੇ ਹਿਰਦੇ ਤੇ ਸੱਟ ਨਹੀਂ ਵੱਜਦੀ ਸਾਧ ਸੰਗਤ। ਇਸ ਕਰਕੇ ਆਓ ਸਾਧ ਸੰਗਤ, ਇਹ ਸਮਾਗਮਾਂ ਦਾ ਲਾਹਾ ਤਦੋਂ ਹੈ ਜਦੋਂ ਅਸੀਂ ਉਸ ਵਿਰਸੇ ਦੇ ਨਾਲ ਸੱਚੀ ਜੁੜ ਜਾਵਾਂਗੇ ਸਾਧ ਸੰਗਤ। ਆਮ ਤੌਰ ਤੇ ਇਹ ਅਹਿਸਾਸ ਕਰਿਆ ਕਰੋ ਸਾਧ ਸੰਗਤ। ਤੋਂ ਖੈਰ ਲੜੀ ਚੱਲ ਰਹੀ ਸੀ ਇਤਿਹਾਸ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚੌਥੀ ਜੰਗ ਦੇ ਵਿੱਚ ਹਿੱਸਾ ਲੈਂਦੇ ਨੇ। ਕੁਰਬਾਨੀ ਦਾ ਜਜ਼ਬਾ ਉਸ ਵਕਤ ਆਪ ਜੀ ਨੂੰ ਦਿਖਦਾ ਹੈ ਸਾਧ ਸੰਗਤ। ਔਰ ਫਿਰ ਉਸ ਤੋਂ ਬਾਅਦ ਆਪ ਜੀ ਕੀਰਤਪੁਰ ਜਾਂਦੇ ਆ। ਕੀਰਤਪੁਰ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਨਾਲ ਆਪ ਜੀ ਬਾਬੇ ਬਕਾਲੇ ਚਲੇ ਜਾਂਦੇ ਆ, ਕਿਉਂਕਿ ਉਸ ਵਕਤ ਗੁਰਿਆਈ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੂੰ ਮਿਲ ਜਾਂਦੀ ਹੈ। ਗੁਰੂ ਹਰ ਰਾਏ ਸਾਹਿਬ ਜੀ ਗੁਰੂ ਬਣੇ, ਔਰ ਗੁਰੂ ਹਰ ਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚ 3 ਗੁਰਸਿੱਖਾਂ ਦਾ ਆਉਣਾ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਭਾਈ ਦਿਆਲ ਦਾਸ ਜੀ, ਇਹ ਭਾਈ ਮਣੀ ਸਿੰਘ ਦੇ ਵੱਡੇ ਭਰਾ ਸੀ। ਭਾਈ ਮਾਈ ਦਾਸ ਜੀ, ਉਹਨਾਂ ਦੇ 12 ਪੁੱਤਰ ਸਨ। ਉਹਨਾਂ 12 ਪੁੱਤਰਾਂ ਵਿੱਚੋਂ ਦੂਜੇ ਪੁੱਤਰ ਨੇ ਭਾਈ ਦਿਆਲ ਦਾਸ ਜੀ ਸਾਧ ਸੰਗਤ। ਔਰ ਭਾਈ ਮਾਈ ਦਾਸ ਭਾਈ ਦਿਆਲ ਦਾਸ ਜੀ ਨੂੰ ਭਾਈ ਮਣੀ ਸਿੰਘ ਦੇ ਨਾਲ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਛੱਡ ਕੇ ਜਾਂਦੇ ਆ। ਭਾਈ ਦਿਆਲ ਦਾਸ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਸਮੇਂ ਤੋਂ ਸਿੱਖੀ ਵਿੱਚ ਪ੍ਰਵੇਸ਼ ਕਰ ਚੁੱਕੇ ਆ। ਇਸੇ ਪ੍ਰਕਾਰ ਭਾਈ ਮਤੀ ਦਾਸ ਜੀ ਔਰ ਭਾਈ ਸਤੀ ਦਾਸ ਜੀ, ਇਹ ਦੋਨੋਂ ਸਕੇ ਭਰਾ ਨੇ ਸਾਧ ਸੰਗਤ। ਔਰ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖ ਹੋਏ ਨੇ ਭਾਈ ਪਿਰਾਗਾ ਜੀ। ਮਾਫੀ ਮੰਗ ਕੇ ਬੇਨਤੀ ਕਰ ਰਿਹਾ, ਕਈ ਵਾਰੀ ਨਾ ਸਾਧ ਸੰਗਤ ਸਾਨੂੰ ਇਹ ਜਵਾਬ ਦੇਣੇ ਪੈਂਦੇ ਆ। ਅਕਸਰ ਜਦੋਂ ਕਈ ਵੀਰ ਅਨਮਤੀਏ ਵੀਰ ਨਾ ਜੀ ਇਹ ਗੱਲ ਕਰ ਦਿੰਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਨ੍ਹਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਉਹ ਤਾਂ ਹਿੰਦੂ ਹੀ ਸਨ। ਹਿੰਦੂ ਵੀਰਾਂ ਨੇ ਗੁਰੂ ਸਾਹਿਬ ਵਾਸਤੇ ਕੁਰਬਾਨੀ ਦਿੱਤੀ। ਕੋਈ ਹਿੰਦੂ ਵੀਰਾਂ ਨੇ ਕੁਰਬਾਨੀ ਦਿੱਤੀ ਹੋਵੇ, ਸਾਨੂੰ ਮੁਬਾਰਕ ਹੈ, ਬੜਾ ਸਤਿਕਾਰ ਹੈ। ਪਰ ਇਹਨਾਂ 3 ਸਿੱਖਾਂ ਨੂੰ ਅਸੀਂ ਹਿੰਦੂ ਨਹੀਂ ਕਹਿ ਸਕਦੇ। ਪਤਾ ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਭਾਈ ਪਿਰਾਗਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਬਣ ਚੁੱਕੇ ਆ, ਔਰ ਭਾਈ ਪਿਰਾਗਾ ਜੀ ਦੇ ਪੜਪੋਤਰੇ ਨੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ। ਭਾਵ ਕਿ ਉਸ ਸਮੇਂ ਤੋਂ ਇਹ ਪਰਿਵਾਰ ਗੁਰਸਿੱਖ ਬਣ ਚੁੱਕਾ ਹੈ, ਸਿੱਖੀ ਦੇ ਵਿੱਚ ਆ ਚੁੱਕਾ ਹੈ, ਸਿੱਖੀ ਪਰੰਪਰਾਵਾਂ ਦੇ ਮੁਤਾਬਕ ਆਪਣਾ ਜੀਵਨ ਜਿਉ ਰਿਹਾ। ਭਾਈ ਪਿਰਾਗਾ ਜੀ ਜਦੋਂ ਉਹ ਹਿੰਦੂ ਰਸਮਾਂ ਛੱਡ ਕੇ ਗੁਰੂ ਸਾਹਿਬ ਦੇ ਸਿੱਖ ਬਣੇ ਤੇ ਭਾਈ ਪਿਰਾਗਾ ਜੀ ਨੇ ਸਵਾਲ ਵੀ ਕੀਤਾ ਸੀ ਗੁਰੂ ਪਾਤਸ਼ਾਹ ਨੂੰ, ਮਹਾਰਾਜ ਇਹ ਦੂਜੇ ਵੀਰ ਮੈਨੂੰ ਟੀਚਰਾਂ ਕਰਦੇ ਆ ਕਿ ਮੈਂ ਹੁਣ ਸੂਤਕ ਵਰਗੀਆਂ ਰਸਮਾਂ ਨਹੀਂ ਮੰਨਦਾ। ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ, ਕਹਿੰਦੇ ਚੰਗਾ ਕਰ ਰਹੇ ਹੋ ਤੁਸੀਂ ਨਹੀਂ ਮੰਨਦੇ, ਕਿਉਂਕਿ ਸਿੱਖਾਂ ਨੂੰ ਐਸੀਆਂ ਰਸਮਾਂ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਤਾਂ ਸੂਤਕ ਤੇ ਮਿਰਤਕ ਉਹਨੂੰ ਕਹਿੰਦੇ ਆ ਨਾ, ਵੀ ਜਦੋਂ ਸੂਤਕ ਹੁੰਦਾ। ਹੁਣ ਵੇਖੋ ਸਵਾਸ ਆ ਰਿਹਾ, ਸਵਾਸ ਜੰਮ ਰਿਹਾ, ਸਵਾਸ ਮਰ ਰਿਹਾ।
ਕਹਿੰਦੇ ਇਹ ਰਸਮ ਤਾਂ ਆਏ ਵਕਤ ਸਾਡੇ ਸਵਾਸਾਂ ਨਾਲ ਹੋ ਰਹੀ ਹੈ। ਇਹ ਮਿਸਾਲ ਮੈਂ ਤਾਂ ਦਿੱਤੀ ਕਿ ਉਸ ਵਕਤ ਤੋਂ ਹੀ ਭਾਈ ਪਰਾਗਾ ਜੀ ਦੂਜੀਆਂ ਸਾਰੀਆਂ ਰਸਮਾਂ ਛੱਡ ਚੁੱਕੇ ਆ ਔਰ ਉਹਨਾਂ ਦੇ ਪੜਪੋਤਰੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ। ਇੱਧਰ ਭਾਈ ਦਿਆਲ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਗੁਰੂ ਹਰ ਰਾਏ ਸਾਹਿਬ ਜੀ ਦੀਆਂ ਔਰ ਉਸ ਤੋਂ ਬਾਅਦ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਮਾਣਦੇ ਨੇ। ਔਰ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਟਿਕਾਣਾ ਬਾਬੇ ਬਕਾਲੇ ਵਿਖੇ ਹੈ। ਸਮਾਂ ਲੰਘਦਾ ਹੈ ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਆ। ਮੈਂ ਇਹ ਸਾਰਾ ਇਤਿਹਾਸ ਸੰਖੇਪ ਤਾਂ ਸੁਣਾ ਰਿਹਾ ਕਿਉਂਕਿ ਆਪਾਂ ਗੱਲ ਸ਼ਹੀਦੀਆਂ ਤੇ ਲੈ ਕੇ ਆਉਣੀ ਆ, ਪਰ ਇਸ ਇਤਿਹਾਸ ਦੇ ਵਿੱਚ ਕੁਝ ਗੁੱਝੇ ਭੇਦ ਲੁਕੇ ਹੋਏ ਆ ਜਿਹਦੇ ਵਿੱਚੋਂ ਸ਼ਹੀਦੀਆਂ ਦੀ ਬਰਕਤ ਸਮਝ ਲੱਗਣੀ ਹੈ। ਕਿਉਂਕਿ ਇਸ ਤੋਂ ਬਾਅਦ ਹੁਣ ਗੁਰਿਆਈ ਦਾ ਪ੍ਰਸੰਗ ਆਉਣਾ ਹੈ ਔਰ ਉਸ ਤੋਂ ਬਾਅਦ ਸਾਨੂੰ ਸ਼ਹੀਦੀਆਂ ਦੇ ਕਾਰਨ ਸਮਝ ਲੱਗਣਗੇ ਸਾਧ ਸੰਗਤ। ਬਾਬੇ ਬਕਾਲੇ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੰਦਗੀ ਵਿੱਚ ਜੁੜੇ ਆ। ਵਿੱਚੋਂ ਪ੍ਰਚਾਰ ਵੀ ਕਰਨ ਜਾਂਦੇ ਨੇ, ਪਰ ਜ਼ਿਆਦਾ ਸਮਾਂ ਆਪ ਜੀ ਬੰਦਗੀ ਵਿੱਚ ਲੀਨ ਰਹਿੰਦੇ ਆ ਸਾਧ ਸੰਗਤ। ਔਰ ਜਦੋਂ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਏ ਆ, ਸਿੱਖਾਂ ਨੇ ਪੁੱਛਿਆ ਪਾਤਸ਼ਾਹ ਹੁਣ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਇੱਕੋ ਹੀ ਸ਼ਬਦ ਆਖਿਆ, ਬਾਬਾ ਬਕਾਲੇ। ਕਿਉਂਕਿ ਬਾਬੇ ਦਾ ਅਰਥ ਹੁੰਦਾ ਹੈ ਦਾਦਾ। ਪੁਰਾਣੇ ਸਮੇਂ ਦਾਦੇ ਨੂੰ ਬਾਬਾ ਕਿਹਾ ਜਾਂਦਾ ਸੀ ਔਰ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਨੇ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਚਲਾਣਾ ਕਰ ਚੁੱਕੇ ਸਾਧ ਸੰਗਤ। ਔਰ ਉਹਨਾਂ ਦੇ ਭਰਾ ਨੇ ਸਾਧ ਸੰਗਤ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਇਸ ਕਰਕੇ ਆਪ ਜੀ ਤੇ ਸ਼ਬਦ ਬਾਬਾ ਬਿਲਕੁਲ ਢੁਕ ਰਿਹਾ ਹੈ ਔਰ ਆਮ ਤੌਰ ਤੇ ਬਾਬਾ ਗੁਰੂ ਨੂੰ ਵੀ ਕਹਿ ਦਿੰਦੇ, ਜਿਵੇਂ ਅਸੀਂ ਬਾਬਾ ਨਾਨਕ ਕਹਿੰਦੇ ਆ ਸਾਧ ਸੰਗਤ। ਇਸ ਪ੍ਰਕਾਰ ਸਾਧ ਸੰਗਤ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਸ਼ਬਦ ਵਰਤਿਆ ਬਾਬਾ ਬਕਾਲੇ। ਔਰ ਜਦੋਂ ਇਹ ਸ਼ਬਦ ਵਰਤਿਆ ਨਾ ਤੇ 22 ਸੋਢੀ ਬਕਾਲੇ ਵਿਖੇ ਆਪਣੀਆਂ ਗੱਦੀਆਂ ਲਾ ਕੇ ਬਹਿ ਗਏ। ਕਿਉਂਕਿ ਸਾਧ ਸੰਗਤ ਜਿਹੜਾ ਮਰਜੀ ਸਮਾਂ ਆਇਆ ਹੋਵੇ ਨਾ, ਹਰ ਦੰਬੀ ਪਖੰਡੀ ਨੇ ਮੌਕੇ ਦਾ ਫਾਇਦਾ ਜ਼ਰੂਰ ਉਠਾਇਆ। ਅੱਜ ਵੀ ਉਠਾ ਰਹੇ, ਕੋਈ ਆਪਣੇ ਡੇਰੇ ਲਾ ਕੇ ਬਹਿ ਜਾਂਦੇ ਆ। ਉਸ ਵਕਤ ਵੀ ਫਾਇਦਾ ਉਠਾਇਆ ਗਿਆ ਜਦੋਂ ਇਹ ਇੰਨੀਆਂ ਮੰਜੀਆਂ ਲਾ ਕੇ ਇੰਨੀਆਂ ਗੱਦੀਆਂ ਲਾ ਕੇ ਬਹਿ ਗਏ ਤੇ ਸਿੱਖ ਵਿਚਾਰੇ ਭੰਬਲ ਭੂਸੇ 'ਚ ਪੈਣ ਵੀ ਹੋਣਾ ਸੀ ਕਿਹਦੇ ਚਰਨੀ ਲੱਗੀਏ। ਤੇ ਉਸ ਵਕਤ ਫਿਰ ਸਤਿਗੁਰੂ ਜੀ ਨੇ ਇੱਕ ਕੌਤਕ ਕੀਤਾ। ਆਪ ਜੀ ਦਾ ਬੜਾ ਪਿਆਰਾ ਮਰੀਦ, ਗੁਰੂ ਘਰ ਦਾ ਬੜਾ ਪਿਆਰਾ ਮਰੀਦ ਭਾਈ ਮੱਖਣ ਸ਼ਾਹ ਲੁਬਾਣਾ ਜੀ, ਆਪ ਜੀ ਵਪਾਰੀ ਸਨ ਸਾਧ ਸੰਗਤ। ਆਪ ਜੀ ਜਹਾਜ਼, ਸਮੁੰਦਰੀ ਜਹਾਜ਼ ਦੇ ਰਾਹੀਂ ਕਿਸੇ ਬਾਹਰਲੇ ਦੇਸ਼ ਚੋਂ ਹਿੰਦੁਸਤਾਨ ਦੇ ਵਿੱਚ ਕੋਈ ਵਪਾਰ ਕਰਕੇ ਆ ਰਹੇ ਸੀ, ਸਮਾਨ ਲੱਦ ਕੇ ਲਿਆ ਰਹੇ ਸੀ। ਤੇ ਕਹਿੰਦੇ ਰੱਬ ਦਾ ਕੌਤਕ ਵਰਤਦਾ ਹੈ ਕਿ ਤੇਜ਼ ਤੂਫਾਨ ਉੱਠਿਆ ਔਰ ਆਪ ਜੀ ਦਾ ਜਹਾਜ਼ ਰੇਤਾ ਦੇ ਥਲੇ ਵਿੱਚ ਫਸ ਜਾਂਦਾ ਹੈ। ਬੜੇ ਯਤਨ ਕੀਤੇ ਗਏ, ਜਹਾਜ਼ ਨਾ ਨਿਕਲਿਆ। ਜਦੋਂ ਸਾਰੇ ਆਸਰੇ ਮੁੱਕ ਜਾਣ, ਸਿੱਖ ਦੇ ਕੋਲ ਇੱਕੋ ਹੀ ਆਸਰਾ ਬਚਦਾ ਹੈ, ਆਪਣੇ ਗੁਰੂ ਅੱਗੇ ਅਰਦਾਸ ਕਰਨਾ। ਜਦੋਂ ਜਹਾਜ਼ ਡੁੱਬਣ ਲੱਗਾ, ਕੋਈ ਹੀਲਾ ਵਸੀਲਾ ਕੰਮ ਨਾ ਕੀਤਾ। ਭਾਈ ਮੱਖਣ ਸ਼ਾਹ ਜੀ ਨੇ ਉਸ ਵਕਤ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਪਾਠ ਕਰਕੇ ਅਰਦਾਸ ਕੀਤੀ ਹੈ ਔਰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਆਪਣਾ ਸਾਰਾ ਜ਼ੋਰ ਲਾ ਕੇ ਵੇਖ ਲਿਆ, ਸਾਰੇ ਹੀਲੇ ਵਸੀਲੇ ਕਰਕੇ ਵੇਖ ਲਏ, ਮੈਨੂੰ ਕੋਈ ਹੱਲ ਨਹੀਂ ਲੱਭਦਾ ਪਿਆ। ਤੁਸੀਂ ਕਿਰਪਾ ਕਰੋ, ਮੈਨੂੰ ਬਚਾਉਣਾ ਕਰੋ। ਉਸ ਵਕਤ ਕਹਿੰਦੇ ਸਤਿਗੁਰਾਂ ਦੀ ਰਹਿਮਤ ਵਰਤੀ, ਆਪ ਜੀ ਦਾ ਜਹਾਜ਼ ਕੰਢੇ ਤੇ ਲੱਗਦਾ ਹੈ। ਜਦੋਂ ਜਹਾਜ਼ ਕੰਢੇ ਤੇ ਲੱਗਿਆ, ਆਪ ਜੀ ਨੇ ਹੁਣ ਸ਼ੁਕਰਾਨੇ ਦੀ ਅਰਦਾਸ ਕੀਤੀ, ਪਾਤਸ਼ਾਹ ਆਪ ਜੀ ਦਾ ਸ਼ੁਕਰ ਕਿ ਤੁਸੀਂ ਮੈਨੂੰ ਬਚਾਇਆ, ਮੇਰਾ ਜਹਾਜ਼ ਕੰਢੇ ਲਾਇਆ। ਮੈਂ ਸ਼ੁਕਰਾਨੇ ਦੇ ਵਜੋਂ 500 ਮੋਹਰਾਂ ਆਪ ਜੀ ਦੇ ਚਰਨਾਂ ਤੇ ਭੇਟਾ ਕਰਾਂ। ਇੱਥੇ ਮੈਂ ਇੱਕ ਨੁਕਤਾ ਜ਼ਰੂਰ ਕਹਿ ਦਿਆਂ, ਕਈ ਸਿੱਖ ਨਾ ਇੱਕ ਭੁੱਲ ਕਰਦੇ ਸਾਧ ਸੰਗਤ। ਅਸੀਂ ਅਕਸਰ ਇੱਕ ਸ਼ਬਦ ਵਰਤਦੇ ਆ ਜੀ, ਸੁਖਨਾ ਸੁਖੀ ਸੀ। ਪਰ ਯਾਦ ਰੱਖਿਓ, ਸੁਖਨਾ ਸ਼ਬਦ ਸਿੱਖੀ ਦੇ ਵਿੱਚ ਕੋਈ ਥਾਂ ਨਹੀਂ ਰੱਖਦਾ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਫਰੀਦਾ ਜਾ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨਿਹੋ। ਕਹਿੰਦੇ ਜਿੱਥੇ ਪਿਆਰ ਹੁੰਦਾ ਹੈ ਨਾ, ਉੱਥੇ ਸ਼ਰਤਾਂ ਨਹੀਂ ਲੱਗਦੀਆਂ ਹੁੰਦੀਆਂ, ਤੇ ਜਿੱਥੇ ਸ਼ਰਤਾਂ ਹੁੰਦੀਆਂ ਉੱਥੇ ਪਿਆਰ ਨਹੀਂ ਹੁੰਦਾ। ਹੁਣ ਸੁਖਨਾ ਕੀ ਸ਼ਰਤ ਲਾਉਣੀ ਹੈ ਕਿ ਗੁਰੂ ਜੀ ਤੁਸੀਂ ਮੈਨੂੰ ਆਹ ਦੇ ਦਿਓ, ਮੈਂ ਬਦਲੇ 'ਚ ਆਹ ਦੇ ਦਿਆਂਗਾ। ਤੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਗੋਂ ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਜਿਸ ਦਾਤੇ ਤੋਂ ਅਸੀਂ ਸਾਰਾ ਕੁਝ ਲੈਨੇ ਆ, ਉਸੇ ਦਾਤੇ ਦੀਆਂ ਦਾਤਾਂ ਲੈ ਕੇ ਉਹਦੇ ਅੱਗੇ ਕੀ ਰੱਖ ਸਕਦੇ ਆ ਸਤਿ, ਉਹਦੇ ਨਾਲ ਕੀ ਸ਼ਰਤ ਲਾ ਸਕਦੇ ਆ। ਇਸ ਕਰਕੇ ਸੁਖਨਾ ਸ਼ਬਦ ਦਾ ਕੋਈ ਥਾਂ ਨਹੀਂ ਸਿੱਖੀ ਦੇ ਵਿੱਚ। ਜੇ ਸ਼ਬਦ ਵਰਤਣਾ ਹੈ, ਸ਼ੁਕਰਾਨਾ ਵਰਤਿਆ ਕਰੋ ਵੀ ਸਤਿਗੁਰੂ ਸ਼ੁਕਰਾਨੇ ਦੇ ਵਜੋਂ ਤੇਰੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਅਸੀਂ ਭੇਟਾ ਰੱਖ ਰਹੇ ਹਾਂ।
ਭਾਈ ਮੱਖਣ ਸ਼ਾਹ ਜੀ ਨੇ ਅਰਦਾਸ ਕੀਤੀ, ਪਾਤਸ਼ਾਹ ਸ਼ੁਕਰਾਨੇ ਦੇ ਵਜੋਂ ਮੈਂ 500 ਮਿਹਰਾਂ ਤੁਹਾਡੇ ਚਰਨਾਂ ਤੇ ਭੇਟਾਂ ਕਰਾਂਗਾ। ਸਭ ਤੋਂ ਪਹਿਲਾਂ ਭਾਈ ਮੱਖਣ ਸ਼ਾਹ ਜੀ ਦਿੱਲੀ ਪਹੁੰਚਦੇ ਆ, ਕਿਉਂਕਿ ਆਪ ਜੀ ਨੂੰ ਤਾਂ ਹਜੇ ਤੱਕ ਇਹੀ ਖਬਰ ਸੀ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਵਿਖੇ ਮੌਜੂਦ ਨੇ। ਪਰ ਜਦੋਂ ਦਿੱਲੀ ਆਏ ਉਸ ਵਕਤ ਸਾਧ ਸੰਗਤ ਆਪ ਜੀ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾ ਚੁੱਕੇ ਆ, ਔਰ ਪਤਾ ਲੱਗਾ ਵੀ ਆਪ ਜੀ ਹੁਕਮ ਕਰ ਗਿਆ ਵੀ ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਕਾਲੇ ਹੁਕਮ ਕਰਕੇ ਗਏ ਆ। ਉਸੇ ਵਕਤ ਆਪ ਜੀ ਨੇ ਆਪਣੇ ਪੂਰੇ ਜਥੇ ਦੇ ਨਾਲ ਤਕਰੀਬਨ 500 ਸ਼ਸਤਰਬੱਧ ਕਰਮਚਾਰੀ ਆਪ ਦੇ ਨਾਲ ਸੀ, ਪਰਿਵਾਰ ਨਾਲ ਹੈ, ਏਡਾ ਵੱਡਾ ਜਥਾ ਲੈ ਕੇ ਆਪ ਜੀ ਬਕਾਲੇ ਪਹੁੰਚੇ। ਪਰ ਬਕਾਲੇ ਆ ਕੇ ਕੀ ਵੇਖਦੇ ਆ ਵੀ ਇੱਥੇ 22 ਗੱਦੀਆਂ ਲਾ ਕੇ ਦੰਭੀ ਪਖੰਡੀ ਬੈਠੇ ਹੋਏ, ਔਰ ਇਹਨਾਂ ਸੋਢੀਆਂ ਦੇ ਵਿੱਚੋਂ ਧੀਰਮਲ ਵੀ ਬੈਠਾ ਹੋਇਆ। ਔਰ ਧੀਰਮਲ ਨੇ ਤਾਂ ਨਾਲ ਮਸੰਦ ਵੀ ਰੱਖ ਰਹੇ ਸੀ ਵੀ ਜਿਹੜੀ ਵੀ ਕੋਈ ਸੰਗਤ ਆਉਂਦੀ ਸੀ ਉਹਨੂੰ ਅੱਗੋਂ ਸੱਦ ਲਿਆਉਂਦਾ ਸੀ ਵੀ ਉਹ ਵੇਖੋ ਧੀਰਮਲ ਅਸਲ ਗੁਰੂ ਹੈ। ਜਦੋਂ ਇੱਥੇ ਪਹੁੰਚੇ ਤੇ ਮੋਹਰੀ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮੱਖਣ ਸ਼ਾਹ ਜੀ ਅਸੀਂ ਬੜੀ ਦੁਬਿਧਾ 'ਚ ਫਸੇ ਹੋਏ ਆ, ਕਿਉਂਕਿ ਸੱਚਾ ਗੁਰੂ ਪ੍ਰਗਟ ਨਹੀਂ ਹੋ ਰਿਹਾ, ਦੰਭੀ ਪਖੰਡੀ ਗੱਦੀਆਂ ਲਾ ਕੇ ਬੈਠੇ। ਉਸ ਵਕਤ ਭਾਈ ਮੱਖਣ ਸ਼ਾਹ ਜੀ ਨੇ ਮਨ ਵਿੱਚ ਅਰਦਾਸ ਕੀਤੀ, ਪਾਤਸ਼ਾਹ ਮੈਂ ਤੁਹਾਡੇ ਚਰਨਾਂ ਤੇ ਮੋਹਰਾ ਭੇਟਾ ਕਰਨ ਦੀ ਅਰਦਾਸ ਕਰਕੇ ਆਇਆ ਸੀ। ਹੁਣ ਮੈਂ ਇਹ ਅਰਦਾਸ ਕਰਕੇ ਇੱਕ ਵਿਉਂਤ ਬਣਾਈ ਹੈ ਕਿ ਇਹਨਾਂ ਦੇ ਵਿੱਚੋਂ ਸੱਚਾ ਗੁਰੂ ਲੱਭਣਾ ਹੈ ਨਾ, ਮੈਂ ਸਾਰਿਆਂ ਦੇ ਪੈਰਾਂ ਤੇ 5-5 ਮੋਹਰਾਂ ਰੱਖਾਂਗਾ। ਪਾਤਸ਼ਾਹ ਤੂੰ ਤਾਂ ਅੰਤਰਜਾਮੀ ਹੈ, ਤੂੰ ਤਾਂ ਬਾਕੀ ਦੀਆਂ ਮੋਹਰਾਂ ਫਿਰ ਆਪੇ ਹੀ ਮੰਗ ਲੈਣੀਆਂ, ਕਿਰਪਾ ਕਰੀ, ਭਾਵੇਂ ਤੂੰ ਮੋਹਰਾਂ ਦਾ ਭੁੱਖਾ ਨਹੀਂ ਪਰ ਆਪਣੇ ਸਿੱਖ ਦੀ ਲਾਜ ਰੱਖੀ। ਜਦੋਂ ਮੈਂ ਤੇਰੇ ਵੀ ਚਰਨਾਂ ਤੇ 5 ਮੋਹਰਾਂ ਰੱਖਾਂਗਾ ਨਾ, ਤੂੰ ਤਾਂ ਅੰਤਰਜਾਮੀ ਪਾਤਸ਼ਾਹ, ਬਾਕੀ ਮੋਹਰਾਂ ਆਪ ਹੀ ਮੰਗ ਲੈ। ਇਹ ਅਰਦਾਸ ਕੀਤੀ ਤੇ ਸਾਰਿਆਂ ਦੇ ਅੱਗੇ 5-5 ਮੋਹਰਾਂ ਰੱਖੀਆਂ ਸਾਧ ਸੰਗਤ। ਪਰ ਸਾਰੇ ਅੱਗੋਂ ਸਵਾਗਤ ਕਰਨ, ਕਿਉਂਕਿ ਉਹਨੇ ਜੀ ਉਹ ਚੌੜੇ ਹੋ ਗਏ ਵੀ 5 ਮੋਹਰਾਂ ਮਿਲ ਗਈਆਂ। ਧੀਰਮਲ ਨੇ ਤਾਂ ਬੜਾ ਕੀਮਤੀ ਸਰੋਪਾ ਵੀ ਦੇਤਾ ਅੱਗੋਂ, ਕਰਦੇ ਦੰਭੀ ਪਖੰਡੀ ਸਾਧ ਸੰਗਤ। ਜਦੋਂ 5-5 ਮੋਹਰਾਂ ਰੱਖੀਆਂ, ਕਿਸੇ ਨੇ ਦਿਲ ਦੀ ਨਾ ਜਾਣੀ। ਆਖਰ ਮੱਖਣ ਸ਼ਾਹ ਨੇ ਫਿਰ ਕਿਸੇ ਤੋਂ ਪੁੱਛਿਆ ਵੀ ਇਹਨਾਂ ਚੋਂ ਤਾਂ ਕਿਸੇ ਨੇ ਮੇਰੇ ਦਿਲ ਦੀ ਜਾਣੀ ਨਹੀਂ, ਕਿ ਕੋਈ ਹੋਰ ਵੀ ਹੈਗਾ ਹੈ? ਦੱਸ ਪਈ ਇੱਕ ਹੋਰ ਵੀ ਹੈ। ਪਰ ਉਹਨੇ ਰੌਲਾ ਨਹੀਂ ਪਾਇਆ, ਉਹਨੇ ਕੋਈ ਹੋਕਾ ਨਹੀਂ ਦਿੱਤਾ ਵੀ ਮੇਰੇ ਕੋਲ ਆ ਜਾਓ। ਉਹ ਬੇਪਰਵਾਹ ਬੈਠਾ ਨਗਰ ਦੇ ਵਿੱਚ। ਜਦੋਂ ਉਹਨਾਂ ਦੇ ਕੋਲ ਕਰਮਚਾਰੀਆਂ ਦੇ ਨਾਲ ਗਿਆ ਨਾ, ਕਵੀ ਸੰਤੋਖ ਸਿੰਘ ਲਿਖਦੇ ਆ ਕਿ ਜਦੋਂ ਆਪਣੇ ਕਰਮਚਾਰੀਆਂ ਦੇ ਨਾਲ ਜਾਂਦਾ ਨਾ, ਧੂੜ ਉੱਡਦੀ ਹੈ। ਤੇ ਅੱਗੋਂ ਸਤਿਗੁਰੂ ਜੀ ਨੇ ਸਿੱਖ ਦੇ ਰਾਹੀਂ ਸੁਨੇਹਾ ਭਿਜਵਾਇਆ ਕਿ ਗੁਰੂ ਦੇ ਕੋਲ ਆਓ, ਨਿਮਰਤਾ ਧਾਰ ਕੇ ਆਈਦਾ, ਹੰਕਾਰ ਧਾਰ ਕੇ ਨਹੀਂ ਆਈਦਾ। ਉਸ ਵਕਤ ਭਾਈ ਮੱਖਣ ਸ਼ਾਹ ਜੀ ਨੂੰ ਇਸ਼ਾਰਾ ਹੋ ਗਿਆ, ਇਉਂ ਜਾਪਦਾ ਵੀ ਪੂਰਾ ਗੁਰੂ ਇਹੀ ਹੈ। ਅੰਦਰ ਗਏ, ਨਿਮਰਤਾ ਦੇ ਨਾਲ ਗਏ, 5 ਮੋਹਰਾਂ ਸਤਿਗੁਰਾਂ ਦੇ ਚਰਨਾਂ ਤੇ ਰੱਖੀਆਂ ਤੇ ਸਤਿਗੁਰੂ ਬੋਲ ਕੇ ਕਹਿਣ ਲੱਗੇ, ਮੱਖਣ ਸ਼ਾਹ ਕੀ ਗੱਲ ਹੋ ਗਈ? ਅਰਦਾਸ 500 ਮੋਹਰਾਂ ਦੀ ਕਰਦਾ ਪਿਆ ਤੇ ਮੋਹਰਾ 5 ਹੀ ਰੱਖਦਾ ਪਿਆ, ਬਾਕੀ ਦੀਆਂ ਮੋਹਰਾਂ ਕਿੱਥੇ? ਉਸੇ ਵਕਤ ਚਰਨਾਂ ਤੇ ਮੱਥਾ ਟੇਕਿਆ, 500 ਮੋਹਰਾਂ ਸਤਿਗੁਰਾਂ ਦੇ ਚਰਨਾਂ ਤੇ ਭੇਟਾ ਕੀਤੀਆਂ ਤੇ ਕੋਠੇ ਤੇ ਚੜ ਕੇ ਹੋਕਾ ਦਿੱਤਾ, ਗੁਰਲਾਧੋ ਰੇ, ਗੁਰਲਾਧੋ ਰੇ, ਸੱਚਾ ਗੁਰੂ ਪ੍ਰਗਟ ਹੋ ਗਿਆ। ਔਰ ਇਹ ਇਤਿਹਾਸ ਦੇ ਪੰਨੇ ਪੜ੍ਹ ਕੇ ਮੇਰੇ ਮਨ ਵਿੱਚ ਸੋਝੀ ਆਈ, ਸਤਿਗੁਰੂ ਤੇਰਾ ਸ਼ੁਕਰ, ਤੁਸੀਂ ਆਪਣੀ ਕਰਨੀ ਤੋਂ ਸਿਖਾਇਆ ਵੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਨਾ, ਉਹ ਸੱਚੇ ਗੁਰੂ ਨੂੰ ਲੱਭ ਹੀ ਲਵੇਗਾ। ਔਰ ਜਿਹੜਾ ਗੁਰਬਾਣੀ ਤੋਂ ਟੁੱਟ ਜਾਵੇਗਾ ਉਹ ਕਿਸੇ ਡੇਰਿਆਂ ਤੇ ਭਟਕੇਗਾ, ਕਿਸੇ ਪਖੰਡੀਆਂ ਕੋਲ ਭਟਕੇਗਾ। ਔਰ ਦੂਜੇ ਨੰਬਰ ਤੇ ਇਹ ਵੀ ਬੇਨਤੀ ਹੈ, ਜਿਹੜਾ ਜੁੜ ਜਾਵੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਲਾਧੋਰੇ ਦਾ ਹੋਕਾ ਦਵੇ, ਉਹ ਦੂਜਿਆਂ ਨੂੰ ਮੋੜ ਕੇ ਲੈ ਕੇ ਆਵੇ, ਕਿਉਂਕਿ ਜੋ ਆਪ ਜੁੜਿਆ ਹੈ ਦੂਜੇ ਭਟਕਿਆਂ ਨੂੰ ਵੀ ਮੋੜ ਕੇ ਗੁਰੂ ਦੇ ਚਰਨਾਂ ਤੇ ਲੈ ਕੇ ਆਉਣਾ, ਇਹ ਸਾਡਾ ਫਰਜ਼ ਬਣਦਾ ਹੈ। ਸਤ ਸੰਗਤ, ਗੁਰੂ ਲਾਧੋਰੇ ਦਾ ਹੋਕਾ ਦਿੱਤਾ, ਗੁਰੂ ਪ੍ਰਗਟ ਹੋ ਗਿਆ। ਇਸ ਵਕਤ ਇਹ 1664 ਈਸਵੀ ਦੀ ਘਟਨਾ ਹੈ, ਅਗਸਤ 1664 ਈਸਵੀ ਦੀ ਘਟਨਾ ਹੈ। ਆਪ ਜੀ ਗੁਰੂ ਬਣੇ ਆ ਸਾਧ ਸੰਗਤ, ਸਮਾਗਮ ਸੱਜਿਆ ਔਰ ਇੱਥੇ ਧੀਰਮਲ ਨੇ ਆਪ ਜੀ ਤੇ ਹਮਲਾ ਵੀ ਕੀਤਾ ਹੈ। ਪਰ ਤੁਸੀਂ ਦੇਖੋ ਕਮਾਲ ਦਾ ਬਿਰਧ ਹੈ ਆਪ ਜੀ ਦਾ। ਜਦੋਂ ਅਸੀਂ ਸ਼ਲੋਕ ਸਹਿਸਕ੍ਰਿਤੀ ਪੜ੍ਹਦੇ ਆ ਨਾ ਸਾਧ ਸੰਗਤ, ਤੇ ਤੁਸੀਂ ਦੇਖੋ ਇੱਕ ਮਹਾਨ ਪੁਰਸ਼ ਦਾ ਜੀਵਨ ਦੱਸਿਆ ਗੁਰਬਾਣੀ ਦੇ ਵਿੱਚ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਆਉਂਦਾ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ, ਦਇਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਨੰ, ਆਪ ਤਿਆਗ ਸਗਲ ਰੇਣੁਕ ਹੈ, ਖਟ ਲਖਿਆਨ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸੁਅਜਨ ਹੈ। ਪੂਰਨ ਪੁਰਸ਼ ਦੇ 6 ਲੱਛਣ ਹੁੰਦੇ ਨੇ ਔਰ ਉਹਨਾਂ 6 ਲੱਛਣਾਂ ਚੋਂ ਇੱਕ ਲੱਛਣ ਇਹ ਹੈ ਕਿ ਦੁਸ਼ਮਣ ਤੇ ਮਿੱਤਰ ਨੂੰ ਇੱਕ ਕਰਕੇ ਜਾਣਨਾ।
ਜਦੋਂ ਧੀਰਮਲ ਹਮਲਾ ਕਰਦਾ ਹੈ ਔਰ ਆਪ ਜੀ ਬਦਲੇ ਵਿੱਚ ਧੀਰਮਲ ਦਾ ਵੀ ਭਲਾ ਹੀ ਮੰਗਦੇ ਪਏ ਨੇ। ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ, ਇਹ ਇਤਿਹਾਸਕ ਬਚਨ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਗੁਰਬਾਣੀ ਦੇ ਬਚਨ ਨੇ। ਆਪ ਜੀ ਨੇ ਭਲਾ ਮੰਗਿਆ। ਜਦੋਂ ਉਹ ਧੀਰਮਲ ਗੋਲੀ ਚਲਾਉਂਦਾ ਹੈ, ਸਮਾਨ ਲੁੱਟ ਕੇ ਲਿਜਾਂਦਾ ਹੈ, ਭਾਈ ਮੱਖਣ ਸ਼ਾਹ ਜੀ ਉਹ ਧੀਰਮਲ ਨੂੰ ਤੇ ਸ਼ੀਏ ਮਸੰਦ ਜਿਹਨੇ ਗੋਲੀ ਚਲਾਈ ਸੀ ਉਹਨੂੰ ਪਕੜ ਕੇ ਸਤਿਗੁਰਾਂ ਦੇ ਅੱਗੇ ਸਮਰਪਿਤ ਕਰਦੇ ਆ। ਤੇ ਸਤਿਗੁਰੂ ਜੀ ਅੱਗੋਂ ਪਤਾ ਕੀ ਕਹਿੰਦੇ? ਸਿੱਖ ਕਹਿੰਦੇ ਪਾਤਸ਼ਾਹ ਕੀ ਸਜ਼ਾ ਲਾਉਂਦੇ ਹੋ? ਤੇ ਪਾਤਸ਼ਾਹ ਨੇ ਜਵਾਬ ਦਿੱਤਾ, ਇਹਦੀ ਸਜ਼ਾ ਇਹ ਹੈ ਕਿ ਇਹਨੂੰ ਮਾਫ ਕੀਤਾ। ਹੁਣ ਤੁਸੀਂ ਦੇਖੋ, ਮਾਫ ਕਰਨਾ ਵੀ ਕਿਸੇ ਆਮ ਮਨੁੱਖ ਦੇ ਹਿੱਸੇ ਨਹੀਂ ਆ ਸਕਦਾ। ਤੋ ਖੈਰ ਸਤਿਗੁਰੂ ਜੀ ਹੁਣ ਗੁਰੂ ਬਣ ਕੇ ਪ੍ਰਗਟ ਹੋ ਗਏ। ਭਾਈ ਮਤੀ ਦਾਸ, ਭਾਈ ਸਤੀ ਦਾਸ ਔਰ ਭਾਈ ਦਇਆਲਾ ਜੀ, ਇਹ ਹੁਣ ਸਦਾ ਹੀ ਆਪ ਜੀ ਦੇ ਨਾਲ ਰਹਿੰਦੇ ਆ। ਇਹ ਪਿੱਛੋਂ ਮੈਂ ਥੋੜੀ ਜਿਹੀ ਲੜੀ ਤਾਂ ਜੋੜਨੀ ਸੀ ਕਿਉਂਕਿ ਸਾਨੂੰ ਪਤਾ ਲੱਗੇ ਵੀ ਇਹ ਗੁਰਸਿੱਖ ਕਿਵੇਂ ਗੁਰੂ ਘਰ ਨਾਲ ਜੁੜੇ, ਕੀ ਪਹਿਲਾਂ ਰਹਿਮਤਾਂ ਜੁੜੀਆਂ। ਹੁਣ ਇਹ ਸਮਝਿਓ ਸਾਧ ਸੰਗਤ ਕਿ ਜਿਹੜਾ ਭਾਈ ਦਇਆਲ ਦਾਸ ਜੀ ਨੇ, ਆਪ ਜੀ ਦੇ ਘਰ ਦਾ ਪ੍ਰਬੰਧ ਸਾਂਭਦੇ ਆ। ਘਰ-ਬਾਰ ਦੇ ਦੀਵਾਨ ਸਨ ਭਾਈ ਦਇਆਲ ਦਾਸ ਜੀ। ਕਿਉਂਕਿ ਅੱਗੇ ਜਾ ਕੇ ਵੇਖਾਂਗੇ ਜਦੋਂ ਆਪ ਜੀ ਪਟਨੇ ਜਾਂਦੇ, ਪਟਨੇ ਤੋਂ ਬਾਅਦ ਪਰਿਵਾਰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਗਏ ਆ ਨਾ, ਤੇ ਭਾਈ ਦਇਆਲ ਦਾਸ ਜੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਦੇ ਆ। ਤੇ ਭਾਈ ਮਤੀ ਦਾਸ ਜੀ ਆਪ ਜੀ ਦੀਵਾਨ ਸਨ। ਇਹ ਗੁਰੂ ਘਰ ਦੇ ਸਾਰੇ ਉਸ ਦੀਵਾਨੀ ਨੂੰ ਸਾਂਭਦੇ ਸੀ, ਉਹ ਸਾਰੇ ਖਜ਼ਾਨੇ ਨੂੰ ਸਾਂਭਦੇ ਸੀ, ਸਾਰੇ ਲੇਖੇ ਜੋਖੇ ਰੱਖਦੇ ਸੀ। ਦੀਵਾਨ ਜੀ ਕਰਕੇ ਆਪ ਜੀ ਪ੍ਰਚਲਿਤ ਸਨ ਸਾਧ ਸੰਗਤ। ਤੇ ਕਿੰਨਾ ਸਤਿਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਕਿ ਜਦੋਂ ਭਾਈ ਮਤੀ ਦਾਸ ਦੀ ਗੱਲ ਆਉਂਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਅਕਸਰ ਇਹ ਬਚਨ ਕਰਦੇ ਸੀ ਵੀ ਭਾਈ ਮਤੀ ਦਾਸ ਮੇਰਾ ਮਿੱਤਰ ਹੈ। ਉਹਨਾਂ ਨੂੰ ਮੇਰਾ ਮਿੱਤਰ ਕਰਕੇ ਇਤਿਹਾਸ ਦੇ ਵਿੱਚ ਸ਼ਬਦ ਸੰਬੋਧਨ ਕੀਤਾ। ਜਦੋਂ ਭਾਈ ਦਇਆਲ ਦਾਸ ਜੀ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਹੁਕਮਨਾਮਿਆਂ ਦੇ ਵਿੱਚ ਆਪਣਾ ਪੁੱਤਰ ਕਹਿ ਕੇ ਵੀ ਸੰਬੋਧਨ ਕੀਤਾ ਹੈ ਔਰ ਨਾਲ ਇਹ ਵੀ ਬਚਨ ਕੀਤੇ ਆ ਵੀ ਇਹਨਾਂ ਦਾ ਕਿਹਾ ਹੋਇਆ ਮੇਰਾ ਕਿਹਾ ਹੋਇਆ। ਭਾਈ ਸਤੀ ਦਾਸ ਜੀ ਨੂੰ ਵੀ ਹੁਕਮਨਾਮਿਆਂ ਦੇ ਵਿੱਚ, ਜਿਹੜੇ ਸਾਨੂੰ ਹੁਕਮਨਾਮੇ ਮਿਲਦੇ ਰਿਟਨ ਦੇ ਵਿੱਚ, ਉਹਦੇ ਵਿੱਚ ਆਪ ਜੀ ਨੂੰ ਵੀ ਪੁੱਤਰ ਕਹਿ ਕੇ ਸੰਬੋਧਨ ਕੀਤਾ। ਇੰਨਾ ਸਤਿਕਾਰ ਦਿੰਦੇ ਸੀ ਸਾਧ ਸੰਗਤ। ਹੁਣ ਤੁਸੀਂ ਦੇਖੋ ਸਾਧ ਸੰਗਤ ਕਿ ਆਪ ਜੀ ਨੇ ਇਸ ਮਨੁੱਖਤਾ ਦਾ ਭਲਾ ਉਹਨਾਂ ਦੇ ਕਹਿਣ ਤੇ ਨਹੀਂ ਕੀਤਾ। ਜਿਵੇਂ ਅਸੀਂ ਭਾਈ ਗੁਰਦਾਸ ਨੂੰ ਪੜ੍ਹਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ, ਬਾਬਾ ਪਹਿੰਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਚੜਿਆ ਸੋਧਨ ਧਰਤ ਲੁਕਾਈ। ਜਦੋਂ ਸ੍ਰਿਸ਼ਟੀ ਸੜ ਬਲ ਰਹੀ ਸੀ, ਗੁਰੂ ਨਾਨਕ ਸਾਹਿਬ ਨਿਕਲੇ ਆ ਤਾਰਨ ਵਾਸਤੇ, ਤੇ ਉਦਾਸੀਆਂ ਕੇਵਲ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤੀਆਂ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਜੀ ਵੀ ਨਿਕਲੇ ਆ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਯਾਤਰਾ ਕੀਤੀ ਹੈ, ਔਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਸਭ ਤੋਂ ਵੱਧ ਕਿਸੇ ਨੇ ਉਦਾਸੀਆਂ ਕੀਤੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀਆਂ। ਦੁਨੀਆ ਨੂੰ ਤਾਰਨ ਵਾਸਤੇ ਆਪ ਜੀ ਪੂਰਬ ਵੱਲ ਪਿਆਨਾ ਕਰਦੇ ਨੇ ਸਾਧ ਸੰਗਤ। ਔਰ ਯਾਦ ਰਹੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 3 ਵਾਰੀ ਗ੍ਰਿਫਤਾਰੀ ਹੋਈ ਹੈ। ਇੱਕ ਵਾਰੀ ਗ੍ਰਿਫਤਾਰੀ ਦਾ ਆਪਾਂ ਸਾਰਿਆਂ ਨੂੰ ਪਤਾ ਹੈ, ਪਰ 3 ਵਾਰੀ ਗ੍ਰਿਫਤਾਰ ਹੋਏ ਨੇ ਗੁਰੂ ਸਾਹਿਬ ਜੀ। ਗੁਰੂ ਬਣਨ ਤੋਂ ਬਾਅਦ ਜਦੋਂ ਆਪ ਜੀ ਨੇ ਪਹਿਲੀ ਵਾਰ ਪ੍ਰਚਾਰ ਸ਼ੁਰੂ ਕੀਤਾ, ਔਰੰਗਜ਼ੇਬ ਤਖਤ ਤੇ ਬੈਠ ਚੁੱਕਾ ਹੈ ਔਰ ਇਹ ਗੁਰੂ ਸਾਹਿਬ ਦੇ ਪ੍ਰਚਾਰ ਤੋਂ ਇੰਨਾ ਡਰਿਆ ਕਿ ਧਮਧਾਨ ਤੋਂ ਆਪ ਜੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਹ ਵੱਖਰੀ ਗੱਲ ਹੈ ਕਿ ਉਦੋਂ ਰਾਜਾ ਰਾਮ ਸਿੰਘ ਦੇ ਕਹਿਣ ਤੇ ਆਪ ਜੀ ਨੂੰ ਛੱਡ ਦਿੱਤਾ ਗਿਆ। ਔਰ ਜਦੋਂ ਪਹਿਲੀ ਵਾਰ ਗ੍ਰਿਫਤਾਰੀ ਹੋਈ ਉਸ ਵਕਤ ਵੀ ਆਪ ਜੀ ਦੇ ਨਾਲ ਭਾਈ ਸਤੀ ਦਾਸ, ਭਾਈ ਮਤੀ ਦਾਸ ਔਰ ਭਾਈ ਦਇਆਲਾ ਜੀ ਮੌਜੂਦ ਸਨ ਸਾਧ ਸੰਗਤ। ਉਸ ਤੋਂ ਬਾਅਦ ਫਿਰ ਆਪ ਜੀ ਪੂਰਬ ਵਾਲੇ ਪਾਸੇ ਪਿਆਨਾ ਕਰਦੇ ਨੇ ਸਾਧ ਸੰਗਤ। ਪੂਰਬ ਵਾਲੇ ਪਾਸੇ ਵੀ ਦੁਨੀਆ ਨੂੰ ਤਾਰਨ ਨਿਕਲੇ ਆ। ਔਰ ਜਦੋਂ ਪੂਰਬ ਵਾਲਾ ਪਾਸਾ ਭਾਵ ਅਸਾਮ ਵਾਲਾ ਪਾਸਾ, ਜਦੋਂ ਹਿੰਦੁਸਤਾਨ ਦੇ ਇਸ ਵਾਲੇ ਇਲਾਕੇ ਵਾਲੇ ਪਾਸੇ ਜਾਂਦੇ ਆ ਨਾ, ਔਰ ਇੱਧਰ ਜਦੋਂ ਗਏ, ਇਹ ਵੀ ਬੜੇ ਵੱਡੇ ਕਾਰਨ ਬਣ ਚੁੱਕੇ ਆ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ। ਕਿਉਂਕਿ ਯਾਦ ਰਹੇ ਔਰੰਗਜ਼ੇਬ ਤਖਤ ਤੇ ਬੈਠ ਚੁੱਕਾ ਹੈ ਔਰ ਔਰੰਗਜ਼ੇਬ ਤਖਤ ਤੇ ਐਵੇਂ ਨਹੀਂ ਬੈਠਾ, ਆਪਣੇ ਪਰਿਵਾਰ ਦੇ ਖੂਨ ਦੇ ਵਿੱਚ ਤਾਰੀਆਂ ਲਾ ਕੇ ਇਹ ਤਖਤ ਤੇ ਬੈਠਾ ਹੈ ਸਾਧ ਸੰਗਤ। ਇਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ। ਅੱਜ ਥੋੜੀ ਜੀ ਲੜੀ ਜੁੜ ਰਹੀ ਹੈ ਸਾਧ ਸੰਗਤ। ਤੁਸੀਂ ਵੇਖੋ ਔਰੰਗਜ਼ੇਬ ਇੰਨਾ ਜ਼ਾਲਮ ਸੀ ਕਿ ਇਹਨੇ ਆਪਣੇ ਪਰਿਵਾਰ ਨੂੰ ਨਹੀਂ ਛੱਡਿਆ, ਉਹਦੇ ਤੋਂ ਹਿੰਦੁਸਤਾਨ ਦੀ ਪ੍ਰਜਾ ਕੀ ਉਮੀਦ ਕਰ ਸਕਦੀ ਸੀ। ਇਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ
ਔਰ ਉਹਦੇ ਤੇ ਇੰਨੇ ਤਸੀਹੇ ਦਿੱਤੇ ਵੀ ਉਹਨੂੰ ਖਾਣ ਪੀਣ ਤੋਂ ਤੰਗ ਕੀਤਾ। ਸ਼ਾਹਜਹਾਂ ਇੱਕ ਨਿੱਕੀ ਜੀ ਖਿੜਕੀ ਦੇ ਰਾਹੀਂ ਜਮਨਾ ਦਾ ਨਜ਼ਾਰਾ ਦੇਖਦਾ ਸੀ ਔਰ ਇਸ ਔਰੰਗੇ ਨੇ ਉਹ ਖਿੜਕੀ ਤੱਕ ਬੰਦ ਕਰਾ ਦਿੱਤੀ। ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖੀ, ਲਾਹਣਤਾਂ ਪਾਈਆਂ ਔਰ ਬਦਲੇ ਵਿੱਚ ਔਰੰਗੇ ਨੇ ਆਪਣੇ ਪਿਤਾ ਨੂੰ ਇਹ ਗੱਲ ਆਖੀ ਵੀ ਜਿਹੜੀ ਸ਼ਾਹੀ ਦੇ ਨਾਲ ਮੈਨੂੰ ਚਿੱਠੀ ਲਿਖੀ ਹੈ ਨਾ, ਉਹ ਸ਼ਾਹੀ ਪੀ ਕੇ ਗੁਜ਼ਾਰਾ ਕਰ ਲੈ, ਤੈਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ। ਆਪਣੇ ਪਿਤਾ ਤੇ ਇੰਨਾ ਜ਼ੁਲਮ ਕੀਤਾ। ਉਸ ਤੋਂ ਇਲਾਵਾ ਇਹਨੇ ਆਪਣੇ ਭਰਾਵਾਂ ਤੇ ਜ਼ੁਲਮ ਕੀਤਾ। ਆਪਣੇ ਵੱਡੇ ਭਰਾ ਦਾਰਾ ਸ਼ਕੋਹ ਨੂੰ ਇਹਨੇ ਕਤਲ ਕਰਵਾਇਆ। ਪਹਿਲਾਂ ਉਹਨੂੰ ਪਾਟੇ ਪੁਰਾਣੇ ਕੱਪੜੇ ਪਾ ਕੇ ਹਾਥੀ ਤੇ ਬਿਠਾ ਕੇ ਪੂਰੇ ਨਗਰ ਦੇ ਵਿੱਚ ਜਲੂਸ ਕੱਢਿਆ ਗਿਆ। ਫਿਰ ਉਹਦਾ ਸਿਰ ਵੱਢ ਕੇ ਫਿਰ ਉਹਨੂੰ ਦੁਕਾਨ ਤੇ ਉਗਰਾਇਆ ਗਿਆ ਸਾਧ ਸੰਗਤ। ਔਰ ਫਿਰ ਉਹ ਤੋਹਫੇ ਈਦ ਵਾਲੇ ਦਿਨ ਤੋਹਫੇ ਦੇ ਵਜੋਂ ਆਪਣੇ ਵੱਡੇ ਭਰਾ ਦਾ ਸਿਰ ਆਪਣੇ ਪਿਤਾ ਨੂੰ ਸੌਂਪਿਆ ਤਾਂ ਕਿ ਪਿਤਾ ਦਾ ਬਚਿਆ ਖੁਚਿਆ ਹੌਸਲਾ ਵੀ ਟੁੱਟ ਜਾਵੇ। ਭਰਾਵਾਂ ਨੂੰ ਕਤਲ ਕੀਤਾ, ਭਤੀਜਿਆਂ ਨੂੰ ਕਤਲ ਕੀਤਾ, ਆਪਣੇ ਪੁੱਤਰਾਂ ਤੇ ਤਸ਼ੱਦਦ ਕੀਤਾ। ਆਪਣੀ ਭੈਣ ਰੋਸ਼ਨ ਆਰਾ, ਜਿਸ ਭੈਣ ਨੇ ਇਹਨੂੰ ਤਖਤ ਤੇ ਬੈਠਣ ਤੇ ਮਦਦ ਕੀਤੀ ਸੀ ਨਾ ਸਾਧ ਸੰਗਤ, ਉਸ ਭੈਣ ਨੂੰ ਵੀ ਇਹਨੇ ਜ਼ਹਿਰ ਦੇ ਕੇ ਮਾਰਿਆ ਸਾਧ ਸੰਗਤ। ਜਿਨ੍ਹਾਂ ਪੁੱਤਰਾਂ ਨੇ ਇਹਦੇ ਨਾਲ ਇੰਨਾ ਸਹਿਯੋਗ ਦਿੱਤਾ, ਉਹਨਾਂ ਪੁੱਤਰਾਂ ਤੇ ਜ਼ੁਲਮ ਕੀਤਾ। ਕਿਸੇ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿਸੇ ਨੂੰ 7 ਸਾਲ, ਆਪਣੇ ਸਭ ਤੋਂ ਛੋਟੇ ਪੁੱਤਰ ਨੂੰ 7 ਸਾਲ ਇਹਨੇ ਕੈਦ ਵਿੱਚ ਰੱਖਿਆ। ਆਪਣੇ ਭਰਾਵਾਂ ਦਾ ਕਤਲ, ਆਪਣੀ ਸਭ ਤੋਂ ਸਿਆਣੀ ਧੀ ਜੇਬੁਲ ਨਿਸਾ, ਜਿਹਦੀਆਂ ਬੜੀਆਂ ਕਥਾਵਾਂ ਵੀ ਆਉਂਦੀਆਂ, ਉਹਨੂੰ ਵੀ ਜ਼ਹਿਰ ਦੇ ਕੇ ਇਸ ਮਨੁੱਖ ਨੇ ਮਾਰਿਆ। ਇੰਨਾ ਜ਼ੁਲਮ ਪਰਿਵਾਰ ਤੇ ਕੀਤਾ ਔਰ ਇੱਥੋਂ ਤੱਕ ਫਕੀਰਾਂ ਤੱਕ ਨੂੰ ਨਹੀਂ ਛੱਡਿਆ। ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਵੱਡੇ ਵੱਡੇ ਫਕੀਰਾਂ ਨੂੰ ਇਹਨੇ ਇਕੱਤਰ ਕੀਤਾ, ਉਹਨਾਂ ਦੇ ਪੁਰਾਣੇ ਕੱਪੜੇ ਉਤਰਵਾ ਕੇ ਉਹਨਾਂ ਦੀਆਂ ਗੋਦੜੀਆਂ ਤੱਕ ਇਹਨੇ ਖੋਹ ਲਈਆਂ ਸਨ। ਜਮਨਾ ਨਦੀ ਦੇ ਵਿੱਚ ਵੱਡੇ ਵੱਡੇ ਫਕੀਰਾਂ ਨੂੰ ਡੋਬ ਕੇ ਮਾਰਿਆ। ਸਰਮਦ ਵਰਗੇ ਵੱਡੇ ਵੱਡੇ ਫਕੀਰਾਂ ਨੂੰ ਖਤਮ ਕੀਤਾ। ਜਦੋਂ ਇਹਨੇ ਇੰਨਾ ਜ਼ੁਲਮ ਢਾਇਆ ਨਾ ਸਾਧ ਸੰਗਤ, ਤੇ ਜਿੰਨੇ ਵੀ ਮੁਸਲਮਾਨ ਦੇਸ਼, ਦੂਜੇ ਦੇਸ਼ ਸੀ, ਸਾਰੇ ਇਹਦੇ ਵਿਰੋਧ ਵਿੱਚ ਖੜੇ ਹੋ ਗਏ। ਤੇ ਜਦੋਂ ਸਾਰੇ ਮੁਸਲਮਾਨ ਇਲਾਕੇ ਦੇ ਵਿਰੋਧ ਵਿੱਚ ਖੜੇ ਹੋ ਗਏ ਨਾ, ਤੇ ਇਹਨੇ ਮਨ ਵਿੱਚ ਧਾਰੀ ਵੀ ਜੇ ਦੂਸਰੇ ਦੇਸ਼ ਵਾਲਿਆਂ ਨੂੰ ਮੈਂ ਆਪਣੇ ਹੱਕ ਵਿੱਚ ਕਰਨਾ ਹੈ ਤਾਂ ਮੈਂ ਕਾਬੇ ਦੇ ਮੁਫਤੀ ਨੂੰ ਆਪਣੇ ਹੱਕ ਵਿੱਚ ਕਰ ਲਿਆ। ਇਹ ਯਾਦ ਰਹੇ ਸਾਧ ਸੰਗਤ, ਜਿਵੇਂ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਕੇਂਦਰੀ ਅਸਥਾਨ ਹੈ, ਸਭ ਤੋਂ ਵੱਡਾ ਸਥਾਨ ਹੈ, ਤੇ ਉੱਥੋਂ ਦਾ ਜਥੇਦਾਰ ਸਾਡੇ ਵਾਸਤੇ ਸਿਰਮੌਰ ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਾਸਤੇ ਉਹਨਾਂ ਦਾ ਕਾਬਾ ਕੇਂਦਰੀ ਸਥਾਨ ਹੈ ਔਰ ਕਾਬੇ ਦਾ ਜਿਹੜਾ ਮੁਫਤੀ ਹੁੰਦਾ, ਜਿਵੇਂ ਆਪਣਾ ਜਥੇਦਾਰ ਹੁੰਦਾ ਹੈ, ਉਹਨਾਂ ਦਾ ਮੁਫਤੀ ਹੁੰਦਾ ਹੈ, ਉਹ ਵੀ ਇਹਨਾਂ ਵਾਸਤੇ ਬੜਾ ਸਤਿਕਾਰਯੋਗ ਹੁੰਦਾ ਹੈ। ਜਿਵੇਂ ਆਪਣੇ ਜਥੇਦਾਰ ਦਾ ਹੁਕਮ ਪੂਰੀ ਕੌਮ ਮੰਨਦੀ ਹੈ, ਇਹਨਾਂ ਦੇ ਮੁਫਤੀ ਦਾ ਹੁਕਮ ਇਹਨਾਂ ਦੀ ਕੌਮ ਮੰਨਦੀ ਹੈ। ਵੀ ਜੇ ਮੈਂ ਕਾਬੇ ਦੇ ਮੁਫਤੀ ਨੂੰ ਆਪਣੇ ਹੱਕ ਵਿੱਚ ਕਰ ਲਵਾਂਗਾ ਤਾਂ ਸਾਰੇ ਮੁਸਲਮਾਨ ਮੇਰੇ ਹੱਕ 'ਚ ਖੜੇ ਹੋ ਜਾਣਗੇ। ਇਸ ਕਰਕੇ ਇਹਨੇ ਕੁਝ ਤੋਹਫੇ ਵੀ ਭੇਜੇ, ਪਰ ਕਾਬੇ ਦੇ ਮੁਫਤੀ ਨੇ ਇਨਕਾਰ ਕਰ ਦਿੱਤਾ। ਫਿਰ ਇਹਨੇ ਕੀ ਕੀਤਾ, ਇਹਨੇ ਸੋਚਿਆ ਵੀ ਜੇ ਹੁਣ ਕਾਬੇ ਦੇ ਮੁਫਤੀ ਨੂੰ ਆਪਣੇ ਹੱਕ 'ਚ ਕਰਨਾ ਹੈ, ਮੇਰੇ ਕੋਲ ਇੱਕੋ ਹੀ ਤਰੀਕਾ ਬਚਿਆ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਗੈਰ ਮੁਸਲਮਾਨ ਨੇ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਵਾਂ। ਕਿਸੇ ਵੀ ਕੀਮਤ ਤੇ ਜੇ ਮੈਂ ਉਹਨਾਂ ਨੂੰ ਮੁਸਲਮਾਨ ਬਣਾਵਾਂਗਾ, ਕਾਬੇ ਦਾ ਮੁਫਤੀ ਮੇਰੇ ਤੇ ਖੁਸ਼ ਹੋਵੇਗਾ ਤੇ ਸਾਰੇ ਮੁਸਲਮਾਨ ਮੇਰੇ ਹੱਕ 'ਚ ਖੜੇ ਹੋ ਜਾਣਗੇ। ਇਹੀ ਕਾਰਨ ਹੈ ਸਾਧ ਸੰਗਤ ਕਿ ਔਰੰਗਜ਼ੇਬ ਨੇ ਹਿੰਦੁਸਤਾਨ ਦੀ ਧਰਤੀ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ। ਇਹ ਕਾਰਨ ਹੈ ਕਿ ਇਹਨੇ ਵੱਡੀ ਤਾਦਾਦ ਦੇ ਵਿੱਚ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ। ਇੰਨੇ ਜ਼ੁਲਮ ਢਾਏ ਕਿ ਸਭ ਤੋਂ ਪਹਿਲਾਂ ਇਹਨੇ ਹੁਣ ਇੱਥੋਂ ਸਾਨੂੰ ਇਹ ਵੀ ਸਮਝ ਲੱਗੂਗਾ ਵੀ ਅੱਜ ਜਿਹੜੇ ਸਾਨੂੰ ਗੁਲਾਮ ਕਰ ਰਹੇ ਨੇ ਨਾ, ਉਹ ਕੀ ਪੈਂਤੜੇ ਵਰਤਦੇ ਨੇ। ਇਹੀ ਪੈਂਤੜੇ ਔਰੰਗਜ਼ੇਬ ਨੇ ਵਰਤੇ। ਉਹਨੇ ਸਭ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸਾਧ ਸੰਗਤ ਕਿ ਕਿਸੇ ਵੀ ਹਿੰਦੂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ। ਨੌਕਰੀ ਦੇਣੀ ਹੈ ਤੇ ਮੁਸਲਮਾਨ ਨੂੰ ਦੇਣੀ ਹੈ। ਪਹਿਲਾ ਐਲਾਨ ਸੀ ਔਰੰਗਜ਼ੇਬ ਦਾ। ਤੇ ਜਿਹੜੇ ਪਹਿਲਾਂ ਤੋਂ ਹਿੰਦੂ ਨੌਕਰੀ ਤੇ ਲੱਗੇ ਹੋਏ ਸੀ, ਉਹਨਾਂ ਨੂੰ ਐਲਾਨ ਕਰ ਦਿੱਤਾ ਵੀ ਜੇ ਤੁਸੀਂ ਨੌਕਰੀ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੁਸਲਮਾਨ ਹੋਣਾ ਪਵੇਗਾ। ਜੇ ਮੁਸਲਮਾਨ ਨਹੀਂ ਹੋ ਸਕਦੇ ਤੇ ਆਪਣੀ ਨੌਕਰੀ ਛੱਡ ਦਿਓ। ਤੇ ਇਹ ਦੂਸਰਾ ਐਲਾਨ ਸੀ ਔਰੰਗਜ਼ੇਬ ਦਾ। ਜਦੋਂ ਵੀ ਕਿਸੇ ਨੂੰ ਗੁਲਾਮ ਬਣਾਇਆ ਜਾਂਦਾ ਹੈ ਨਾ, ਸਭ ਤੋਂ ਪਹਿਲਾਂ ਉਹਦੀਆਂ ਨੌਕਰੀ ਦੀਆਂ ਆਪਸ਼ਨਸ ਖੋਈਆਂ ਜਾਂਦੀਆਂ। ਅੱਜ ਤੁਸੀਂ ਵੇਖ ਲਓ, ਅਕਸਰ ਆਪਾਂ ਬੇਨਤੀ ਕਰਦੇ ਹੁੰਦੇ ਆ, ਅੱਜ ਸਿੱਖਾਂ ਤੋਂ ਪਹਿਲਾਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਨੌਕਰੀਆਂ ਵਾਲੀਆਂ ਆਪਸ਼ਨਸ ਖੋਈਆਂ ਜਾਂਦੀਆਂ। ਮੈਂ ਆਪਣੇ ਅੱਖੀ ਮਿਸਾਲਾਂ ਦੇਖ ਚੁੱਕਿਆ ਸਾਧ ਸੰਗਤ। ਮੇਰੇ ਨਾਲ ਕਈ ਸਿੰਘ ਪੜ੍ਹਦੇ ਰਹੇ ਆ ਜਿਹੜੇ ਸਾਬਤ ਸੂਰਤ ਸਨ। ਉਹ ਵੱਡੇ ਤੋਂ ਵੱਡੇ ਐਗਜ਼ਾਮ ਕਲੀਅਰ ਕਰਦੇ ਸੀ,
ਉਹਨਾਂ ਨੂੰ ਇੰਟਰਵਿਊ ਦੇ ਵਿੱਚ ਫੇਲ ਕਰ ਦਿੱਤਾ ਜਾਂਦਾ ਸੀ। ਹੁਣ ਗੇਟ ਵਰਗੇ ਵੱਡੇ ਐਗਜ਼ਾਮ ਸ਼ਾਇਦ ਜਿਹੜੇ ਪੜ੍ਹਾਈ ਲਿਖਾਈ ਵਾਲੇ ਹੈਗੇ ਉਹਨਾਂ ਨੂੰ ਪਤਾ ਹੋਵੇਗਾ, ਬੀਟੈਕ ਕਰਨ ਤੋਂ ਬਾਅਦ ਗੇਟ ਦਾ ਐਗਜ਼ਾਮ ਦਿੱਤਾ ਜਾਂਦਾ ਹੈ ਤਾਂ ਕਿ ਐਮਟੈਕ ਦੇ ਵਾਸਤੇ ਕੋਈ ਵਧੀਆ ਕਾਲਜ ਮਿਲ ਸਕੇ। ਤੇ ਮੇਰੇ ਨਾਲ ਪੜ੍ਹਦੇ ਮੇਰੇ ਜਿੱਥੇ ਮੈਂ ਕਥਾ ਕਰਨ ਜਾਂਦਾ ਸੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੀ ਇਹ ਘਟਨਾ ਹੈ। ਉਹ ਵੀਰ 3-4 ਸਾਲ ਤੋਂ ਗੇਟ ਦੀ ਨੌਕਰੀ ਦੀ ਗੇਟ ਪੇਪਰ ਦੀ ਤਿਆਰੀ ਕਰ ਰਿਹਾ ਤੇ ਹਰ ਵਾਰੀ ਗੇਟ ਕਲੀਅਰ ਕਰਦਾ ਹੈ ਪਰ ਉਹ ਅੱਗੇ ਜਾ ਕੇ ਉਹਨੂੰ ਇਨਕਾਰ ਕਰ ਦਿੱਤਾ ਜਾਂਦਾ, ਇਗਨੋਰ ਕਰ ਦਿੱਤਾ ਜਾਂਦਾ। ਕਿੰਨੇ IAS ਅਫਸਰ ਨੇ ਜਿਹੜੇ ਆਪਣੇ ਪੇਪਰ ਸਿੱਖ ਹੋ ਕੇ ਕਲੀਅਰ ਕਰਦੇ ਨੇ। ਆ ਪਿੱਛੇ ਜੇ ਇੱਕ ਖਬਰ ਵੀ ਆਈ ਅਖਬਾਰ ਦੇ ਵਿੱਚ ਕਿ ਕੁਝ ਸਿੱਖ ਹੋਣ ਕਰਕੇ ਉਹਨਾਂ ਨੂੰ ਜੱਜ ਦੀ ਪੋਸਟ ਨਾ ਦਿੱਤੀ ਗਈ। ਇਹ ਪਹਿਲਾ ਤਰੀਕਾ ਹੁੰਦਾ ਹੈ ਜ਼ਾਲਮ ਸਰਕਾਰਾਂ ਦੇ ਵੱਲੋਂ ਕਿ ਇਹਨਾਂ ਨੂੰ ਵੱਡੇ ਰੁਤਬਿਆਂ ਤੇ ਨਹੀਂ ਪਹੁੰਚਣ ਦੇਣਾ। ਇਹੀ ਕੰਮ ਔਰੰਗਜ਼ੇਬ ਨੇ ਕੀਤਾ ਸੀ। ਇਹਨੇ ਸਭ ਤੋਂ ਪਹਿਲਾਂ ਹਿੰਦੂ ਵੀਰਾਂ ਦੀਆਂ ਨੌਕਰੀਆਂ ਖੋਹੀਆਂ। ਦੂਜਾ ਤਰੀਕਾ ਜਿਹੜੇ ਬਾਦਸ਼ਾਹ ਵਰਤਦੇ ਕਿਸੇ ਨੂੰ ਗੁਲਾਮ ਬਣਾਉਣ ਵਾਸਤੇ ਸਾਧ ਸੰਗਤ, ਉਹ ਇਹ ਕਿ ਉਹਨਾਂ ਨੂੰ ਫਾਈਨੈਂਸ਼ੀਅਲ ਤੌਰ ਤੇ ਦਿੱਕਤ ਵਿੱਚ ਲੈ ਕੇ ਆਉਂਦੇ ਆ, ਤੰਗ ਕਰਦੇ ਆ। ਇਸ ਔਰੰਗਜ਼ੇਬ ਨੇ ਕੀ ਕੀਤਾ ਵੀ ਇਹਨਾਂ ਨੇ ਹਿੰਦੂਆਂ ਤੇ ਜਜੀਆ ਟੈਕਸ ਦੁਬਾਰਾ ਲਾਗੂ ਕਰ ਦਿੱਤਾ। ਜਿਹੜਾ ਅਕਬਰ ਨੇ ਬੰਦ ਕੀਤਾ ਸੀ, ਔਰੰਗਜ਼ੇਬ ਨੇ ਜਜੀਆ ਟੈਕਸ ਦੁਬਾਰਾ ਲਾਗੂ ਕਰ ਦਿੱਤਾ। ਤੇ ਕੁਝ ਇਹੋ ਜਿਹੇ ਟੈਕਸ ਸੀ ਜਿਹੜੇ ਘਰ ਸ਼ਹਿਰ ਦੀ ਸਾਫ਼ ਸਫਾਈ ਵਾਸਤੇ ਲਏ ਜਾਂਦੇ ਸੀ। ਔਰੰਗਜ਼ੇਬ ਨੇ ਐਲਾਨ ਕੀਤਾ ਵੀ ਇਹ ਟੈਕਸ ਹਿੰਦੂਆਂ ਦਾ ਦੁੱਗਣਾ ਕਰ ਦਿੱਤਾ ਜਾਵੇ ਤੇ ਮੁਸਲਮਾਨਾਂ ਦਾ ਅੱਧਾ ਕਰ ਦਿੱਤਾ ਜਾਵੇ, ਔਰ ਬਾਅਦ ਵਿੱਚ ਜਾ ਕੇ ਉਹਨਾਂ ਦਾ ਮਾਫ ਹੀ ਕਰ ਦਿੱਤਾ। ਹੁਣ ਫਾਈਨੈਂਸ਼ੀਅਲ ਤੌਰ ਤੇ, ਆਰਥਿਕ ਤੌਰ ਤੇ ਹਿੰਦੂ ਵੀਰਾਂ ਨੂੰ ਤੰਗ ਕੀਤਾ ਜਾਣ ਲੱਗਾ। ਫਿਰ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਠੇਸ ਪਹੁੰਚਾਉਣੀ ਸ਼ੁਰੂ ਕੀਤੀ। ਵੱਡੇ ਵੱਡੇ ਮੰਦਿਰ ਹਿੰਦੂ ਵੀਰਾਂ ਦੇ ਢਾਏ ਗਏ। ਸਾਧ ਸੰਗਤ, ਗੁਜਰਾਤ ਦਾ ਪ੍ਰਸਿੱਧ ਮੰਦਿਰ ਢਾਹ ਕੇ ਮਸਜਿਦ ਬਣਾਇਆ ਗਿਆ। ਬਨਾਰਸ ਦਾ ਪ੍ਰਸਿੱਧ ਮੰਦਿਰ ਗੋਪੀਨਾਥ ਮੰਦਿਰ ਢਾਇਆ ਗਿਆ। ਮਥੁਰਾ ਦਾ ਪ੍ਰਸਿੱਧ ਮੰਦਿਰ ਕੇਸ਼ਵ ਮੰਦਿਰ ਢਾਹ ਕੇ ਮਸਜਿਦ ਬਣਾਇਆ ਗਿਆ। ਅਯੋਧਿਆ ਦਾ ਪ੍ਰਸਿੱਧ ਮੰਦਿਰ ਸ਼੍ਰੀ ਰਾਮ ਮੰਦਿਰ ਢਾਇਆ ਗਿਆ। ਅਣਗਿਣਤ ਮੰਦਿਰ ਢਾਹ ਕੇ ਮਸਜਿਦ ਬਣਾਏ ਗਏ। ਔਰ ਇਤਿਹਾਸ ਦੇ ਵਿੱਚ ਇੱਥੋਂ ਤੱਕ ਲਿਖਿਆ ਹੈ ਇਹ ਕੀ ਕਰਦਾ ਸੀ ਕਿ ਹਿੰਦੂ ਵੀਰਾਂ ਦੇ ਮੰਦਿਰਾਂ ਵਿੱਚੋਂ ਬੁੱਤ ਢਾਹ ਕੇ ਤੋੜ ਕੇ ਇਹਨੇ ਆਗਰੇ ਦੀ ਮਸਜਿਦ ਦੀਆਂ ਪੌੜੀਆਂ ਥੱਲੇ ਦਫਨਾ ਦਿੱਤੇ ਤਾਂ ਕਿ ਪੈਰਾਂ ਵਿੱਚ ਲਤਾੜੇ ਜਾਣ। ਇੰਨਾ ਜਦੋਂ ਜ਼ੁਲਮ ਸ਼ੁਰੂ ਹੋਇਆ, ਕਹਿੰਦੇ ਇੱਕ ਵਾਰੀ ਹਿੰਦੂ ਵੀਰਾਂ ਦਾ ਵੱਡਾ ਇਕੱਠ ਦਿੱਲੀ ਦੇ ਵਿੱਚ ਇਕੱਠਾ ਹੋਇਆ, ਰੋਸ ਮੁਜ਼ਾਹਰਾ ਕੀਤਾ ਔਰ ਪੁਕਾਰ ਕੀਤੀ ਔਰੰਗਜ਼ੇਬ ਦੇ ਅੱਗੇ ਕਿ ਸਾਡਾ ਟੈਕਸ, ਜਜੀਆ ਟੈਕਸ ਮਾਫ ਕੀਤਾ ਜਾਵੇ। ਤੇ ਉਹਨਾਂ ਦੀ ਪੁਕਾਰ ਤਾਂ ਕੀ ਸੁਣਨੀ ਸੀ। ਔਰੰਗਜ਼ੇਬ ਨੇ ਮਸਤ ਹਾਥੀਆਂ ਦੇ ਨਾਲ ਉਹਨਾਂ ਹਿੰਦੂ ਵੀਰਾਂ ਨੂੰ ਕੁਚਲਵਾ ਕੇ ਮਾਰ ਦਿੱਤਾ ਵੱਡੀ ਗਿਣਤੀ ਦੇ ਵਿੱਚ। ਇਤਿਹਾਸ ਦੱਸਦਾ ਵੀ ਸਵਾ ਮਣ ਇਹ ਜੰਜੂ ਲਾਉਂਦਾ ਸੀ, ਫਿਰ ਰੋਟੀ ਖਾਂਦਾ ਸੀ। ਔਰ ਇਹਨੇ ਆਪਣੇ ਥੱਲੇ ਅਹਿਲਕਾਰਾਂ ਨੂੰ ਐਲਾਨ ਕਰਤਾ, ਜਿਵੇਂ ਸਾਡੇ ਵੀ ਐਲਾਨ ਹੋਏ ਸੀ। ਥੱਲੇ ਅਹਿਲਕਾਰਾਂ ਨੂੰ ਐਲਾਨ ਕਰ ਦਿੱਤਾ ਗਿਆ ਤੁਸੀਂ ਕਿਸੇ ਵੀ ਤਰ੍ਹਾਂ ਜਿਹੜਾ ਤਰੀਕਾ ਵਰਤਣਾ ਵਰਤੋ। ਲਾਲਚ ਦੇਣੇ ਲਾਲਚ ਦਿਓ, ਜ਼ੁਲਮ ਕਰਨਾ ਜ਼ੁਲਮ ਕਰੋ, ਮੁਕੱਦਮੇ ਬਣਾਉਣੇ ਮੁਕੱਦਮੇ ਬਣਾਓ, ਜਿਹੜਾ ਮਰਜ਼ੀ ਤਰੀਕਾ ਵਰਤੋ, ਪਰ ਇਹਨਾਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹੈ। ਔਰ ਇਹਨੇ ਆਪਣੇ ਥੱਲੇ ਜਿੰਨੇ ਵੀ ਅਹਿਲਕਾਰ ਸੀ ਸਾਰਿਆਂ ਨੂੰ ਹੁਕਮ ਲਾਤਾ। ਮੈਂ ਅਕਸਰ ਬੇਨਤੀ ਕਰਦਾ ਹੁੰਨਾ ਹੈ, ਇਤਿਹਾਸ ਦੇ ਪੰਨਿਆਂ ਚੋਂ ਅੱਜ ਦੇਖਿਆ ਕਰੋ, ਉਦੋਂ ਔਰੰਗਾ ਰਾਜ ਕਰਦਾ ਸੀ, ਉਹ ਐਵੇਂ ਦੀ ਖੁੱਲ੍ਹ ਦਿੰਦਾ ਸੀ। ਔਰ ਅੱਜ ਜਿਨ੍ਹਾਂ ਦਾ ਰਾਜ ਹੈ ਨਾ, ਉਹਨਾਂ ਨੇ ਵੀ ਖੁੱਲ੍ਹ ਆਪਣੇ ਥੱਲੇ ਅਹਿਲਕਾਰਾਂ ਨੂੰ ਦਿੱਤੀਆਂ ਵੀ ਸਿੱਖਾਂ ਨੂੰ ਗੁਲਾਮ ਬਣਾਉਣਾ ਹੈ, ਜਿਹੜੇ ਮੁਕੱਦਮੇ ਬਣਾਉਣੇ ਬਣਾਓ, ਜਿਵੇਂ ਮਾਰਨਾ ਮਾਰ ਦਿਓ, ਲਾਲਚ ਦੇਣੇ ਲਾਲਚ ਦੇ ਦਿਓ, ਪਰ ਸਿੱਖ ਕੌਮ ਨੂੰ ਖਤਮ ਕਰਨਾ ਹੈ। ਔਰ ਇਹ ਕੁਝ ਸਾਡੇ ਨਾਲ ਕੀਤਾ ਗਿਆ। ਇਹ ਗੱਲਾਂ ਕਹਿਣ ਮਾਤਰ ਨਹੀਂ, ਹੁਣ ਤਾਂ ਖਬਰਾਂ ਵੀ ਆ ਗਈਆਂ। ਇਹ ਪੁਲਿਸ ਵਾਲੇ ਅਦਾਲਤਾਂ ਵਿੱਚ ਜਾ ਕੇ ਆਪਣੇ ਜ਼ੁਲਮ ਕਬੂਲ ਵੀ ਚੁੱਕੇ। ਸਾਧ ਸੰਗਤ, ਆ ਪਿੱਛੇ ਜੇ ਦੀ ਖਬਰ ਹੈ ਸਾਧ ਸੰਗਤ, ਇਹ ਸੱਚਮੁੱਚ ਹੋਇਆ। ਇਹ ਕੁਝ ਔਰੰਗਜ਼ੇਬ ਨੇ ਵੀ ਕੀਤਾ। ਜਦੋਂ ਇੰਨਾ ਜ਼ੁਲਮ ਢਾਇਆ ਗਿਆ ਤੇ ਆਖਰ ਔਰੰਗਜ਼ੇਬ ਨੇ ਹੁਣ ਇੱਕ ਵੱਡੇ ਤੋਂ ਸ਼ੁਰੂ ਕਰ ਦਿੱਤਾ। ਇਹਨੇ ਕਸ਼ਮੀਰ ਤੋਂ ਸ਼ੁਰੂ ਕੀਤਾ। ਸਾਧ ਸੰਗਤ, ਔਰ ਅਕਸਰ ਕਈ ਸਵਾਲ ਕਰ ਲੈਂਦੇ ਆ ਵੀ ਕਸ਼ਮੀਰ ਤੋਂ ਹੀ ਕਿਉਂ ਸ਼ੁਰੂ ਕੀਤਾ। ਉਹਦਾ ਇੱਕ ਕਾਰਨ ਹੈ। ਪਹਿਲਾ ਕਾਰਨ ਇਹ ਹੈ ਸਾਧ ਸੰਗਤ, ਕਿਉਂਕਿ ਇਹਨੇ ਸੋਚ ਲਿਆ ਸੀ ਵੀ ਮੈਂ ਹੁਣ ਇੱਕ ਵੱਡੇ ਤੋਂ ਸਫਾਇਆ ਕਰਨਾ ਸ਼ੁਰੂ ਕਰ ਦੇ। ਔਰ ਕਸ਼ਮੀਰ ਇਲਾਕਾ ਮੁਸਲਮਾਨ ਦੇਸ਼ਾਂ ਦੇ ਨਾਲ ਲੱਗਦਾ ਇਲਾਕਾ ਹੈ, ਇਸ ਕਰਕੇ ਨੇ ਕਸ਼ਮੀਰ ਚੁਣਿਆ ਵੀ ਇਹ ਤਾਂ ਇਸਲਾਮਿਕ ਕੰਟਰੀਜ਼ ਦੇ ਨਾਲ ਲੱਗਦਾ ਇਲਾਕਾ ਹੈ, ਮੈਂ ਇੱਕ ਵੱਡੇ ਤੋਂ ਸ਼ੁਰੂ ਕਰਾਂ। ਦੂਜਾ ਕਾਰਨ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਕਸ਼ਮੀਰ ਪੱਛਮ ਵਾਲੇ ਪਾਸੇ ਪੈਂਦਾ ਹੈ, ਮੁਸਲਮਾਨਾਂ ਦੀ ਸ਼ਰਧਾ ਬੜੀ ਹੁੰਦੀ ਪੱਛਮ ਵਾਲੇ ਪਾਸੇ, ਕਿਉਂਕਿ ਸਜਦਾ ਵੀ ਕਰਦੇ ਆ ਨਾ ਪੱਛਮ ਵਾਲੇ ਪਾਸੇ, ਸਿਰ ਝੁਕਾ ਕੇ ਸਜਦਾ ਕਰਦੇ ਆ, ਕਿਉਂਕਿ ਪੱਛਮ ਵਾਲੇ ਪਾਸੇ ਇਹਨਾਂ ਦਾ ਮੱਕਾ ਕਾਬਾ ਪੈਂਦਾ ਹੈ। ਇਸ ਕਰਕੇ ਇਹਨੇ ਸੋਚਿਆ ਵੀ ਇਹ ਚੰਗਾ ਹੋਵੇਗਾ ਮੈਂ ਪੱਛਮ ਵਾਲੇ ਪਾਸਿਓਂ ਸ਼ੁਰੂ ਕਰਾਂ। ਇਸ ਕਰਕੇ ਇਹਨੇ
ਕੇਸ ਵਾਲੇ ਪਾਸਿਓਂ ਕਸ਼ਮੀਰ ਵਾਲੇ ਪਾਸਿਓਂ ਸ਼ੁਰੂ ਕੀਤਾ ਸਾਧ ਸੰਗਤ। ਔਰ ਤੀਸਰਾ ਕਾਰਨ ਜਿਹੜਾ ਮਹਿਮਾ ਪ੍ਰਕਾਸ਼ ਦੇ ਵਿੱਚ ਲਿਖਿਆ ਉਹ ਇਹ ਸਾਧ ਸੰਗਤ ਕਿ ਕਸ਼ਮੀਰ ਜਿਹੜਾ ਹੈ ਨਾ ਸਾਧ ਸੰਗਤ, ਇਹ ਵੱਡੇ ਵੱਡੇ ਵਿਦਵਾਨਾਂ ਤੇ ਪੰਡਤਾਂ ਦਾ ਗੜ੍ਹ ਹੋਇਆ ਕਰਦਾ ਸੀ। ਤੇ ਔਰੰਗਜ਼ੇਬ ਦੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਵੱਡੇ ਵੱਡੇ ਵਿਦਵਾਨਾਂ ਨੂੰ ਮੈਂ ਆਪਣੇ ਧਰਮ ਵਿੱਚ ਲੈ ਆਵਾਂ, ਕਿਉਂਕਿ ਏਡੇ ਵੱਡੇ ਵਿਦਵਾਨਾਂ ਨੂੰ ਜਦੋਂ ਮੈਂ ਆਪਣਾ ਧਰਮ ਵਾਲਾ ਬਣਾਤਾ ਮੇਰੇ ਧਰਮ ਦਾ ਬੜਾ ਭਲਾ ਹੋਵੇਗਾ। ਇਸ ਕਰਕੇ ਨੇ ਕਸ਼ਮੀਰ ਚੁਣਿਆ। ਕਸ਼ਮੀਰ ਦਾ ਪਹਿਲਾਂ ਸੂਬੇਦਾਰ ਸੈਫ ਖਾਨ ਸੀ, ਪਰ ਸੈਫ ਖਾਨ ਬੜਾ ਭਲਾ ਬੰਦਾ ਸੀ। ਇਸ ਕਰਕੇ ਔਰੰਗਜ਼ੇਬ ਨੇ ਕੀ ਕੀਤਾ ਵੀ ਉਹਨੂੰ ਹਟਾ ਕੇ ਸ਼ੇਰ ਅਫਗਨ ਖਾਨ ਨੂੰ ਕਸ਼ਮੀਰ ਦਾ ਸੂਬੇਦਾਰ ਲਾਇਆ। ਹੁਕਮ ਕਰ ਦਿੱਤਾ ਜਿਹੜਾ ਤਰੀਕੇ ਨਾਲ ਵਰਤਣਾ ਵਰਤ, ਪਰ ਸਾਰੇ ਕਸ਼ਮੀਰ ਨੂੰ ਤੂੰ ਮੁਸਲਮਾਨ ਬਣਾਉਣਾ। ਇਸ ਕਰਕੇ ਸ਼ੇਰ ਅਫਗਨ ਖਾਨ ਨੇ ਪਹਿਲਾਂ ਲਾਲਚ ਦੇਣੇ ਸ਼ੁਰੂ ਕੀਤੇ। ਕੁਝ ਤਾਂ ਲਾਲਚ ਵਸ ਹੋ ਕੇ ਹੀ ਸਾਧ ਸੰਗਤ ਮੁਸਲਮਾਨ ਹੋ ਗਏ, ਪਰ ਜਿਹੜੇ ਰਹਿ ਗਏ ਉਹਨਾਂ ਤੇ ਤੰਗੀਆਂ ਕਰਨੀਆਂ ਸ਼ੁਰੂ ਕੀਤੀਆਂ, ਜ਼ੁਲਮ ਕਰਨੇ ਸ਼ੁਰੂ ਕੀਤੇ। ਜਦੋਂ ਇੰਨੇ ਜ਼ੁਲਮ ਹੋਣ ਲੱਗੇ ਨਾ ਸਾਧ ਸੰਗਤ, ਤੇ ਇਹਨਾਂ ਪੰਡਤਾਂ ਦਾ ਅਗਵਾਈ ਕਰ ਰਿਹਾ ਸੀ ਪੰਡਤ ਕਿਰਪਾ ਰਾਮ ਜੀ। ਉਹਨੇ ਫਿਰ ਸ਼ੇਰ ਅਫਗਨ ਖਾਨ ਤੋਂ ਕੁਝ ਸਮਾਂ ਮੰਗਿਆ ਕਿ ਮੈਨੂੰ ਕੁਝ ਸਮਾਂ ਦਿੱਤਾ ਜਾਵੇ। ਕੁਝ ਸਮੇਂ ਬਾਅਦ ਅਸੀਂ ਆਪਣੇ ਆਪ ਹੀ, ਜੇ ਅਸੀਂ ਕੋਈ ਹੱਲ ਨਾ ਕੱਢ ਸਕੇ, ਆਪਣੇ ਆਪ ਹੀ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ। ਸਮਾਂ ਦੇ ਦਿੱਤਾ ਗਿਆ ਤੇ ਇਹਨੇ ਕੀ ਕੀਤਾ ਵੀ ਸਾਰੇ ਵੱਡੇ ਵੱਡੇ ਪੁਰੋਹਿਤਾਂ ਤੇ ਪੰਡਤਾਂ ਨੂੰ ਲੈ ਕਰਕੇ ਇਹਨਾਂ ਨੇ ਅਮਰਨਾਥ ਦੀ ਯਾਤਰਾ ਕੀਤੀ ਹੈ ਸਾਧ ਸੰਗਤ। शिव जी के अस्थान ते गए आ, पूजा की, हवन कराए, हर तरीके वरते। इन्हां दे मन की इच्छा सी भी शिव जी अपना तीसरा नेत्र खोलणगे ते साडी रक्षा करनगे। हर तरह की पूजा करके देख लई, हर तरीके वरत के देख लए, पर कोई आसरा ना मिलिया। जदों हुण कोई टिकाणा ना मिलिया साध संगत, कोई हल ना लभ्या। आखिर पंडित किरपा राम दे ध्यान च इक्को ही दर बचदा सी। हुण इक्को ही दर है, धन गुरु तेग बहादुर साहब सच्चे पातशाह दा, जिहड़ा सानूं बचा सकदा है। याद रहे साध संगत, ये पंडित किरपा राम कौन है? ये पंडित किरपा राम गुरु नानक दे घर दी अजमत नूं जाणदा सी। क्योंकि पंडित किरपा राम इतिहास दे विच लिखिया है कि उस ब्रह्मदास दा पड़पोतरा सी, उहदे परिवार विचों सी, जिस ब्रह्मदास नूं कदी अपनी विद्या दा बहुत हंकार होया करदा सी। ते गुरु नानक साहब ने उस ब्रह्मदास नूं मुखातब होके ये पौड़ी उचारण कीती सी, ये बचन उचारण कीता सी जिहड़ा असीं पढ़दे हां आसा दी वार विच कि पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है। ये सारा बचन जिहड़ा है उस ब्रह्मदास नूं मुखातब होके गुरु नानक साहब ने कीता सी। उसे ब्रह्मदास दे परिवार विचों सी पंडित किरपा राम। इस करके जानदा सी कि गुरु नानक दा घर ही ऐसा घर है जिहड़ा सानूं बचा सकदा है। इस करके पंडित किरपा राम सारे पंडितां कश्मीरी पंडितां नूं लै करके आनंदपुर साहिब दी धरती ते पहुंचदा। आनंदपुर साहिब दी धरती ते आके धन साहिब श्री गुरु तेग बहादुर साहिब जी दे चरनां ते आके अरदास कीती, पातशाह असीं सारे हीले वरत के वेख लए, सारे तरीके वरत के देख लए, तुसीं किरपा करो, हुण तुसीं ही सानूं बचा सकदे हो। साडे जंजू ते खतरा बन गया है, साडे मंदिरां नूं खतरा पै गया है, साडे इष्ट नूं खतरा पै गया है। हुण जे साडी कोई रक्षा कर सकदा है सतगुरु केवल तुसीं कर सकदे। दुखिए विपर जो चल के आए पूरी आनंद, बाह साडी पकड़िए गुरु हर गोबिंद के चंद। हे सतगुरु साडी बाह पकड़नी करो। ते उस वक्त सतगुरु ने जवाब दिता। हुण तुसीं देखो किन्नियां प्यारियां घटनावां हुंदियां इतिहास दे विच। जदों इन्हां प्रोहितां ने अरदास कीती ना साध संगत, इन्हां दे मन विच इक फुरना उठिया भी अरदास तां करती है, पर की साडी अरदास सुनी जावेगी? क्योंकि ये तो वो घर है जिहड़ा जनेऊ नूं मनदा नहीं। क्योंकि पहले जामे विच गुरु नानक साहब ने जंजू पाउण तो इनकार कर दिता। जिहड़े जंजू दी रस्म नूं आप नहीं मनदे, जिहड़े आप जनेऊ पाउंदे नहीं, आप बुत पूजदे नहीं, आप उत्थे मंदिरां च जांदे नहीं, कि वो साडी मंदिरां दी रक्षा करनगे? ते अंतरजामी पातशाह ने फुरनियां नूं जाणदियां होइयां जवाब दिता, पंडित जी बाह जिन्हां दी पकड़ी है सिर दीजै बाह ना छोड़ी है। तेग बहादुर बोलिया धर पई है धर्म ना छोड़ी है, असीं तुहाडी बाह जरूर फड़ांगे। की होया? असीं तुहाडी विचारधारा नाल सहमत नहीं। क्योंकि गल इत्थे जंजू पाउण दी नहीं, गल धक्के दी सी। कोई धक्के नाल जनेऊ पाउणा चाहुंदा सी, गुरु नानक ने पाउण नहीं दिता। अज कोई धक्के नाल जनेऊ लाउणा चाहुंदा, असीं लैण भी नहीं देना, असीं लैण भी नहीं देना।
गल धक्के दी हुंदी साध संगत। सतगुरु जी दा फरमान है ना, भै काहू को देत नह, नह पै मानत आन, कहो नानक सुन रे मना, ज्ञानी ताहे बखान। महाराज कहंदे गल जंजू पाउण जां ना पाउण दी नहीं, गल धक्के दी आ। धक्के नाल कुछ भी कराओगे, असीं धक्का नहीं होण देना इस समाज दे विच। और मैं माफ़ी मांग के बेनती करा, अज ना माफ़ करियो, असीं भी बड़ियां क्रियावां ना धक्के नाल बड़ियां कराउणियां शुरू कर दित्तियां। धर्म कदी भी धक्के नाल नहीं कमाया जा सकता। धर्म ना लालच नाल कमाया जा सकता है, ना धक्के नाल कमाया जा सकता है। धर्म तां प्रेम नाल कमाया जा सकता है। तो जो प्रेम हुंदा है ना, फिर जो तो प्रेम खेलन का चाओ, सिर धर तली गली मेरी आओ, इत मार्ग पैर तरीजै, सिर दीजै कान ना कीजै। प्रेम वाले ही साध संगत कुर्बानियां दे सकते हैं। गगन दमामा बाजियो परयो निशाना घाओ, खेत जो मांडियो सूरमा, अब जूझन को दाओ, सूरा सो पहचानिए, जो लरै दीन के हेत, पुरजा पुरजा कट मरै, कबहू ना छाडै खेत। इन्हां दुखीए विपर दुखीए पंडितां ने अरदास कीती, सतगुरु कहंदे बांह जरूर फड़ांगे, ते एक वारी गुरु नानक दा घर जिन्हां दी बांह फड़ लवे, सिर तां दे सकदे आ, बांह नहीं छड्डांगे। बांह जिन्हां दी पकड़ी है, सिर दीजै, बांह ना छोड़िए। तेग बहादुर बोलिया, धर पईए धर्म ना छोड़िए। उस वक्त सतगुरु जी ने ऐलान किया, जाओ औरंगजेब नूं कह दिओ भी जे ओ सिखां दे गुरु गुरु तेग बहादुर साहब जी नूं मुसलमान बना देन, ते सारा हिंदू जगत भी मुसलमान हो जाएगा। ते जे वो सिखां दे गुरु नूं मुसलमान ना बना सकिया, औरंगजेब नूं हार मननी पऊगी, अपना जुल्म रोकना पवेगा। ये ऐलान कर दिता। और नाल ही तुसीं वेखो इत्थे एक परख भी हुई है, क्योंकि सतगुरु जी नूं पता सी हुण सिर लगना है, सीस देना पैना है। इस करके सतगुरु जी ने ना इत्थे भरी सभा दे विच एक परख लई है साध संगत। क्योंकि जदों भी अगले गुरु नूं जामा पहनाया जाता सी ना, सिੱਖੀ घर दी रवायत रही है भी संगत दे निश्चे वास्ते परख लई जाती सी। गुरु नानक साहब ने भाई लहणे दी लई परख, गुरु तेग बहादुर साहब ने भी लई। आप जी ने भरी संगत दे विच उच्ची आवाज विच बोल के आख्या, क्योंकि धन गुरु गोबिंद राय जी उस वक्त 9 सालां दे सन, दरबार च मौजूद सन। और आप जी नूं पता सी भी आप जी डिजर्व करते ने 10वां जामा धारण करने वास्ते, इस करके परख लैनी सी। और आप जी ने ये भरी संगत विच गल आखी कि गोबिंद राय जी, इन्हां नूं बचाउण वास्ते हुण किसे महापुरख दा सिर लगना है, दसो तुहाडी की सलाह है। ते उस वक्त गुरु गोबिंद राय सच्चे पातशाह जी ने जवाब दिता, कह लगे पिता जी, जे इन्हां नूं बचाउण वास्ते किसी महापुरख दा सिर लगना है ना, फिर तुहाडे तो वड्डा महापुरख किहड़ा हो सकदा है, फिर तुसीं ही इन्हां वास्ते सिर दे दिओ। ते पातशाह ने अगों गल कही, कह लगे गोबिंद राय जी सोच लओ, जे असीं सिर दे दिता तुहाडे सिर तो पिता दा साया उठ जावेगा। ते पातशाह जी जवाब दिंदे, कह लगे पिता जी फिर की होया, मेरे सिर तो पिता दा साया उठ जेगा, लखा करोड़ां दे सिर दे साए तां बाजी जाणगे ना, लखा करोड़ां दे सिर दे साए तां बच जाणगे ना। उस वक्त सतगुरु जी फिर इन्हां दे वास्ते इत्थों चाले पाउंदे आ। ये प्रसंग अगे समझण तो पहला ना एक गल समझिओ साध संगत, अक्सर मैं बेनती करदा हुन्ना है साध संगत, इतिहास नूं केवल सुनन जां पढ़न वास्ते ना पढ़िया करो। असीं हर इतिहास दे प्रसंग तो अपने ते गल टिकाउणी है साध संगत। तुसीं वेखो इस प्रसंग तो कितनी वधिया सिक्ख्या मिलती है सानूं। उन्हां पंडितां ने हर ही लावसीला करके देख लिया, हर पूजा करके देख लई, हर हवन करके देख लए, पर जे उन्हां नूं कोई आसरा मिलिया एक गुरु नानक दा घर ही मिलिया। ते असीं तां जम्मे पले गुरु नानक दे घर हां, ते माफ करियो साडे सिख हो के फिर उन्हां दे आसरे तकदे पए जिहड़े साडा आसरा तक्कण आए। असीं सिख हो के वर्त रखदे, असीं सिख हो के मौलियां बन्नदे आ, असीं सिख हो के कदी धागे तवीत पाउने आ। ਉਹ ਜਿਨ੍ਹਾਂ ਦੇ ਸਾਰੇ ਹੀਲੇ ਵਸੀਲੇ ਖਤਮ ਹੋਣ ਤੋਂ ਬਾਅਦ ਆਖਰੀ ਆਸਰਾ ਗੁਰੂ ਨਾਨਕ ਦਾ ਘਰ ਮਿਲਿਆ। ਅਸੀਂ ਤਾਂ ਜੰਮੇ ਭਲੇ ਗੁਰੂ ਨਾਨਕ ਦੇ ਘਰ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਆਸਰਾ ਕਿਉਂ ਲੈ ਰਹੇ ਅਸੀਂ ਸਾਧ ਸੰਗਤ? ਸਾਡੇ ਵਾਸਤੇ ਕੋਈ ਹੋਰ ਓਟ ਕਿਉਂ ਹੈ ਸਾਧ ਸੰਗਤ? और दूजी गल ये भी सानू एक घटना सिखाउंदी है कि जदों असी सारे आसरियां तो उपराम हो के गुरु के चरणों ते डिगदे आ ना, गुरु साडी जरूर सुनदा है। अज असी आसरे बड़े बनाए हुए हैं, किसी ने अपने परिवार नू ओट बनाई है,
ਕਿਸੇ ਨੇ ਆਪਣੇ ਧੀਆਂ ਪੁੱਤਰਾਂ ਨੂੰ ਆਸਰਾ ਬਣਾਇਆ ਹੈ। ਪਰ ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਆ ਨਾ, ਵੇਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਹੇ ਭਾਈ ਤੂੰ ਮਾਇਆ ਦਾ ਆਸਰਾ ਬਣਾ ਲਿਆ, ਮਾਇਆ 'ਚ ਗਲਤਾਨ ਰਹਿਣਾ ਹੈ। ਧਨ ਦਾਰਾ, ਇਹ ਜਿਹੜੀ ਇਸਤਰੀ ਜਿਹੜੇ ਪਰਿਵਾਰ ਸਾਕ ਸੰਬੰਧੀਆਂ ਦਾ ਤੂੰ ਆਸਰਾ ਬਣਾ ਲਿਆ ਹੈ ਨਾ, ਯਾਦ ਰੱਖੀ ਇਹਨਾਂ 'ਚੋਂ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੈ, ਕਿਆ ਦਾਰਾ ਕਿਆ ਮੀਤ। ਕਿਸੇ ਨੇ ਤੇਰੇ ਨਾਲ ਨਹੀਂ ਖੜਨਾ। ਕੇਵਲ ਇੱਕ ਗੁਰੂ ਨਾਨਕ ਦਾ ਦਰ ਹੈ ਜਿਹਨੇ ਅੰਤਲੇ ਵੇਲੇ ਸਾਨੂੰ ਬਚਾਉਣਾ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਿਤਾ ਬਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਿ ਅਤੇ ਕਤੰਚ ਚਪਲ ਮੋਹਣੀ ਰੂਪੰ, ਬੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਧਿਅੰ ਅਚੁੱਤ ਤਨਹਿ। ਮਹਾਰਾਜ ਕਹਿੰਦੇ ਜਿਸ ਦਿਨ ਤੇਰੇ ਤੇ ਵੱਡੀ ਤੋਂ ਵੱਡੀ ਵਿਪਤਾ ਬਣਦੀ ਆ ਨਾ, ਮੌਤ ਆਉਂਦੀ ਆ, ਦੱਸ ਕਿੱਥੇ ਰਹਿ ਜਾਂਦੀ ਤੇਰੀ ਮਾਂ, ਕਿੱਥੇ ਰਹਿ ਜਾਂਦਾ ਤੇਰਾ ਪਿਤਾ, ਕਿੱਥੇ ਰਹਿ ਜਾਂਦੇ ਤੇਰੇ ਸਾਕ ਸੰਬੰਧੀ, ਕਿੱਥੇ ਰਹਿ ਜਾਂਦਾ ਤੇਰਾ ਪਰਿਵਾਰ। ਉਸ ਵੇਲੇ ਜੇ ਕਿਸੇ ਨੇ ਤੇਰਾ ਸਾਥ ਦੇਣਾ ਹੈ, ਇੱਕ ਬਾਣੀ ਨੇ ਸਾਥ ਦੇਣਾ ਹੈ, ਹੋਰ ਕਿਸੇ ਨੇ ਤੇਰਾ ਆਸਰਾ ਨਹੀਂ ਬਣਨਾ। ਇਸ ਕਰਕੇ ਸਾਧ ਸੰਗਤ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਭਾਈ, ਜਦੋਂ ਸਾਰੇ ਆਸਰੇ ਮੁੱਕ ਜਾਣ ਨਾ, ਉਦੋਂ ਗੁਰੂ ਦੇ ਚਰਨਾਂ ਤੇ ਡਿੱਗ ਕੇ ਕੀਤੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ। ਕਾਸ਼ ਸਾਡਾ ਉਹ ਹਿਰਦਾ ਵੀ ਬਣ ਜਾਵੇ। ਕਈ ਵਾਰੀ ਅਸੀਂ ਨਾ ਜੀ ਇਹ ਲਾਮੇ ਦਿੰਨੇ ਜੀ ਸਾਡੀ ਅਰਦਾਸ ਨਹੀਂ ਸੁਣੀ ਗਈ। ਭਾਈ ਗੁਰਦਾਸ ਜੀ ਨੂੰ ਪੁੱਛ ਕੇ ਦੇਖੋ ਅਰਦਾਸ ਕਰਨੀ ਤੇ ਕਿਵੇਂ ਕਰਨੀ ਹੈ। ਭਾਈ ਗੁਰਦਾਸ ਜੀ ਦਾ ਕਿੰਨਾ ਪਿਆਰਾ ਕਵਿੱਤ ਮਿਲਦਾ ਹੈ। ਕਹਿੰਦੇ ਆਵਤ ਹੈ ਜਾ ਕੇ ਭੀਖ ਮੰਗਤ ਭਿਖਾਰੀ ਦੀਨ, ਦੇਖਣ ਅਧੀਨੈ ਨਿਰਾਸੋ ਨਾ ਵਿਡਾਰ ਹੈ। ਜੇ ਗੁਰੂ ਦੇ ਦਰ ਤੋਂ ਮੰਗਣਾ ਇੱਕ ਭਿਖਾਰੀ ਤੋਂ ਸਿੱਖੀਏ ਸਾਧ ਸੰਗਤ। ਇੱਕ ਭਿਖਾਰੀ ਜਦੋਂ ਕਿਸੇ ਦੇ ਦਰ ਤੇ ਜਾ ਕੇ ਮੰਗਦਾ ਹੈ ਨਾ, ਅੱਗੋਂ ਦੇਣ ਵਾਲਾ ਕਬੂਲ ਵੀ ਬੋਲਦਾ ਹੈ। ਪਹਿਲਾਂ 100 ਵਾਰੀ ਮੋੜਦਾ ਜਾ ਭੱਜ ਜਾ, ਇੱਥੋਂ ਨਹੀਂ ਹੈਗਾ ਕੁਛ। ਇੰਨੀ ਵਾਰੀ ਕਬੂਲ ਝੱਲ ਕੇ ਵੀ ਭਿਖਾਰੀ ਕੇਵਲ ਹੱਥ ਅੱਡਣੇ ਜਾਣਦਾ, ਅੱਗੋਂ ਬਹਿਸਬਾਜ਼ੀ ਨਹੀਂ ਕਰਦਾ। ਮਾਫ ਕਰਿਓ, ਅਸੀਂ ਗੁਰੂ ਦੇ ਅੱਗੇ ਅਰਦਾਸ ਕਰਦੇ ਆਂ, ਅਗਲੇ ਦਿਨ ਫਿਰ ਗੁਰੂ ਤੋਂ ਲੇਖੇ ਜੋਖੇ ਵੀ ਮੰਗਦੇ ਆਂ। ਹਾਂ ਗੁਰੂ ਦੱਸ ਤੂੰ ਮੇਰੀ ਗੱਲ ਕਿਉਂ ਨਹੀਂ ਮੰਨੀ। ਜੇ ਗੁਰੂ ਦੇ ਦਰ ਤੋਂ ਮੰਗਣਾ, ਕਹਿੰਦੇ ਭਿਖਾਰੀ ਵਰਗਾ ਹਿਰਦਾ ਬਣਾ ਲੈ, ਅੱਗੋਂ ਕਬੂਲ ਵੀ ਬੋਲੇ ਜਾਣ। ਭਿਖਾਰੀ ਫਿਰ ਵੀ ਕੇਵਲ ਹੱਥ ਹੀ ਅੱਡਦਾ ਹੈ। ਸਾਡਾ ਫਰਜ਼ ਬਣਦਾ ਗੁਰੂ ਦੇ ਅੱਗੇ ਕੇਵਲ ਹੱਥ ਅੱਡਣਾ, ਬਦਲੇ ਵਿੱਚ ਮਿਲਦਾ ਨਹੀਂ ਮਿਲਦਾ ਗੁਰੂ ਜਾਣੇ। ਜਿਵੇਂ ਭਾਈ ਵੀਰ ਸਿੰਘ ਲਿਖਦੇ ਆ ਨਾ, ਕਹਿੰਦੇ ਮਾਲੀ ਦਾ ਫਰਜ਼ ਹੈ ਕਿ ਉਹਨੇ ਬੀਜ ਬੀਜਣਾ, ਉਹਦੀ ਸੰਭਾਲ ਕਰਨੀ, ਉਹਨੂੰ ਫਲ ਲਾਉਣ ਦਾ ਕੰਮ ਮਾਲੀ ਦਾ ਨਹੀਂ, ਫਲਾਂ ਦੇ ਵਿੱਚ ਰਸ ਭਰਨਾ ਰੱਬ ਦਾ ਕੰਮ ਹੈ। ਸਾਡਾ ਕੰਮ ਅਰਦਾਸ ਕਰਨਾ ਹੈ ਸਾਧ ਸੰਗਤ। ਆਵਤ ਹੈ ਜਾ ਕੇ ਭੀਖ ਮੰਗਤ ਭਿਖਾਰੀ ਦੀਨ, ਦੇਖਣ ਅਧੀਨੈ ਨਿਰਾਸੋ ਨਾ ਵਿਡਾਰ ਹੈ। ਤੇ ਬੈਠਤ ਹੈ ਦੁਆਰ ਆਸਾ ਕੈ ਬਿਡਾਰ ਸੁਆਨ, ਅੰਤ ਕਰਨਾ ਮੈਂ ਤੋਰ ਟੂਕ ਟਾਹੇਦਾਰ ਹੈ। ਕਹਿੰਦੇ ਜੇ ਮੰਗਣਾ ਸਿੱਖਣਾ, ਇੱਕ ਕੁੱਤੇ ਤੋਂ ਮੰਗਣਾ ਸਿੱਖ। ਇੱਕ ਕੁੱਤਾ ਆਪਣੇ ਮਾਲਕ ਤੋਂ ਮੰਗਦਾ ਹੈ ਨਾ, ਜਦੋਂ ਉਹਨੂੰ ਠੁੱਡੇ ਵੀ ਪੈਂਦੇ, ਸੋਟੀਆਂ ਵੀ ਪੈਂਦੀਆਂ, ਪਰ ਘੁੰਮ ਘੁਮਾ ਕੇ ਉਹ ਕੁੱਤਾ ਫੇਰ ਆਪਣੇ ਮਾਲਕ ਦੇ ਪੈਰਾਂ ਨੂੰ ਹੀ ਚੱਟਦਾ ਹੈ। ਹੇ ਮਣਾ, ਤੂੰ ਇੱਕ ਵਾਰੀ ਗੁਰੂ ਦੇ ਚਰਨਾਂ ਤੇ ਆ ਕੇ ਵੀ ਅਰਦਾਸ ਕਰਦੀ, ਇੱਕ ਵਾਰੀ ਕਿਸੇ ਹੋਰ ਦੰਬੀ ਕੋਲ ਵੀ ਚਲਾ ਗਿਆ, ਉਹ ਕਿਵੇਂ ਅਰਦਾਸਾਂ ਪੂਰੀਆਂ ਹੋਣਗੀਆਂ। ਗੁਰੂ ਦੇ ਦਰ ਤੋਂ ਜੇ ਕੁਝ ਪਾਉਣਾ ਹੀ ਨਾ ਸਾਧ ਸੰਗਤ, ਜੇ ਅਸੀਂ ਪਾਉਣਾ ਹੈ ਤੇ ਗੁਰੂ ਦੇ ਦਰ ਤੋਂ ਮੰਗਣ ਲਈ ਕੁੱਤੇ ਵਰਗਾ ਸੁਭਾਅ ਬਣਾ ਲਈਏ। ਠੋਕਰਾਂ ਵੀ ਵੱਜਣ, ਪਰ ਜੇ ਡਿੱਗਣਾ ਹੈ ਆਪਣੇ ਮਾਲਕ ਦੇ ਦਰ ਤੇ ਡਿੱਗਣਾ ਹੈ। ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ, ਜਦੋਂ ਇਹ ਪੰਡਤ ਆਏ, ਸਤਿਗੁਰੂ ਨੇ ਅਰਦਾਸ ਸੁਣੀ, ਕਹਿ ਦਿੱਤਾ ਔਰੰਗਜ਼ੇਬ ਨੂੰ ਐਲਾਨ ਕਰ ਦਿਓ ਵੀ ਜੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਦਵੇ, ਸਾਰਾ ਹਿੰਦੂ ਜਗਤ ਮੁਸਲਮਾਨ ਬਣ ਜਾਵੇਗਾ। ਪਰ ਜੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਲਾ ਨਾ ਸਕਿਆ, ਔਰੰਗਜ਼ੇਬ ਨੂੰ ਝੁਕਣਾ ਪਵੇਗਾ। ਉਸ ਵਕਤ ਸਾਧ ਸੰਗਤ ਆਪ ਜੀ ਆਨੰਦਪੁਰ ਸਾਹਿਬ ਤੋਂ ਚਾਲੇ ਪਾਉਂਦੇ ਆ। ਆਪ ਜੀ ਨੇ ਆਪਣੇ ਨਾਲ 5 ਸਿੱਖਾਂ ਨੂੰ ਲਿਆ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ। ਇਹਨਾਂ 5 ਸਿੱਖਾਂ ਨੂੰ ਆਪ ਜੀ ਨੇ ਆਪਣੇ ਨਾਲ ਲਿਆ ਹੈ ਸਾਧ ਸੰਗਤ। ਕਿਸੇ ਨੇ ਭਾਈ ਜੈਤਾ ਵੀ ਲਿਖਿਆ, ਪਰ ਕੁਝ ਸਰੋਤਾਂ ਦੇ ਵਿੱਚ ਮਿਲਦਾ ਵੀ ਭਾਈ ਜੈਤਾ ਜੀ ਪਹਿਲਾਂ ਹੀ ਦਿੱਲੀ ਵਿੱਚ ਚਲੇ ਗਏ ਸਨ, ਕਿਉਂਕਿ ਜਦੋਂ ਸੀਸ ਚੁੱਕਣ ਦਾ ਪ੍ਰਸੰਗ ਹੁੰਦਾ ਹੈ, ਆਪ ਜੀ ਉਸ ਵਕਤ ਦਿਲ ਵਾਲੀ ਗਲੀ ਵਿੱਚ ਮੌਜੂਦ ਸਨ। ਥੋੜੇ ਮਤਭੇਦ ਕਈ ਵਾਰੀ ਮਿਲ ਜਾਂਦੇ ਇਤਿਹਾਸ ਦੇ ਵਿੱਚ, ਪਰ ਅਸੀਂ ਤੱਤ ਲੈਣਾ ਹੁੰਦਾ ਹੈ ਸਾਧ ਸੰਗਤ। ਇਹਨਾਂ 5 ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਫਿਰ ਚਾਲੇ ਪਾਉਂਦੇ ਆ।
और जदों गए एवें नहीं गए साध संगत, प्रचार करते गए, ना डरना है ना डराउना है, ये उपदेश दिंदे गए आ, सब नूं जथेबंद करते गए आ, सब नूं एक होण दा उपदेश दिंदे गए आ। इस तरह कई थावां तो हुंदे होए साध संगत आप जी आगरे पहुंचते हैं, क्योंकि इस वक्त जिहड़ा औरंगजेब सी वो दिल्ली च मौजूद नहीं सी, हसन अब्दाल वाले पासे मौजूद सी जिथे अजकल पंजा साहिब शशोभत है। इस करके आप जी ने आगरे जाके टिकाणा कर दिता। इधर आप जी आगरे पहुंचे है, उधर औरंगजेब दे कंन भर दिते गए कि गुरु साहब जी आनंदपुर साहब तो चल के दुनिया नूं जथेबंद कर रहे, किते बगावत ना कर दे। हुण सतगुरु जी तां गिरफ्तारी देण ही गए सी, पर अरंगे दे मन विच इह भर दिता गया कि सतगुरु जी बगावत कर रहे हैं। इस करके आप जी दे सिर ते इनाम रख दिता गया भी जेड़ा आप जी नूं गिरफ्तार करवाएगा उन्होंने बदले विच इनाम दिता जाएगा। सतगुरु जी नूं ये खबर पता लगी ते सतगुरु जी ने सोचा भी जे साडे सिर ते इनाम रखा गया क्यों ना किसी गरीब दा ही भला हो जाए। कहंदे उधर इसे आगरे दी धरती ते एक गरीब सैयद रहिंदा सी जिहदा नाम हसन अली करके दस्सिया। ਇਹ गरीब सैयद साध संगत अरदास करता है कि पातशाह इन्ना समा हो गया गरीबी कटदियां, तुसी कृपा करो मेरी गरीबी दूर करो, मेरी गरीबी कट्टो। ते उस वक्त साध संगत सतगुरु सोचते ने भी क्यों ना जे मैं गिरफ्तार ही होना है इन्हां दे हत्थों गिरफ्तार हो जाना है, क्योंकि ओदा भी घर पर जाएगा साडा कारज भी सर जाएगा। कहंदे उस वक्त वो जिहड़ा सैयद सी ओदा पोतरा उस बाग दे विच जिथे सतगुरु ने टिकाणा कीता उत्थे अपनियां भेड़ बकरियां चरा रहा सी। सतगुरु जी ने उहनूं कोल बुलाया, एक सोने दा टुकड़ा दिता, मुंदरी दिती, कह दिता नाल दुशाला दिता, कह दिता भी जा बाजार जा और इस सोने दे बदले मठियाई लैके आ, क्योंकि सतगुरु नूं पता सी जदों एक गरीब बालक बाजार जाएगा पुलिस पकड़ेगी, पुछेगी तुसी गरीब हो तुहाडे कोल सोना कित्थों आया, ते उस वक्त फिर साडी खबर मिलेगी इसलिए असी गिरफ्तार हो जावांगे। इस तरह ही होया उस हसन अली दे जरिए सतगुरु जी गिरफ्तार हुंदे ने। गिरफ्तार करके आप जी नूं दिल्ली लिआंदा जांदा है और दिल्ली दे विच आप जी नूं एक पहला डरावनी हवेली दे विच कैद किया गया। गिरफ्तार होण तो पहला आप जी ने भाई गुरदित्ता ते भाई ऊदा जी नूं वख कर दिता है। 3 सिखां दे नाल आप जी ने गिरफ्तारी दिती, भाई मती दास, भाई सती दास और भाई दयाला जी। इन्हां 3 सिखां दे नाल आप जी ने गिरफ्तारी दिती है। पहला डरावनी हवेली च रखा गया, उस तो बाद दिल्ली दे चांदनी चौक दे विच आप जी नूं कोतवाली च लिआंदा गया, एक पिंजरे विच कैद किया गया। और ये पिंजरा आम नहीं सी साध संगत, ये पिंजरे दे हर पासे किल लगे हुए सी, भाव कि सतगुरु जी ना बैठ सकते सी, ना खड़े हो सकते सी, ना ढोल आ सकते सी ते ना अगे हो सकते सी। इन्ने तसीहे दिते गए, इन्ने तसीहियां दे विच आप जी नूं गिरफ्तार किया गया। इस तो बाद किवें उन्हां 3 सिखां नूं शहीद किया जाता है, किवें सतगुरु जी नूं शहीद किया जाता है, ये सारा प्रसंग शहीदियां भरा आपां कल नूं विचारांगे साध संगत। हजे तक आपां लड़ी इत्थों तक लैके आए हैं कि आप जी गिरफ्तार हो चुके हैं। अज क्योंकि लड़ी जोड़नी सी इस करके साध संगत सारे पिछोकड़ भी दसना जरूरी सी, नाल गुरबाणी दे सिद्धांत भी दसने जरूरी सी। कल नूं नरोल शहीदियां दा प्रसंग चलना है ते असी अपना हिरदा बना के आईए साध संगत कि असी काश उस दृश्य नूं अपने सुरत विच ले आईए भी किवें आरे चले है, किवें देग विच उबाले दिते गए है पर सिख डोले नहीं। अपना हिरदा बना के आइए, तुसी आप आए हो ते होरां नूं भी लैके आए हो। सतगुरु रहमत करन साध संगत, काश असी उन्हां शहीदां नूं याद कर सकीए। भावें समाप्ति दा समा हो गया पर मैं चाहुंदा आपां 1 मिनट वास्ते सारे सिमरन जरूर करिए ताकि सुरत जिहड़ी है वो साडी उन्हां शहीदां दे चरनां ते जुड़ सके। जिन्ने भी आपां बैठे आ ना साध संगत, अखां बंद करके सिद्धे हो के आओ सारे 1 मिनट दे वास्ते सिमरन विच जुड़ना करिए जी। वाहिगुरु वाहिगुरु, सारे कृपा करो जी उच्ची आवाज विच, नौजवान भी। वाहिगुरु 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 वाहिगुरु।
ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਰਹਿਮਤ ਕਰਨ। ਹੁਣ ਅਸੀਂ ਕੱਲ ਨੂੰ ਸ਼ਹੀਦੀਆਂ ਦਾ ਪ੍ਰਸੰਗ ਵਿਚਾਰਨਾ ਹੈ। ਕਾਸ਼ ਅਸੀਂ ਉਸ ਪ੍ਰਸੰਗ ਨੂੰ ਆਪਣੇ ਹਿਰਦੇ 'ਚ ਵਸਾ ਸਕੀਏ ਔਰ ਸਤਿਗੁਰੂ ਜੀ ਦੇ ਇਹ ਉਪਦੇਸ਼ ਨੂੰ ਧਾਰਨ ਕਰ ਸਕੀਏ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਕੋਈ ਮਨੁੱਖ ਜਿੰਨਾ ਮਰਜੀ ਸੋਹਣਾ ਹੋਵੇ, ਜਿੰਨਾ ਮਰਜੀ ਧਨਵਾਨ ਹੋਵੇ, ਪਰ ਜੇ ਉਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਨਹੀਂ, ਮਹਾਰਾਜ ਕਹਿੰਦੇ ਵੱਡੀਆਂ ਉਮਰਾਂ ਲੈ ਕੇ ਵੀ ਲਾਸ਼ ਹੀ ਚੁੱਕੀ ਫਿਰਦਾ ਹੈ। ਪਰ ਜਿਹੜਾ ਮਨੁੱਖ ਹਿਰਦੇ ਵਿੱਚ ਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਉਹਨਾਂ ਨੂੰ ਦੋ ਟੁਕੜੇ ਵੀ ਕਰ ਦਿੱਤੇ ਜਾਣ, ਉਹ ਮਰ ਕੇ ਵੀ ਜਿਉਂਦੇ ਨੇ ਔਰ ਸਦਾ ਹੀ ਜਿਉਂਦੇ ਨੇ। ਸਤਿਗੁਰੂ ਰਹਿਮਤ ਕਰਨ। ਅੱਜ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਬਖਸ਼ਿੰਦ ਹਨ ਜੀ, ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ